जो बाज कमेंटर थी वीरे ठीक है ना शेरपुर तो भुक्की तड़के भुक्की कहता ਹੁੰਦਾ ਸੀ ਜਿਹੜਾ ਬੰਦਾ ਉਹਨੂੰ ਕੀ ਲੋੜ ਪੈ ਗਈ ਸੀ ਉਹਨੂੰ ਭੁੱਕੀ ਖਵਾਉਣ ਦੀ? ਤੁਸੀਂ ਸ਼ੇਰਪੁਰ ਦਫ਼ਤਰ ਵਾਲਿਆਂ ਨੂੰ ਕਿਉਂ ਨਹੀਂ ਕਿਹਾ ਜਿਹੜੇ ਪਾਰਟੀ ਦੇ ਮੇਨ ਸੀ ਵੀ ਮੈਂ ਭੁੱਕੀ ਮੰਗਦਾ ਮੇਰੇ ਤੋਂ, ਤੁਹਾਨੂੰ ਕੀ ਲੋੜ ਪੈ ਗਈ? ਇੱਕ ਮਿੰਟ ਬਾਈ ਉਹ ਕਹਿੰਦੇ ਅਸੀਂ ਦੇ ਨਹੀਂ ਸਕਦੇ ਠੀਕ ਆ ਕਮੈਂਟਰ ਬਾਅਦ ਤੁਸੀਂ ਵੀ ਜਵਾਬ ਦੇ ਸਕਦੇ ਸੀ ਇਸ ਚੀਜ਼ ਦਾ ਵੀ ਮੈਂ ਨਹੀਂ ਖਵਾ ਸਕਦਾ। ਵੀਰੇ ਮੈਂ ਕੀਤੀ ਨਾ ਮੈਂ ਕਿਹਾ ਇਹ ਬਈ ਬੁਲਾਰਾ ਵਧੀਆ ਬਾਈ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੂੰਗਾ। ਤੁਸੀਂ ਬੈਂਡ ਦਿਖਾ ਸਕਦੇ ਹੋ ਕਿਹਦਾ ਬੈਂਡ ਹੈ ਮਾੜਾ ਜਿਹਾ? ਇਹ ਵੀਰੇ ਇਹ ਬੈਂਡ ਇਹ ਕਾਂਗਰਸ ਦਾ ਬੈਂਡ ਹੈ, ਤੁਸੀਂ ਦੇਖ ਸਕਦੇ ਹੋ ਜੀ। ਇਹ ਮੈਂ ਤੁਹਾਨੂੰ ਕਹਿ ਸਕਦਾ ਵੀ ਇਹ ਕਾਂਗਰਸ ਦਾ ਬੈਂਡ ਹੈ। ਇੱਕ ਸਰਾਸਰ ਕਿਤੇ ਨਾ ਕਿਤੇ ਗੱਲ ਕਹੀ ਜਾਵੇ ਵੀ ਇਹ ਪਾਰਟੀ ਦੇ ਇਲਜ਼ਾਮ ਲਗਾਏ ਗਏ ਨੇ ਇੰਟਰਵਿਊ ਦੌਰਾਨ। ਆ ਕਾਂਗਰਸ ਦਾ ਬੈਂਡ ਅਸੀਂ ਹੁਣ ਫੜਿਆ ਇਹਦੇ ਹੱਥ 'ਚੋਂ, ਕਾਂਗਰਸ ਦਾ ਬੈਂਡ। ਕਿਉਂ ਕਾਂਗਰਸ ਦਾ? ਪਹਿਲੀ ਗੱਲ ਤਾਂ ਉਹਦੇ ਕੋਲੇ ਸਕਾਰਪੀਓ ਗੱਡੀ ਸੀ। ਸਕਾਰਪੀਓ ਗੱਡੀ ਕਿਸੇ ਵੀ ਹਾਲਤ ਦੇ ਵਿੱਚ 7000 ਦਾ ਡੀਜ਼ਲ ਇੱਕ ਦਿਨ 'ਚ ਖਾ ਨਹੀਂ ਸਕਦੀ। ਜੇ ਆਪਾਂ ਸਵੇਰ ਤੋਂ ਸ਼ਾਮ ਤੱਕ 11-12 ਘੰਟੇ ਗੱਡੀ ਨੂੰ ਬਿਲਕੁਲ ਹੀ ਨਾ ਖੜਨ ਦਈਏ ਤਾਂ ਵੀ 3000 ਤੋਂ ਵੱਧ ਡੀਜ਼ਲ ਨਹੀਂ ਖਾਂਦੀ ਜੀ। ਉਹ ਬੰਦਾ ਆਪ ਨਸ਼ੇ ਨੁਸ਼ੇ ਬਹੁਤ ਕਰਦਾ ਸੀ, ਦਿਨ 'ਚ ਸ਼ਰਾਬ ਪੀਣੀ ਜਾਂ ਹੋਰ ਆਪਦੇ ਨਾਲ ਦੇ ਮਿੱਤਰ ਜਿਹੜੇ ਕੋਈ ਆਪਦੇ ਉਹਦੇ ਪੁਰਾਣੇ ਜਿਹੜੇ ਸਾਡੇ ਵਰਕਰ ਕੋਈ ਨਸ਼ਾ ਨਹੀਂ ਸੀ ਕਰਦਾ, ਉਹਦੇ ਆਪ ਦਾ ਮਤਲਬ ਸੰਬੰਧੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਸਾਨੂੰ ਬਾਅਦ 'ਚ ਪਤਾ ਲੱਗਿਆ, ਬਲਕਿ ਅਸੀਂ ਪਛਤਾਏ ਉਹਦੀ ਗੱਡੀ ਲਾ ਕੇ। ਉਹ ਕਹਿੰਦਾ ਵੀ ਮੈਂ 18000 ਦੀ ਰੋਟੀ ਖਵਾਉਂਦਾ ਸੀ ਹਨਾ, ਉਹਨੇ ਵੀਡੀਓ 'ਚ ਬੋਲਿਆ ਉਹ। ਜੇ ਉਹ 18000 7.5 ਲੱਖ ਲਾਇਆ ਮੈਨੂੰ ਪ੍ਰੂਫ ਕਰ ਦੇ, ਮੈਂ 7.5 ਲੱਖ ਦੇਣ ਨੂੰ ਤਿਆਰ ਹਾਂ ਉਹਨੂੰ। ਕਿੱਥੇ ਮਰਜੀ 7 ਚਾ ਕੇ ਮੇਰੇ ਤੋਂ 7.5 ਲੱਖ ਰੁਪਇਆ ਫੜ ਲਿਆ। 7.5 ਲੱਖ ਉਹਦਾ ਲੱਗਿਆ ਹੋਇਆ। 2 ਵਾਰੀ ਚੋਰੀ 'ਚ ਫੜਿਆ ਗਿਆ। ਇੱਕ ਸਾਡੇ ਮਰ ਗਿਆ ਬੰਦਾ ਫੰਬੀ ਸੀ, ਉਹਦਾ ਨਾਂ ਸਰਪੰਚ ਦਾ ਭਾਈ ਵੀ ਸੀ ਸਾਡਾ, ਕਿਹੜਾ ਮੌਜੂਦਾ ਸਰਪੰਚ ਆ, ਉਹਦੇ ਨਾਲ ਚੱਕ ਕੇ ਹਲ ਵੇਚੇ, ਉਦੋਂ ਉਹ ਫੜਿਆ ਗਿਆ। ਉਹ ਉਦੋਂ ਬਾਅਦ ਉਹਨੇ ਸਕੂਟਰੀ ਚੱਕੀ ਸਿਰਪਰੋਂ TVS ਵਾਲਿਆਂ ਦੀ, ਉਹ 'ਚ ਫੜਿਆ ਗਿਆ। ਉਹ ਸਕੂਟਰੀ ਮੈਂ ਮੜਵਾਈ ਉਹਨਾਂ ਦੀ, ਬੰਦੇ ਮੇਰੇ ਕੋਲੇ ਖੜੇ ਤਾਂ ਉਹ ਫੜ ਕੇ ਲੈ ਕੇ ਗਏ। ਜਦੋਂ ਚੋਰ ਬੰਦਾ ਨਹੀਂ ਉਹਨੂੰ ਕਿਵੇਂ ਮੂਹਰੇ ਕਰ ਦਿੰਦੇ? ਖਾ ਕੇ ਨਸ਼ੇ ਉਹ ਬੰਦਾ ਇਹਦੀ ਬੇਇੱਜ਼ਤੀ ਕਰੀ ਜਾਂਦਾ। ਉਹ ਕੋਈ ਪਾਰਟੀ ਦਾ ਮੈਂਬਰ ਨਹੀਂ, ਕੁਛ ਨਹੀਂ, ਨਸ਼ੇੜੀ ਬੰਦਾ। ਮੋਤਬਰ ਸੀ ਉਹ, ਉੱਥੇ ਮੌਜੂਦ ਸੀ ਠੀਕ ਹੈ। ਉਹਨਾਂ ਦਾ ਕਹਿਣਾ ਵੀ ਅਸੀਂ ਸ਼ੇਰਪੁਰ ਦੇ ਵਿੱਚ 25000 ਰੁਪਇਆ ਖਰਚਾ ਕੀਤਾ ਦਫ਼ਤਰ ਦਾ ਚੋਣਾਂ ਦੇ ਵਿੱਚ। ਤੁਸੀਂ 7 ਲੱਖ ਕਿਵੇਂ ਕਰਦੇ? ਦੇਖੋ ਵੀਰ ਜੀ 4.5 ਲੱਖ ਦੀ ਗੱਡੀ ਹੋ ਗਈ ਵੀਰ ਜੀ। ਤੁਸੀਂ ਗੱਡੀ ਵੇਚਣਾ ਕਿਹਨੂੰ ਨਾ 4.5 ਲੱਖ ਦੀ, ਉਹ ਤਾਂ ਤੁਸੀਂ ਆਪਦੀ ਕਮਾਈ ਵਾਸਤੇ ਲਈ ਹੈ ਨਾ, ਭਗਵੰਤ ਮਾਨ ਵਾਸਤੇ ਥੋੜੀ। ਤੁਹਾਨੂੰ 4.5 ਲੱਖ ਦੀ ਗੱਡੀ ਲਈ ਹੈ। 4 ਲੱਖ ਦੀ ਗੱਡੀ ਤੁਸੀਂ ਆਪਦੀ ਕਮਾਈ ਕਰਨ ਵਾਸਤੇ ਲਈ ਸੀ, ਆਪਦੇ ਕਿਰਾਏ ਵਾਸਤੇ ਲਈ ਸੀ। ਤੁਸੀਂ ਕਹਿੰਦੇ ਮੈਂ 17000 ਦੀ ਰੋਟੀ ਖਵਾਤੀ। 17000 ਦੀ ਰੋਟੀ ਕਿਵੇਂ ਖਵਾਤੀ? ਕਿੰਨੇ ਬੰਦੇ ਨੂੰ ਖਵਾਤੀ ਤੁਸੀਂ? ਹਲਕੀ ਕਮਲ ਦੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਕਿ ਸਾਡੇ ਵਰਕਰ ਜ਼ਿਆਦਾ ਘਰੇ ਰੋਟੀ ਖਾਂਦੇ ਸੀ ਜਾਂ ਕਿਤੇ ਪਿੰਡ ਦੇ ਵਿੱਚ ਜਿੱਥੇ ਪ੍ਰੋਗਰਾਮ ਹੁੰਦਾ ਸੀ ਕਿਤੇ ਰੱਖਿਆ ਹੁੰਦਾ ਸੀ ਉੱਥੇ ਰੋਟੀ ਖਾਂਦੇ ਸੀ। ਫਿਰ ਤੁਸੀਂ ਕਿਹਨਾਂ ਨੂੰ ਰੋਟੀ ਖਵਾਤੀ? ਵੀਰ ਜੀ ਜੋ ਨਵੇਂ ਮੁੰਡੇ ਸੀ ਜੁੜੇ ਵੇ ਸੀ ਠੀਕ ਆ ਨਾ ਪਾਰਟੀ ਦੇ ਨਾਲ ਉਦੋਂ ਠੀਕ ਆ ਵੀਰ ਜੀ। ਮੈਂ ਵੀਰ ਰੈਸਟੋਰੈਂਟ ਤੀ ਰੈਲ ਸਟੈਕ ਦੇ ਗੱਡੀ ਦੂਰ ਖੜਾ ਕੇ ਨਾ ਬਈ ਪਾਰਟੀ ਦੇ ਧੱਬਾ ਨਾ ਲੱਗ ਜੇ ਠੀਕ ਆ ਨਾ, ਗੱਡੀ ਦੂਰ ਖੜਾ ਕੇ ਰੈਲ ਸਟੈਕ ਦੀ ਦਾਰੂ ਵੀ ਲੈਂਦੇ ਹੁੰਦੇ ਸੀ ਠੀਕ ਆ, ਮੀਟ ਨਾਲ ਰੋਟੀ ਖਾਂਦੇ ਦੀ ਵਿੱਚ ਬੰਦੇ। ਤੁਹਾਡੇ ਪਿੰਡ 'ਚੋਂ ਪਤਾ ਕੀਤਾ ਵੀ ਤੁਹਾਨੂੰ ਜਿੰਨੀ ਜ਼ਮੀਨ ਵੇਚੀ ਆਯਾਸ਼ੀ ਕਰਕੇ ਵੇਚੀ, ਪਹਿਲਾਂ ਟਰੈਕਟਰ ਲਿਆਂਦਾ 6 ਲੱਖ ਦਾ ਕਿਹਾ ਗਿਆ, ਫਿਰ ਗੱਡੀਆਂ ਤੇ ਲਿਆਂਦੀਆਂ, ਗੱਡੀ ਲਿਆ ਕੇ ਤੋਂ ਜਿਹੜੀ ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਦੀ ਰੈਲੀ 'ਚ ਟੁੱਟੀ, ਇਹ ਕਹਿਣਾ ਵਰਕਰਾਂ ਦੀ ਤੁਸੀਂ ਖੰਭੇ 'ਚ ਮਾਰ ਕੇ ਤੋੜੀ ਹੋਵੇ। ਜੇ ਇਹ ਗੱਲ ਕਹਿੰਦੇ ਨੇ ਸਾਡੇ ਸਮਾਧਾਂ ਨੇ ਸਾਰਿਆਂ ਨਾਲੋਂ ਵੱਡੀਆਂ ਠੀਕ ਆ ਨਾ, ਸਮਾਧਾਂ ਤੇ ਆਏ ਆ ਜਵਾਕ ਲੈ ਕੇ ਚੜ ਜਾਣੇ ਇਹ ਆਪਦੇ ਠੀਕ ਆ ਨਾ ਬਈ ਅਸੀਂ ਤੇਲ ਖਰਚਾ ਦਿੱਤਾ ਮੈਂ ਸਭ ਕੁਝ ਹੀ ਛੱਡ ਦੂੰ ਬਈ ਠੀਕ ਆ। ਆਪਾਂ ਨੂੰ ਕੋਈ ਕਿਸੇ ਪਾਰਟੀਬਾਜੀ ਚੋਂ ਉੱਠ ਕੇ ਨਹੀਂ ਆਪਾਂ ਕਹਿ ਰਹੇ, ਆਪਾਂ ਭਗਵੰਤ ਮਾਨ ਨੂੰ ਇਹ ਕਹਿ ਰਹੇ ਹਾਂ ਬਈ ਜੇ ਮੈਂ ਤੇਰੇ ਲਈ ਇੰਨਾ ਕੁਛ ਕਰਿਆ ਠੀਕ ਆ, ਮੈਨੂੰ ਕੋਈ ਰੁਜ਼ਗਾਰ ਮੁਹੱਈਆ ਕਰਵਾ ਦੇ ਬਈ ਹਾਰ ਨਾ ਜਾਵੇ। ਜੇ ਹਾਰ ਜਾਂਦਾ ਵੀਰੇ ਮੈਂ ਕਰਦਾ ਖੁਦ ਕੁਛ ਹੀ ਠੀਕ ਆ। ਤੁਹਾਨੂੰ ਕੀ ਲੋੜ ਪੈ ਗਈ ਸੀ ਕੁਛ ਕਰਨ ਦੀ? ਇੱਕ ਪਾਸੇ ਤੁਸੀਂ ਇੰਨਾ ਖਰਚ ਕਰਿਆ ਹੋਰ ਕਰਿਆ, ਫਿਰ ਤੁਹਾਨੂੰ ਕੀ ਲੋੜ ਸੀ? ਤੁਸੀਂ ਕਿਉਂ ਕੁਛ ਕਰਦੇ? ਵੀਰੇ ਗੱਲ ਸੁਣੇ ਇਹ ਤਾਂ ਮਾਹਲੀ ਬਹਿ ਜਾਂਦਾ ਠੀਕ ਆ, ਮੈਂ ਮੂੰਹ ਦਿਖਾਉਣ ਜੋਗਾ ਨਹੀਂ। ਜਿੱਥੇ ਕਿ ਪ੍ਰਾਈਮ ਦੀ ਟੀਮ ਅੱਜ ਇਨਾ ਬਾਜਵਾ ਵਿਖੇ ਪਹੁੰਚੇ, ਜਿੱਥੇ ਇੱਕ ਨੌਜਵਾਨ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਭਗਵੰਤ ਮਾਨ ਪਹਿਲੇ ਇਲੈਕਸ਼ਨ ਲੜੀ ਸੀ ਉਸ ਸਮੇਂ ਉਸ ਵੱਲੋਂ ਖਰਚ ਕੀਤਾ ਗਿਆ ਸੀ, ਉਸ ਦੀ ਜੋ ਉਸ ਵੱਲੋਂ ਕਿਹਾ ਗਿਆ ਸੀ ਪਿੰਡ ਦੇ ਕੁਝ ਆਮ ਪਾਰਟੀ ਦੇ ਵਰਕਰ ਨੇ ਜੋ ਕਾਫੀ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਨੇ, ਉਹਨਾਂ ਵੱਲੋਂ ਇਸ ਗੱਲ ਦਾ ਅੱਜ ਖੁਲਾਸਾ ਕੀਤਾ ਜਾ ਰਿਹਾ ਵੀ ਉਸ ਵੱਲੋਂ ਕੋਈ ਖਰਚ ਨਹੀਂ ਕੀਤਾ ਗਿਆ ਸੀ। ਤੇ ਇਸ ਬਾਰੇ ਸਾਡੇ ਨਾਲ ਜਿਹੜੇ ਪਾਰਟੀ ਦੇ ਮੁੱਖ ਮੈਂਬਰ ਨੇ ਉਹਨਾਂ ਨਾਲ ਗੱਲ ਕਰਦੇ, ਜਿਨ੍ਹਾਂ ਨੇ ਸ਼ੇਰਪੁਰ ਵਿਖੇ ਦਫ਼ਤਰ ਖੋਲ੍ਹਿਆ ਸੀ, ਉਹਦੀ ਸੱਚਾਈ ਦੱਸਣ ਲਈ ਅੱਜ ਸਾਹਮਣੇ ਪ੍ਰਾਈਮ ਉਹਦੇ ਉੱਪਰ ਆਏ ਨੇ। ਕੀ ਨਾਮ ਹੈ ਤੁਹਾਡਾ ਜੀ? ਪਰਮਤ੍ਰਿਪਤ ਸਿੰਘ ਜੀ, ਪਿੰਡ ਕਾਲਾਬੂਲਾ। ਅਸੀਂ ਜਦੋਂ 2014 'ਚ ਭਗਵੰਤ ਮਾਨ ਦੀ ਚੋਣ ਲੜੇ ਸੀ ਆਮ ਆਦਮੀ ਪਾਰਟੀ ਵੱਲੋਂ, ਤਾਂ ਦਫ਼ਤਰ ਜੋ ਅਸੀਂ ਸਾਰੇ ਬੰਦਿਆਂ ਨੇ ਰਲ ਮਿਲ ਕੇ ਚਲਾਇਆ ਸੀ ਆਪਦੇ ਖਰਚੇ 'ਤੇ, ਮਤਲਬ ਆਪਦੇ ਵੱਲੋਂ ਪੈਸੇ ਇਕੱਠੇ ਕਰਕੇ, ਕਿਸੇ ਨੇ 1000 ਕਿਸੇ ਨੇ 500, ਉਹਦੇ ਨਾਲ ਸਾਰਾ ਹੀ ਅਸੀਂ ਟੋਟਲੀ ਖਰਚਾ 20-25 ਹਜ਼ਾਰ ਰੁਪਇਆ ਲਾਇਆ ਹੋਊਗਾ। ਬਾਕੀ ਸਾਨੂੰ ਜਿਹੜਾ ਮਟੀਰੀਅਲ ਸੀਗਾ ਝੰਡੇ ਟੋਪੀਆਂ ਪੋਸਟਰ ਵਗੈਰਾ ਉਹ ਦਫ਼ਤਰ ਵੱਲੋਂ ਆਉਂਦੇ ਹੁੰਦੇ ਸੀ। ਪਰਮ ਜੀ ਉਹਦਾ ਇਹ ਗੱਲ ਵੀ ਕਹਿੰਦੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਸ਼ੇਰਪੁਰ ਦਫ਼ਤਰ ਖੋਲ੍ਹਿਆ ਸੀ, ਉਹ ਕਹਿੰਦਾ ਵੀ ਮੇਰੇ ਵੱਲੋਂ ਟੋਪੀਆਂ ਵੀ ਮੈਂ ਛਪਾਈਆਂ, ਪੋਸਟਰ ਵੀ ਮੈਂ ਛਪਾਏ, 7000 ਦੇ ਕਰੀਬ ਉਹ ਬੰਦਾ ਡੀਜ਼ਲ ਦੱਸ ਰਿਹਾ ਵੀ ਡੀਜ਼ਲ ਮੇਰਾ ਡੇਲੀ ਦਾ ਫੁੱਕਦਾ ਸੀ। ਕੀ ਲੱਗਦਾ ਵੀ ਹਜੇ ਕੁਛ ਹੈਗਾ ਸੀ? ਉਹ ਬਿਲਕੁਲ ਸਰਾਸਰ ਝੂਠ ਬੋਲ ਰਿਹਾ ਜੀ। ਕੋਈ ਗੱਲ 'ਚ ਉਹਦੀ ਚਿੱਕ 'ਚ ਵੀ ਸੱਚਾਈ ਨਹੀਂ। ਪਹਿਲੀ ਗੱਲ ਤਾਂ ਉਹਦੇ ਕੋਲੇ ਸਕਾਰਪੀਓ ਗੱਡੀ ਸੀ। ਸਕਾਰਪੀਓ ਗੱਡੀ ਕਿਸੇ ਵੀ ਹਾਲਤ ਦੇ ਵਿੱਚ 7000 ਦਾ ਡੀਜ਼ਲ ਇੱਕ ਦਿਨ 'ਚ ਖਾ ਨਹੀਂ ਸਕਦੀ।
ਜੇ ਆਪਾਂ ਸਵੇਰ ਤੋਂ ਸ਼ਾਮ ਤੱਕ 11-12 ਘੰਟੇ ਗੱਡੀ ਨੂੰ ਬਿਲਕੁਲ ਹੀ ਨਾ ਖੜਨ ਦਈਏ ਤਾਂ ਵੀ 3000 ਤੋਂ ਵੱਧ ਡੀਜ਼ਲ ਨਹੀਂ ਖਾਂਦੀ ਜੀ। ਦੂਜੀ ਗੱਲ ਜਿਹੜਾ ਕਹਿੰਦੇ ਆ ਉਹ ਮਟੀਰੀਅਲ ਤਾਂ ਸਾਨੂੰ ਦਫ਼ਤਰ ਵੱਲੋਂ ਸੰਗਰੂਰ ਤੋਂ ਭਗਵੰਤ ਮਾਨ ਦੇ ਦਫ਼ਤਰ ਤੋਂ ਆਉਂਦਾ ਸੀ, ਜੋ ਵੀ ਕੋਈ ਝੰਡੇ ਟੋਪੀਆਂ ਪੋਸਟਰ ਜੋ ਵੀ ਸੀ, ਤੇ ਉਹ ਕੋਈ ਇਹ ਸਭ ਝੂਠ ਨੇ। ਕੋਈ ਮਟੀਰੀਅਲ ਕਿਸੇ ਨੇ ਮੁੱਲ ਲੈ ਕੇ ਨਹੀਂ ਵੰਡਿਆ। ਸਿਰਫ ਅਸੀਂ ਤਾਂ ਪ੍ਰਚਾਰ ਕਰਦੇ ਉਹਦੇ, ਇੱਕ ਗੱਡੀ ਉਹਦੀ ਲਾਈ ਹੋਈ ਸੀ 11-12 ਦਿਨ ਗੱਡੀ ਚੱਲੀ ਆ, 1000 ਰੁਪਏ ਦਿਹਾੜੀ ਦੇ ਹਿਸਾਬ ਨਾਲ ਡੀਜ਼ਲ ਅਸੀਂ ਉਹਨੂੰ ਵੱਖਰਾ ਦਿੰਦੇ ਹੁੰਦੇ ਸੀ। ਉਹਨੂੰ ਪੈਸੇ ਜਿਹੜੇ ਆ ਜਿੱਦਾਂ ਵੀ ਕੰਮ ਸਾਡਾ ਖਤਮ ਹੋਇਆ ਪ੍ਰਚਾਰ ਦਾ, ਉਹਨੂੰ 11 ਪਤਾ ਨਹੀਂ 12 ਦਿਨ ਲੱਗੇ ਸੀ, ਉਹਨੂੰ 11-12 ਹਜ਼ਾਰ ਰੁਪਏ ਅਸੀਂ ਨਗਦ ਦਿੱਤਾ ਹੈ। ਉਹਦਾ ਕਹਿਣਾ ਹੈ, ਪਰਮਜੀਤ ਵੀ ਉਹਦਾ ਕਹਿਣਾ ਵੀ ਮੈਨੂੰ ਤਾਂ ਸਿਰਫ ਕੁੱਲ 5000 ਰੁਪਇਆ ਸ਼ਿਰਪੁਰ ਦਫ਼ਤਰ ਵੱਲੋਂ ਦਿੱਤਾ ਗਿਆ। ਕਹਿੰਦਾ ਵੀ 150 ਰੁਪਇਆ ਦਿਹਾੜੀ ਦੇ ਹਿਸਾਬ ਨਾਲ, ਕਹਿੰਦਾ ਵੀ ਸਿਰਫ 5000 ਰੁਪਇਆ ਦਿੱਤਾ ਸੀ, ਬਾਕੀ ਜੋ ਖਰਚ ਕੀਤਾ ਕਹਿੰਦਾ ਮੈਂ ਆਪ ਖੁਦ ਕੀਤਾ ਕਹਿੰਦਾ। ਦੇਖੋ ਜੀ, ਹੁਣ ਉਹਦੀ ਗੱਲ ਤਾਂ ਆਪਾਂ ਨਹੀਂ ਮੰਨ ਸਕਦੇ ਕੁਝ ਵੀ। ਆਹ ਬੰਦੇ ਜਿੰਨੇ ਵੀ ਸਾਡੇ ਪਿੱਛੇ ਵਰਕਰ ਖੜੇ ਨੇ ਸਾਰੇ ਉਸ ਟਾਈਮ ਦਫ਼ਤਰ ਦੇ ਵਿੱਚ ਹਾਜ਼ਰ ਹੁੰਦੇ ਸੀ, ਡੇਲੀ ਆਉਂਦੇ ਜਾਂਦੇ ਸੀ। ਇੱਕ ਗੱਡੀ ਜਿਹੜੀ ਲਾਈ ਸੀ ਸਭ ਨੂੰ ਅਸੀਂ ਬਕਾਇਦਾ ਹਿਸਾਬ ਕਿਤਾਬ ਸਭ ਨੂੰ ਸਮਝਾਉਂਦੇ ਰਹੇ ਹਾਂ ਵੀ ਆਹ ਆਪਣਾ ਇੰਨੇ ਪੈਸੇ ਇਕੱਠੇ ਹੋਏ ਨੇ, ਇੰਨਾ ਕੁ ਖਰਚਾ ਹੋਇਆ। ਇੱਕ ਗੱਡੀ ਦੇ ਸਿਰਫ ਅਸੀਂ 10-11 ਦਿਨ ਲਵਾ ਕੇ ਉਹਨੂੰ ਉਨੇ ਦਿਨ ਦੇ ਉਹਦੇ ਪੈਸੇ ਦਿੱਤੇ ਸੀ। ਉਹ ਬੰਦਾ ਆਪ ਨਸ਼ੇ ਨੁਸ਼ੇ ਬਹੁਤ ਕਰਦਾ ਸੀ, ਦਿਨ 'ਚ ਸ਼ਰਾਬ ਪੀਣੀ ਜਾਂ ਹੋਰ ਆਪਦੇ ਨਾਲ ਦੇ ਮਿੱਤਰ ਜਿਹੜੇ ਕੋਈ ਆਪਦੇ ਉਹਦੇ ਪੁਰਾਣੇ ਜਿਹੜੇ ਸਾਡੇ ਵਰਕਰ ਕੋਈ ਨਸ਼ਾ ਨਹੀਂ ਸੀ ਕਰਦਾ, ਉਹਦੇ ਆਪ ਦਾ ਮਤਲਬ ਸੰਬੰਧ ਹੀ ਇਸ ਤਰ੍ਹਾਂ ਦੇ ਬੰਦਿਆਂ ਨੂੰ। ਸਾਨੂੰ ਬਾਅਦ 'ਚ ਪਤਾ ਲੱਗਿਆ, ਬਲਕਿ ਅਸੀਂ ਪਛਤਾਏ ਉਹਦੀ ਗੱਡੀ ਲਾ ਕੇ, ਕਿਉਂਕਿ ਜਿਹੜੂ ਇੰਨਾ ਬਾਜਵਾ ਪਿੰਡ ਦੀ ਟੀਮ ਸੀ ਸਾਡੀ ਬਹੁਤ ਸਰਗਰਮ ਸੀ। ਕਮਲਦੀਪ ਸਿੰਘ ਹੁਣੀ ਉਹਨਾਂ ਨੇ ਕਹਿੰਦੇ ਵੀ ਸਾਡਾ ਮਿੱਤਰ ਹੈ, ਵੀ ਗੱਡੀ ਆਪਾਂ ਜੇ ਇਹਦੀ ਲਾ ਲਈਏ। ਮੈਂ ਕਿਹਾ ਵੀ ਲਾ ਲਓ, ਆਪਾਂ ਨੂੰ ਸਖਾਲਾ ਰਹਿਣਾ, ਕੋਈ ਗੱਲ ਨਹੀਂ ਆਉਣ ਜਾਣ ਨੂੰ। ਤੇ ਉਹ ਸਾਨੂੰ ਉਹਦਾ ਬਾਅਦ 'ਚ ਜਦੋਂ ਪਤਾ ਲੱਗਿਆ ਵੀ ਇਹ ਬੰਦਾ ਸਿਰੇ ਦਾ ਨਸ਼ਈ ਆ, ਤਾਂ ਅਸੀਂ ਮਤਲਬ 10 ਕੁ ਦਿਨ ਲਵਾ ਕੇ ਉਹ ਤੋਂ ਆਪਦਾ ਉਹਦਾ ਹਿਸਾਬ ਕਿਤਾਬ ਕਰਕੇ ਉਹਨੂੰ ਘਰ ਤੋਰਤਾ ਸੀ। ਉਹ ਬਾਅਦ 'ਚ ਜੋ ਵੀ ਉਹਨੇ ਨੁਕਸਾਨ ਹੋਏ ਦੱਸਦਾ ਉਹ ਆਪ ਸ਼ਰਾਬ ਸਰੂਪ ਪੀ ਕੇ ਗੱਡੀ ਕਦੇ ਕਿਸੇ 'ਚ ਮਾਰਨੀ, ਕਦੇ ਗੱਡੀ ਦਾ ਕੋਈ ਨੁਕਸਾਨ ਕਰਨਾ ਜਾਂ ਗੱਡੀਆਂ ਦਾ ਅਦਲਾ ਬਦਲੀ ਕਰਨੀਆਂ, ਕੋਈ ਮਤਲਬ ਗੱਡੀ ਭੰਨ ਲੈਣੀ, ਵੇਚ ਲੈਣੀ, ਹੋਰ ਲੈ ਲੈਣੀ ਨਵੀਂ। ਇਹ ਅਟੇ ਸਟੇ ਕਰਨ 'ਚ ਉਹਨੇ ਆਪਦੇ ਪੈਸੇ ਬਰਬਾਦ ਕੀਤੇ ਆ। ਇੱਕ ਵਾਰ ਉਹਨੇ ਵੋਟਾਂ ਤੋਂ ਥੋੜ੍ਹੇ ਚਿਰ ਬਾਅਦ ਦੀ ਘਟਨਾ, ਉਹਨੇ ਬਿਜਲੀ ਦੇ ਟਰਾਂਸਫਾਰਮਰ ਦੇ ਵਾਲੇ ਖੰਭੇ ਦੇ ਵਿੱਚ ਗੱਡੀ ਆਪਦੀ ਸਿੱਧੀ ਵਿੱਚ ਮਾਰੀ ਸੀ। ਨਾਲੇ ਤਾਂ ਉਹਨੇ ਗੱਡੀ ਭੰਨ ਲਈ ਆਪਦੀ, ਨਾਲੇ ਉਹ ਬਿਜਲੀ ਬੋਰਡ ਦਾ ਨੁਕਸਾਨ ਕੀਤਾ। ਉਹਦੇ ਤੇ ਵੀ ਉਹਦਾ ਕਾਫੀ ਪੈਸਾ ਲੱਗਿਆ ਸੀ, ਸਾਨੂੰ ਇਸ ਗੱਲ ਦੀ ਵੀ ਪਤਾ ਹੈ। ਜਿਵੇਂ ਤੁਹਾਨੂੰ ਰੋਕਣਾ ਚਾਹਾਂ ਗੱਲ, ਉਹਨੇ ਕਹੀ ਹੈ ਵੀ ਮੇਰੀ 6 ਕਨਾਲ ਜ਼ਮੀਨ ਵੇਚੀ ਸੀ, ਕਹਿੰਦਾ ਜਿਸ ਟਾਈਮ ਚੋਣ ਸੀ ਪਹਿਲੀ ਵਾਰ ਭਗਵੰਤ ਮਾਨ ਦੀ, ਕਹਿੰਦਾ ਉਦੋਂ ਕਹੀ ਜਾ ਰਿਹਾ ਸੀ ਵੀ ਗਰੀਬ ਪਾਰਟੀ ਹੈ, ਵੀ ਇਸ ਕਰਕੇ ਕਹਿੰਦਾ ਮੈਂ ਚੋਣ ਪ੍ਰਚਾਰ ਵਾਸਤੇ ਕਹਿੰਦਾ ਮੇਰੀ ਗੱਡੀ ਜਾਂਦੀ ਹੁੰਦੀ ਸੀ, ਕਹਿੰਦਾ 35-35 ਪਿੰਡ ਖੜਦਾ ਹੁੰਦਾ ਸੀ, ਕਹਿੰਦਾ ਮੈਂ ਵੀ ਭਗਵੰਤ ਮਾਨ ਵੀ ਮੇਰੀ ਗੱਡੀ ਦੇ ਉੱਪਰ ਬਹਿ ਕੇ ਜਿਹੜਾ ਪ੍ਰਚਾਰ ਕਰਦੇ ਹੁੰਦੇ ਸੀ। ਇਹ ਕਹਿਣਾ ਉਸਦਾ ਬਿਲਕੁਲ ਝੂਠ ਹੈ ਜੀ। ਕੋਈ ਉਸ ਟਾਈਮ ਦੀ ਕੋਈ ਵੀਡੀਓ ਕੋਈ ਫੋਟੋ ਹੋਵੇ ਉਹਦੇ ਕੋਲੇ ਵੀ ਮੈਂ ਭਗਵੰਤ ਮਾਨ ਨਾਲ ਗੱਡੀ ਲਾਈ ਹੋਈ ਸੀ, ਇੱਕ ਵੀ ਪ੍ਰੂਫ ਦੇ ਦੇਵੇ ਉਹ। ਦੂਜੀ ਗੱਲ, ਜਿਹੜੇ 35-40 ਪਿੰਡ ਕਹਿੰਦਾ ਸਿਰਫ ਸਾਡੇ ਸ਼ੇਰਪੁਰ ਬਲਾਕ ਦੇ 21 ਪਿੰਡਾਂ ਦਾ ਸਾਡਾ ਦਫ਼ਤਰ ਸੀ। 21 ਪਿੰਡਾਂ ਦੇ ਵਿੱਚ ਵੰਡ ਕੇ ਪਿੰਡ ਦਿੱਤੇ ਹੋਏ ਸੀ ਵੀ 10 ਪਿੰਡ 11 ਇੱਕ ਦਿਨ ਕੱਢਣੇ ਨੇ, 10-11 ਇੱਕ ਦਿਨ ਕੱਢਣੇ ਨੇ। ਆਰਾਮ ਨਾਲ ਤੁਸੀਂ ਚੱਲਣਾ, ਗੱਡੀ ਨੂੰ ਸਲੋ ਸਪੀਡ ਤੇ ਰੱਖ ਕੇ ਪ੍ਰਚਾਰ। ਦੇਖੋ ਇਹ ਤਾਂ ਹੈ ਨਹੀਂਗਾ ਵੀ ਮਤਲਬ ਸਾਰਾ ਦਿਨ ਗੱਡੀ ਨੂੰ ਜਹਾਜ਼ ਵਾਂਗੂ ਭਜਾਈ ਫਿਰਦਾ ਹੋਊਗਾ, ਉਹ ਤਾਂ ਕੋਈ ਪ੍ਰਚਾਰ ਵੀ ਨਹੀਂ ਹੁੰਦਾ। ਭਗਵੰਤ ਮਾਨ ਨਾਲ ਕਦੇ ਵੀ ਇੱਕ ਦਿਨ ਵੀ ਨਹੀਂ ਸੀ। ਜਿਸ ਦਿਨ ਸਾਡੇ ਏਰੀਏ 'ਚ ਕੋਈ ਹੁੰਦਾ ਸੀ ਤਾਂ ਉਸ ਦਿਨ ਜ਼ਰੂਰ ਅਸੀਂ ਨਾਲ ਜਾਂਦੇ ਸੀਗੇ ਆਪਦੇ ਪਿੰਡਾਂ 'ਚ। 21 ਪਿੰਡਾਂ ਦਾ ਸਾਡਾ ਦਫ਼ਤਰ ਸੀ, 21 ਪਿੰਡਾਂ ਦੇ ਵਿੱਚ ਹੀ ਸਾਡੀ ਡਿਊਟੀ ਸੀਗੀ ਇਸ ਗੱਡੀ ਦੀ। ਉਹ ਵੀ ਵੰਡ ਕੇ ਅੱਧੇ ਪਿੰਡ ਇੱਕ ਦਿਨ, ਅੱਧੇ ਪਿੰਡ ਇੱਕ ਦਿਨ। ਕਮਲ ਜੀ, ਤੁਹਾਨੂੰ ਪੁੱਛਣਾ ਚਾਹੂੰਗਾ, ਤੁਹਾਡਾ ਪਿੰਡ ਵੀ ਇੰਨਾ ਬਾਜਵਾ ਹੈ, ਉਹਦਾ ਇਹ ਕਹਿਣਾ ਹੈ ਵੀ ਮੈਂ ਆਪਦੇ ਆਪ ਖੁਦ ਗੱਡੀ ਲਾਈ ਸੀ, ਕਹਿੰਦਾ ਵੀ ਪਾਰਟੀ ਵੀ ਮੈਨੂੰ ਜੋਸ਼ ਸੀ ਉਸ ਟਾਈਮ, ਕਹਿੰਦਾ ਵੀ ਪਾਰਟੀ ਵਾਸਤੇ। ਕੀ ਲੱਗਦਾ ਵੀ ਉਸਨੇ ਆਪ ਗੱਡੀ ਲਾਈ ਸੀ, ਕਿਹਨੇ ਲਵਾਈ ਸੀ ਗੱਡੀ? ਬਈ ਮੇਰੇ ਘਰੇ ਦਫ਼ਤਰ ਹੁੰਦਾ ਸੀ ਆਪਦੇ ਘਰੇ, ਉਹ ਮੇਰੇ ਕੋਲੇ ਆਇਆ, ਕਹਿੰਦਾ ਵੀ ਮੈਂ ਗੱਡੀ ਲਾਉਣੀ ਆ। ਮੈਂ ਬਾਈ ਜੀ ਨੂੰ ਫੋਨ ਕਰਿਆ ਪਰਮ ਨੂੰ ਵੀ ਵੀਰੇ ਮੈਂ ਧੱਕੇ ਨਾਲ ਗੱਡੀ ਲਾਉਂਗਾ, ਜੇ ਤੁਸੀਂ ਉਂਗਲੋਂ ਉਂਗਲਾਂ ਨਹੀਂ, ਮੈਂ ਧੱਕੇ ਨਾਲ ਗੱਡੀ ਲਾਉਂਗੀ। ਬੰਦਾ ਗਰੀਬ ਹੈ। ਮੈਂ ਉਹਦੀ ਹਾਲਤ ਦੇਖ ਲਈ ਸੀ, ਮੈਂ ਤਾਂ ਉਹਦੀ ਗੱਡੀ ਲਾਈ ਵੀ ਚੱਲ ਇਹਨੂੰ ਜਿਹੜੇ 15 ਦਿਨ ਲਾਏ, ਇਹਨੂੰ 20-25 ਹਜ਼ਾਰ ਰੁਪਇਆ ਬਣ ਜੂਏ, ਵੱਧ ਲਾਇਕ ਵੀ ਆਪਣਾ ਚੱਲੂਗਾ ਕਿਰਾਇਆ, ਹੈ ਨਾ, ਉਹਨਾਂ ਆਪਾਂ ਦੇਣਾ ਹੀ ਆ, ਕਿਹੜਾ ਆਪਾਂ ਦਫ਼ਤਰ ਵੱਲੋਂ ਚੱਲੂਗਾ। ਉਹ ਕਹਿੰਦਾ ਵੀ ਮੈਂ 18,000 ਦੀ ਰੋਟੀ ਖਵਾਉਂਦਾ ਸੀ, ਹੈ ਨਾ, ਉਹਨੇ ਵੀਡੀਓ 'ਚ ਬੋਲਿਆ ਉਹ। ਜੇ ਉਹ 18,000 7.5 ਲੱਖ ਲਾਇਆ, ਮੈਨੂੰ ਪ੍ਰੂਫ ਕਰ ਦੇ, ਮੈਂ 7.5 ਲੱਖ ਦੇਣ ਨੂੰ ਤਿਆਰ ਹਾਂ ਉਹਨੂੰ। ਕਿੱਥੇ ਮਰਜ਼ੀ 7 ਚ ਆ ਕੇ ਮੇਰੇ ਤੋਂ 7.5 ਲੱਖ ਰੁਪਇਆ ਫੜ ਲਿਆ, 7.5 ਲੱਖ ਦਾ ਲੱਗਿਆ ਹੋਇਆ। ਜੇ ਉਹਦੇ ਕੋਲੇ 7.5 ਲੱਖ ਦਾ ਪ੍ਰੂਫ ਆ, ਮੇਰੇ ਕੋਲੇ 2 ਟਰੈਕਟਰ ਖੜੇ ਆ, ਮੈਂ ਉਹਨਾਂ 7,000 ਤੇਲ ਪਾ ਦੇਣਾ। ਹੁਣ ਪਾ ਦੇਣਾ 2 ਟਰੈਕਟਰ 7,000 ਤੇਲ ਫੂਕ ਕੇ ਦਿਖਾਵੇ, ਕੋਈ ਮਰਜ਼ੀ ਮਾਈ ਦਾ ਨਾਲ ਬਹਿ ਲੈ, ਕਿੰਨਾ ਮਰਜ਼ੀ ਵੱਢ ਲੈ ਟਰੈਕਟਰ ਨੂੰ। ਉਹ ਰੂਟਾ ਵੀ ਟਰੈਕਟਰ ਚੱਲਦਾ, ਆਪਾਂ ਕਹਿੰਦਾ 3500 ਦਾ ਤੇਲ ਖਾਦਾ, ਉਹਦਾ ਗੱਡੀ ਸੀ। ਉਹ ਕਹਿੰਦਾ ਮੈਂ 7,000 ਤੇਲ ਫੂਕਦਾ ਸੀ। ਯਾਰ ਤੇਲ ਤਾਂ ਅਸੀਂ ਪਾਉਂਦੇ ਹੁੰਦੇ ਦਫ਼ਤਰ 'ਚ ਉਦੋਂ, ਆਉਣੇ ਸਾਹਮਣੇ ਪਣਪਾ, ਉਹ ਤੋਂ ਅਸੀਂ ਪਰਚੀ ਲੈਂਦੇ ਤਾਂ ਅਸੀਂ ਤੇਲ ਪਾਉਂਦੇ। ਅਸੀਂ ਆਪਦੀ ਗੱਡੀ ਦੇ ਵਿੱਚ ਕਿਤੇ ਤੇਲ ਨਹੀਂ ਖਾਦੀ, ਪਰਮ ਬਾਈ ਬੈਠਾ ਕਹਿੰਦੇ ਅਸੀਂ ਆਪਦੀ ਗੱਡੀ 'ਚ ਤੇਲ ਨਹੀਂ ਪਾਈ, ਉਹਨਾਂ 'ਤੇ ਤੇਲ ਪਾਉਂਦੀ। ਕਿਹਨੇ ਸਾਡੀਆਂ ਗੱਡੀਆਂ ਕੰਮ ਕਰਦੀਆਂ ਜੀ, ਪਰ ਸ਼ਰੇਆਮ ਝੂਠ ਆ। 2 ਵਾਰੀ ਚੋਰੀ 'ਚ ਫੜਿਆ ਗਿਆ। ਇੱਕ ਸਾਡੇ ਮਰ ਗਿਆ ਬੰਦਾ, ਫੰਬੀ ਸੀ ਉਹਦਾ ਨਾਂ, ਸਰਪੰਚ ਦਾ ਭਾਈ ਵੀ ਸੀ ਸਾਡਾ, ਕਿਹੜਾ ਮੌਜੂਦਾ ਸਰਪੰਚ ਆ, ਉਹਦੇ ਨਾਲ ਚੱਕ ਕੇ ਹਲ ਵੇਚੇ, ਉਦੋਂ ਉਹ ਫੜਿਆ ਗਿਆ। ਉਹ ਉਦੋਂ ਬਾਅਦ ਉਹਨੇ ਸਕੂਟਰੀ ਚੱਕੀ ਸ਼ੇਰਪੁਰੋਂ TVS ਵਾਲਿਆਂ ਦੀ, ਉਹ 'ਚ ਫੜਿਆ ਗਿਆ। ਉਹ ਸਕੂਟਰੀ ਮੈਂ ਫੜਾਈ, ਮੜਵਾਈ, ਉਹਨਾਂ ਦੀ ਬੰਦੇ ਮੇਰੇ ਕੋਲੇ ਖੜੇ ਤਾਂ ਉਹ ਫੜ ਕੇ ਲੈ ਕੇ ਗਏ। ਚਲੋ ਚੋਰ ਬੰਦਾ ਨਹੀਂ ਸੀ, ਉਹਨੂੰ ਕਿਵੇਂ ਮੂਹਰੇ ਕਰ ਦਿੰਦੇ।
ਇੱਕ ਸਾਡਾ ਕਿਰਾਏ ਤੇ ਬੰਦਾ ਰੱਖਿਆ, ਉਹਨੂੰ ਅਸੀਂ ਮੂਹਰੇ ਨਹੀਂ ਕਰ ਸਕਦੇ ਜੀ ਚੋਰ ਬੰਦੇ ਨੂੰ। ਅਸੀਂ ਅੱਜ ਤੱਕ ਸਾਨੂੰ ਮੇਰੇ ਤੇ ਕੋਈ ਵੀ ਪਿੰਡ ਦਾ ਦਾਗ ਲਾ ਦੇ ਵੀ ਹਾਂ ਕਾਮਲੀ 5 ਰੁਪਏ ਕਿਸੇ ਦੇ ਖਾ ਗਿਆ, ਮੈਂ ਜਦ ਉਹਦੇ ਮੂੰਹ ਵਿਆਹ ਸੁਣੇ ਦਊਂਗਾ ਪੈਸੇ। ਇਹ ਜਿਹੜੀ ਜ਼ਮੀਨ ਦਾ ਮਸਲਾ ਆਉਂਦਾ, ਕਹਿੰਦਾ ਮੈਂ 6 ਕਨਾਲ ਵੇਚੀ ਉਸ ਟਾਈਮ, ਉਸ ਤੋਂ ਬਾਅਦ ਵੀ ਕਹਿੰਦਾ ਮੇਰੀ ਜ਼ਮੀਨ ਵਿਕੀ। ਇਹ 6 ਕਨਾਲਾਂ ਦਾ ਕੀ ਮਸਲਾ ਹੈ? ਕਿ ਉਹਨੂੰ ਇਹ ਵੀ ਦੱਸ ਦੇਣਾ, ਮੈਂ ਮੇਰੇ ਕੋਲੇ 12-13 ਕਿੱਲਿਆਂ ਦੀ ਖੇਤੀ ਆ, ਮੇਰੇ ਕੋਲੇ 15 ਸਾਲਾਂ ਦਾ ਇੱਕ ਟਰੈਕਟਰ ਹੈ, ਉਹਦੇ ਕੋਲੇ ਖੇਤੀ ਦੀ 4 ਕਿੱਲਿਆਂ ਦੀ। ਉਹਨੇ ਪਹਿਲਾਂ ਹੌਲੈਂਡ ਟਰੈਕਟਰ ਕਢਾਇਆ ਜਮਾ ਨਾ 9 ਲੱਖ ਦਾ, ਪਤਾ ਨਹੀਂ 7 ਲੱਖ ਦਾ, ਉਹਨੇ ਵੇਚਿਆ ਟਾਇਰ ਲਾ ਕੇ 3 ਲੱਖ ਦਾ, ਠੀਕ ਹੈ। ਉਹਨੇ ਉਦੋਂ ਬਾਅਦ ਗੱਡੀ ਭੰਨੀ ਖੰਭੇ 'ਚ ਮਾਰ ਕੇ, ਉਹ ਗੱਡੀ ਲਿਆਂਦੀ 4.5 ਲੱਖ ਦੀ, ਉਹ ਗੱਡੀ ਵੇਚੀ ਉਹਨੇ 1.5 ਲੱਖ ਦੀ। ਸੁਣ ਲਓ ਮੇਰੀ ਗੱਲ। ਉਦੋਂ ਬਾਅਦ ਉਹਨੇ ਸਕਾਰਪੀਓ ਗੱਡੀ ਦੀ ਕਿਹੜੀ ਗੱਲ ਕਰਦਾ, ਇਹ ਵੀ ਉਹਨੂੰ 5-6 ਲੱਖ ਦੀ ਪਈ ਹੋਈ ਸੀ, ਉਹ ਵੀ ਉਹਨੇ 2 ਲੱਖ ਦੀ ਵੇਚੀ। ਜਦ ਛੜੇ ਆਪ ਕਰਦਾ, ਉਹ ਪਾਰਟੀ ਦਾ ਕੀ ਕੰਮ? ਇੱਕ ਤਾਂ ਬੰਦੇ ਨੂੰ ਅਥਵਾ ਵਿਚਾਰ ਦਿੰਦੇ ਆ, ਇੱਕੋ ਬੰਦਾ ਝੂਠ ਬੋਲਦਾ, ਉਹ ਬਦਨਾਮ ਕਰਦਾ ਪਿੰਡ 'ਚ। ਮੈਂ ਕਹਿੰਦਾ ਵੀ ਉਹਦਾ ਪਾਰਟੀ ਦੇ ਵਿੱਚ ਕੋਈ ਹੱਕ ਹੀ ਨਹੀਂ ਯਾਰ। ਉਹਦੀ ਗੱਡੀ ਕਿਰਾਏ ਤੇ ਲੈਂਦੀ, ਕਿਰਾਇਆ ਲੈਂਦਾ ਸੀ ਆਪਦਾ, ਕਿਰਾਇਆ ਕੰਮ ਕਰਦਾ ਸੀ ਉਹ। ਹੁਣ ਵੀ ਉਹ ਭੁੱਖਾ ਮਰਦਾ, ਚੋਰੀਆਂ ਕਰਦਾ, ਲੁੱਟਾਂ ਕਰਦਾ, ਉਹਦੇ ਕੋਲੇ ਕੁਛ ਨਹੀਂ। ਕਿਤੇ ਨਾ ਕਿਤੇ ਫਿਰ ਇਹ ਜਿਹੜੇ ਉਸ ਵੱਲੋਂ ਕਿਹਾ ਗਿਆ ਕਿ ਸਾਰੀ ਝੂਠ ਹੈ, ਜਿਹੜਾ ਜਿੰਨੀ ਵੀ ਟੋਟਲ ਗੱਲ ਕਹੀ ਜਮਾ ਝੂਠ ਆ ਵੀਰੇ। ਇੱਕ ਚੀਜ਼ ਦਾ ਪ੍ਰੂਫ ਦੇ ਦੇ, ਮੈਂ ਸਾਰੇ ਪੈਸੇ ਦਊਂਗਾ। ਮੈਂ ਆਪ ਕਹਿਣਾ ਯਾਰ, ਮੈਂ ਆਪਦੀ ਪੂਰੀ ਜਿੰਦ ਵੇਚ ਕੇ ਦਵਾਂ, ਮੈਂ ਪੈਸੇ ਦਊਂ। ਗੱਡੀ ਤੁਹਾਡੇ ਵੱਲੋਂ ਲਵਾਈ ਗਈ ਸੀ? ਹਾਂ, ਮੇਰੇ ਵੱਲੋਂ ਲਵਾਈ ਗਈ ਸੀ। ਮੈਂ ਬਾਈ ਨੂੰ ਫੋਨ ਕਰਿਆ, ਪਰ ਮੁੜੀ ਮੈਂ ਗੱਡੀ ਲਾਉਣੀ ਹੈ, ਬਾਈ ਕਹਿੰਦਾ ਲਾ ਲਾ ਕੋਈ ਨਾ। ਉਹ ਕਹਿੰਦਾ ਮੇਰੇ 'ਚ ਜੋਸ਼ ਹੀ ਬੜਾ ਸੀ ਪਾਰਟੀ ਪ੍ਰਤੀ, ਵੀ ਮੈਂ ਪਾਰਟੀ ਪ੍ਰਤੀ ਕੰਮ ਕਰਨਾ। ਕੀ ਲੱਗਦਾ ਹੈ ਕੁਛ? ਆਪਾਂ 4 ਬੰਦੇ ਇਕੱਠੇ ਹੋ ਗਏ, ਆਪਾਂ 4 ਬੰਦੇ ਬੈਠੇ ਇੱਥੇ, ਆਪਾਂ ਹੱਥੇ ਖੇਡੇ ਆ, ਉਦੋਂ ਬੰਦੇ ਜੋਸ਼ ਆਟੋਮੈਟਿਕ ਹੀ ਆ ਜਾਂਦਾ। ਜਦੋਂ ਆਪਾਂ 4 ਬੰਦੇ ਗੱਲਾਂ ਕਰਦੇ ਆ, ਹਰ ਇੱਕ ਬੰਦੇ ਜੋਸ਼ ਹੁੰਦਾ ਵੀ ਆਪਾਂ ਜੇ ਨਵਾਂ ਬੰਦੇ ਨੂੰ ਜਿਤਾਈਏ, ਹਨਾ। ਪਰ ਮੈਂ ਕਹਿੰਦਾ ਜੋਸ਼ ਤੇ ਠੀਕ ਆ, ਵੈਰੀ ਗੁੱਡ ਆ, ਪਰ ਜੋਸ਼ ਉਹ ਹੁੰਦਾ ਕਿਹੜਾ ਪਾਰਟੀ ਨੂੰ ਬਦਨਾਮ ਨਾ ਕਰੇ। ਮੈਂ ਕਹਿੰਦਾ ਮੈਂ ਪਾਰਟੀ ਦੇ ਮਾਗ ਹਟਿਆ, ਹੁਣ ਵੀ ਹਟਿਆ ਹੋਇਆ, ਪਰ ਮੈਂ ਕਹਿੰਦਾ ਵੀ ਨਾ, ਨਵੇਂ ਬੰਦੇ ਆਉਂਦੇ ਨੇ, ਉਹਨਾਂ ਨੂੰ ਅਹੁਦੇ ਮਿਲਣੇ ਚਾਹੀਦੇ ਨੇ। ਸਾਡੇ ਕੋਲੇ ਕਿਸੇ ਬੰਦੇ ਕੋਲੇ ਅਹੁਦਾ ਨਹੀਂ, ਉਹ ਵੀ ਅਹੁਦੇ ਕਹਿੰਦੇ ਨਿੱਕੇ ਨਿੱਕੇ ਅਹੁਦੇ, ਅਸੀਂ ਉਹਦੇ ਛੱਡੇ ਨੇ, ਅਹੁਦੇ ਪਿੱਛੇ ਨਹੀਂ ਕੋਈ ਫਿਰਦਾ ਹੁੰਦਾ। ਅਸੀਂ ਤਾਂ ਕਹਿੰਦੇ ਵੀ ਇੱਥੇ ਤੂੰ ਬਦਲੇ ਯਾਰ ਕੁਛ, ਹਨਾ, ਸਾਡੇ ਜਵਾਕ ਪੜ੍ਹਨ, ਸਾਡੇ ਜਵਾਕ ਵਧੀਆ ਕੰਮਾਂ ਤੇ ਲੱਗਣ। ਪਰ ਯਾਰ ਇਹੋ ਜਿਹੇ ਬੰਦੇ ਕਦੋਂ ਵਿੱਚ ਵੜਦੇ ਨੇ, ਇਹ ਬੰਦੇ ਖਰਾਬ ਕਰ ਦਿੰਦੇ ਆ। ਇਹ ਪਿੰਡ ਦੀ ਬਦਨਾਮੀ ਵੀ ਆ ਵੀਰੇ। ਸਾਡੇ ਭਗਵੰਤ ਮਾਨ ਨੇ ਜੇ ਕੰਮ ਕਰਿਆ ਤਾਂ ਸਭ ਐਮਪੀਆਂ ਤੋਂ ਵੱਧ ਕਰਿਆ ਮੇਰੇ ਪਿੰਡ 'ਚ। ਮੇਰੇ ਪਿੰਡ ਦੇ ਵਿੱਚ 4 ਤਾਂ ਕਮਰੇ ਪੈ ਚੁੱਕੇ ਨੇ। ਉਹ ਕਹਿੰਦਾ ਭਗਵੰਤ ਮਾਨ ਨੇ ਕੁਝ ਕਰਿਆ, ਉਹ ਵੀ ਸੁਣਿਆ ਗੱਲ ਉਹਦੀ। ਸਭ ਕੁਝ ਤੋਂ ਵੱਧ ਸਾਡੇ ਭਗਵੰਤ ਮਾਨ ਨੇ, ਮੈਂ ਸਭ ਤੋਂ ਵੱਧ ਪੈਸਾ ਲਿਆ। ਮੇਰਾ ਸਵਾਲ ਕੀਤਾ ਸੀ ਮੈਂ ਉਹਨੂੰ ਵੀ ਤੁਹਾਡੇ ਪਿੰਡ ਭਗਵੰਤ ਮਾਨ ਲਗਾਤਾਰ ਆਉਂਦਾ ਰਿਹਾ ਤੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦਾ ਜੀ ਮੈਨੂੰ ਪਾਰਟੀ ਵਾਲਿਆਂ ਨੇ ਨਹੀਂ ਮਿਲਣ ਦਿੱਤਾ ਕੁਛ ਹੈ। ਸੁਣੋ ਮੇਰੀ ਗੱਲ, ਜੇ ਇੱਕ ਬੰਦਾ ਨਸ਼ੇ ਨਾਲ ਰੱਜਿਆ ਪਿਆ, ਅਸੀਂ ਉਹਨੂੰ ਭਗਵੰਤ ਮਾਨ ਦੇ ਕਿਵੇਂ ਮੂਹਰੇ ਕਰ ਦਈਏ? ਕੋਈ ਭਗਵੰਤ ਮਾਨ ਨੂੰ ਕੋਈ 19 ਨਿੱਕੀ ਉਹ ਜ਼ਿੰਮੇਵਾਰੀ ਤਾਂ ਸਾਡੀ ਬਣਦੀ ਆ। ਇਹ ਕਹਿੰਦਾ ਭਗਵੰਤ ਮਾਨ ਦੇ ਕੇ ਕੀ ਗਿਆ? ਅਸੀਂ ਭਗਵੰਤ ਮਾਨ ਨੂੰ ਖੁਦ ਫੋਨ ਕਰਿਆ, ਮੈਂ ਕਿਹਾ ਬਾਈ ਵੀ ਸਾਡੇ ਪਿੰਡ ਖੇਡਾਂ ਤੇ ਫੇਰ ਆਈ, ਜੇ ਤੁਹਾਨੂੰ 20,000 ਰੁਪਏ ਨਗਦ ਦੇ ਕੇ ਜਾਵੇਗਾ। ਪਹਿਲਾਂ ਉਹ ਸਟੇਜ ਤੇ ਫੇਰ ਚੜੇ ਤਾਂ ਉਹਨੇ ਮੈਨੂੰ ਪਹਿਲਾਂ 20,000 ਰੁਪਏ ਦਿੱਤਾ ਸੀ। ਇਹ ਕਹਿੰਦਾ ਦਿੱਤਾ ਨਹੀਂ ਕੁਛ। ਮੇਰੇ ਪਿੰਡ ਨੂੰ ਪੁੱਛ ਲਓ ਵੀ ਜਿਹੜੀ ਭਗਵੰਤ ਮਾਨ ਦੀ ਨਹੀਂ ਗ੍ਰਾਂਟ ਲੱਗੀ, ਉਹ ਕਹਿੰਦਾ ਗ੍ਰਾਂਟ ਨਹੀਂ ਲੱਗੀ, ਸਭ ਕੁਝ ਲੱਗਿਆ ਵੀਰੇ, ਸਾਰੇ ਕੰਮ ਹੋਏ ਨੇ, ਹੁਣ ਵੀ ਗ੍ਰਾਂਟ ਚੱਲਦੀ ਆ, ਹੁਣ ਵੀ ਕਮਰੇ ਪੈ ਰਹੇ ਨੇ 2, ਸਭ ਕੁਝ ਆਇਆ, ਓਕੇ ਆ। ਇਹ ਬੰਦੇ ਝੂਠ, ਇਹਨਾਂ ਨੂੰ ਬੁਲਵਾਇਆ ਜਾਂਦਾ। ਕਿਹੜੇ ਬੰਦੇ ਮੇਰੇ ਤੇ ਲੱਗਦੇ ਆ ਨਾ, ਮੇਰੇ ਵਿਰੁੱਧ ਨੇ ਪਿੰਡ 'ਚ, ਉਹ ਇਹ ਤੋਂ ਬੁਲਵਾਉਂਦੇ ਆ। ਉਹਨਾਂ ਵੀ ਮੈਨੂੰ ਪਤਾ ਵੀ ਕਿਹੜੇ ਉਹਨਾਂ ਮੈਨੂੰ ਸਾਰੇ ਦਾ ਟੋਟਲ ਪਤਾ ਹੈ, ਕਿਹੜੇ ਸਾਡੇ ਪਿੰਡ ਦਾ ਵਿਕਾਸ ਰੋਕਦੇ ਆ, ਸਾਡੇ ਪਿੰਡ ਨੂੰ ਰੋਕਦੇ, ਉਹ ਇਹਨੂੰ ਚੱਕਦੇ ਆ। ਮੈਨੂੰ ਸਾਰੇ ਕੱਲੇ ਬੰਦੇ ਦਾ ਪਤਾ, ਮੈਨੂੰ ਐ ਨਹੀਂ ਹੈਗਾ। ਮੇਰੇ ਪਿੰਡ ਨੂੰ ਵੀ ਪਤਾ ਹੈ। ਮੇਰੇ ਪਿੰਡ ਦੇ ਵਿੱਚੋਂ ਰਾਤ ਮੈਨੂੰ 20 ਫੋਨ ਆ ਗਏ, ਕਹਿੰਦੇ ਕਾਮਲੀ ਤੂੰ ਕਰੀ ਕੀ ਜਾਂਦਾ, ਤੂੰ ਬੋਲਦਾ ਕਿਉਂ ਨਹੀਂ? ਮੈਂ ਕੋਈ ਨਾ ਬਾਈ, ਆਪਾਂ ਸੱਚਿਆਂ ਦਾ ਸੱਚੇ ਹੀ ਆ। ਮੈਂ ਗੱਲ ਕਹਿਣਾ ਚਾਹੂੰਗਾ ਵੀ ਕੌਣ ਬੰਦੇ ਨੇ ਵੀ ਇਹ ਕੋਈ ਹੋਰ ਪਾਰਟੀ ਵਾਲੇ ਜਿਹੜੇ ਕੁਝ ਕਰ ਰਹੇ ਨੇ? ਵੀਰੇ ਉਹ ਕੋਈ ਪਾਰਟੀ ਦਾ ਨਹੀਂ, ਉਹ ਕਿਹੜੇ ਆਪਾਂ ਕਹਿੰਦੇ ਵੀ ਖਾਮਖਾ ਕੰਮ ਖੜਾਉਣ ਵਾਲੇ ਬੰਦੇ ਨੇ ਬਸ ਪਿੰਡ ਦਾ। ਸਾਡੇ ਨਾਲ ਹੋਰ ਵੀ ਪਾਰਟੀ ਨੇ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਮਨਦੀਪ ਆ। ਰਮਨਦੀਪ ਜੀ, ਕੀ ਗੱਲ ਹੈ? ਤੁਸੀਂ ਜਾਣਦੇ ਇਸ ਬੰਦੇ ਨੂੰ ਜਿਹੜਾ ਕੋਈ ਕਦੇ ਦੇਖਿਆ ਹੋਵੇ ਪਾਰਟੀ ਦੇ ਵਿੱਚ? ਕਹਿੰਦਾ ਵੀ ਆਮ ਆਦਮੀ ਪਾਰਟੀ ਨਾਲ ਸਰਗਰਮ ਰਿਹਾ ਕਾਫੀ ਟਾਈਮ ਤੋਂ। ਕਿੰਨੇ ਟਾਈਮ ਤੋਂ ਤੁਸੀਂ ਜੁੜੇ ਹੋਏ ਹੋ? ਮੈਂ 2014 ਤੋਂ ਆ ਤੇ ਆਮ ਆਦਮੀ ਪਾਰਟੀ ਨੇ ਹੁਣ ਮੈਨੂੰ ਬਲਾਕ ਪ੍ਰਧਾਨ ਲਾਇਆ 21 ਪਿੰਡਾਂ ਦਾ ਇਹਨਾਂ ਦਾ। ਤੇ ਉਹ ਕਹਿੰਦਾ ਵੀ ਭਗਵੰਤ ਮਾਨ ਦਾ ਪੀਏ ਫੋਨ ਨਹੀਂ ਚੱਕਦਾ, ਆਪਾਂ ਹੁਣ ਫੋਨ ਲਾਉਣੇ, ਜਿਹੜੇ ਤੋਂ ਮਰਜ਼ੀ ਲਾਓ, ਉਹ ਹੁਣੀ ਫੋਨ ਚੱਕੋ, ਲਾਈਵ ਚੱਲਦਾ, ਕਮਲੀ ਬਾਬਾ ਫੋਨ ਲਾਓ, ਉਹਦਾ ਫੋਨ ਨਹੀਂ ਚੱਕਦਾ। ਉਹ ਨਸ਼ੇੜੀ ਬੰਦਾ ਯਾਰ, ਸਾਰੀ ਪਾਰਟੀ ਦੇ ਸੱਤਿਆ ਨਾਲ ਇੰਨੇ ਬੰਦੇ ਆ, ਸਾਰੇ ਪੁਰਾਣੇ ਨੇ, ਇਹ ਮੈਥੋਂ ਹੀ ਪੁਰਾਣੇ। ਮੈਂ ਇਹਨਾਂ ਤੋਂ 14 'ਚ ਆਇਆ, ਇਹ ਉਦੋਂ ਹੀ ਪੁਰਾਣੇ ਨੇ, ਮੈਥੋਂ ਵੱਡੀ ਉਮਰ ਦੇ ਨੇ। ਚੱਲ ਮੈਂ ਇਹਨਾਂ ਦੀ ਇੱਜ਼ਤ ਕਰਦਾ, ਪਰ ਇਹਨਾਂ ਨੇ ਪਾਰਟੀ ਲਈ ਸਭ ਕੁਝ ਕੀਤਾ। ਉਹ ਨਸ਼ੇੜੀ ਬੰਦਾ ਯਾਰ, 5 'ਚ ਨਹੀਂ 50 'ਚ ਨਹੀਂ, ਇੰਨੇ ਭਲੇ ਮਾਨਸ ਬੰਦੇ ਦੀ ਇਕੱਲੇ ਬਾਜਵੇਂ 'ਚ ਦੀ ਇੰਨੀ ਇੱਜ਼ਤ ਨਹੀਂ ਕਿ ਸਾਰੇ ਇਲਾਕੇ 'ਚ ਇੱਜ਼ਤ ਆ। ਉਹਨੇ ਸੱਤਿਆਨਾਸ਼ ਕਰਤੀ ਖਾ ਕੇ ਨਸ਼ੇ। ਉਹ ਬੰਦਾ ਇਹਦੀ ਬੇਇੱਜ਼ਤੀ ਕਰੀ ਜਾਂਦਾ। ਉਹ ਕੋਈ ਪਾਰਟੀ ਦਾ ਮੈਂਬਰ ਨਹੀਂ, ਕੁਛ ਨਹੀਂ, ਨਸ਼ੇੜੀ ਬੰਦਾ। ਉਸ ਨੂੰ ਮੈਂ ਸਵਾਲ ਕੀਤਾ ਸੀ ਵੀ ਤੂੰ ਪਾਰਟੀ ਦੇ ਵਿੱਚ ਕਹਿ ਰਿਹਾ ਵੀ ਤੇਰੇ ਲਈ ਮੈਂਬਰਸ਼ਿਪ ਤਾਂ ਹੋਣੀ, ਕਿਉਂਕਿ ਕਿਸੇ ਦੇ ਪਾਰਟੀ ਦੇ ਵਿੱਚ ਆਪਾਂ ਜਾਈਏ ਤਾਂ ਆਪਾਂ ਨੂੰ ਇੱਕ ਮੈਂਬਰਸ਼ਿਪ ਮਿਲਦੀ ਹੈ ਵੀ ਆਪਾਂ ਪਾਰਟੀ ਜੁਆਇਨ ਕੀਤੀ ਹੈ, ਤੇ ਕਿਸੇ ਦੀ ਇੱਕ ਪਰਚੀ ਕੱਟਦੀ ਹੈ ਆਪਣੀ। ਪਰ ਉਸ ਬੰਦੇ ਨੇ ਉਹ ਵੀ ਕਹਿੰਦਾ ਨਹੀਂ ਜੀ, ਮੈਂ ਤਾਂ ਇੱਕ ਵੀ ਜਾਣੀ ਕਿ ਸਰਗਰਮ ਸੀ ਉਸ ਟਾਈਮ, ਵੀ ਜੋਸ਼ ਸੀ ਮੇਰੇ 'ਚ, ਕਹਿੰਦਾ ਮੈਂ ਪਾਰਟੀ ਲਈ ਕੀਤਾ। ਉਹ ਸਾਰਾ ਝੂਠ ਆ ਜੀ। ਐਂ ਤਾਂ ਜੋਸ਼ ਤਾਂ ਹੁਣ ਮੁੰਡਿਆਂ 'ਚ ਹੁੰਦਾ ਹੀ ਹੈ, ਨਸ਼ੇੜੀ 'ਚ ਵੱਧ ਹੁੰਦਾ। ਵੀਰੇ ਲਿਆ ਤਾਂ ਗੱਡੀ ਦਾ ਕਿਰਾਇਆ ਹੈਗਾ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਹੈਪੀ ਔਲਖਾ ਜੀ। ਕਿੰਨੇ ਟਾਈਮ ਤੋਂ ਤੁਸੀਂ ਜਿਹੜੀ ਪਾਰਟੀ ਦੇ ਨਾਲ ਜੁੜੇ ਹੋਏ ਹੋ, ਆਮ ਆਦਮੀ ਪਾਰਟੀ ਤੋਂ ਜੀ? 2013 ਤੋਂ। ਤੁਸੀਂ ਕਦੇ ਦੇਖਿਆ ਇਸ ਬੰਦੇ ਨੂੰ ਆਮ ਆਦਮੀ ਪਾਰਟੀ ਦੇ ਵਿੱਚ? ਪਹਿਲੀ ਵਾਰ ਅੱਜ ਵੀਡੀਓ ਦੇਖ ਕੇ ਪਤਾ ਲੱਗਾ ਬੰਦਾ ਕੋਈ ਹੈਗਾ। ਸਾਡੀ ਤਾਂ ਪਾਰਟੀ 'ਚ ਨਹੀਂ ਹੈਗਾ ਬੰਦਾ। ਪਹਿਲੀ ਗੱਲ ਤਾਂ
ਅਸੀਂ ਤਾਂ ਬਾਜਵਾ ਨੂੰ ਜਾਣਦਾ, ਕਮਲਦੀਪ ਨੂੰ ਇਕੱਲੇ ਨੂੰ, ਇਹੀ ਟੀਮ ਚਲਾਉਂਦਾ ਪੂਰੀ। ਕਦੇ ਸਾਡੇ ਉਹ ਆਇਆ ਨਹੀਂ ਸਿਰ, ਮੈਂ ਤਾਂ ਜਾਣਦਾ ਇੱਕ ਨਹੀਂ ਬੰਦੇ ਨੂੰ ਹੈਗਾ। ਉਹਨੂੰ ਮੈਂ ਪੁੱਛੋਗਾ ਹੈਪੀ ਔਲਖ ਨੂੰ ਜਾਣਦਾ, ਮੈਨੂੰ 80 ਪਿੰਡ ਜਾਣਦੇ ਲਵੇ ਲਵੇ, ਉਹ ਮੈਨੂੰ ਜਾਣਦਾ, ਪੁੱਛੋ ਪਹਿਲਾਂ ਉਹਨੂੰ। ਉਹ ਤਾਂ ਕਹਿੰਦਾ ਜੀ ਮੈਂ 40 ਪਿੰਡਾਂ 'ਚ ਪ੍ਰਚਾਰ ਕਰਦਾ ਰਿਹਾ। ਫਿਰ ਮੈਨੂੰ ਜਾਣਦਾ ਹੋਊਗਾ, ਮੈਂ ਵੀ ਨਹੀਂ ਬੰਦਾ ਉੱਥੋਂ ਸਿਰਪੁਰ ਤੋਂ, ਮੈਨੂੰ ਤਾਂ ਜਾਣਦਾ ਨਹੀਂ ਬੰਦਾ ਉਹ। ਅਸੀਂ ਉਹਨੂੰ ਜਾਣਦੇ ਨਹੀਂ ਬੰਦੇ ਨੂੰ, ਕੌਣ ਕਿਹੜੀ ਪਾਰਟੀ ਦੇ ਵਿੱਚ ਆ ਬੰਦਾ ਉਹ। ਜੇ ਉਹਨੇ ਬਈ ਗੱਡੀ ਲਾਈ ਆ, ਗੱਡੀ ਦਿਹਾੜੀ ਦੀ ਲਾਈ ਆ, ਫਿਰ ਉਹ ਵਰਕਰ ਕਾਹਦਾ ਹੋ ਗਿਆ? ਉਹਦਾ ਤਾਂ ਮੁਲਾਜ਼ਮ ਆ ਦਿਹਾੜੀ ਦੇ ਯਾਰ। ਅਸੀਂ ਉਹਨੂੰ ਪੈਸੇ ਦਿੱਤੇ ਆ ਕਿ ਗੱਡੀ ਲਵਾਈ ਆ ਉਹਦੀ, ਅਸੀਂ ਆ ਗਏ, ਅਸੀਂ ਪੱਲਿਓਂ ਪੈਸੇ ਖਰਚੇ ਨੇ ਯਾਰ। ਅਸੀਂ 150 200 ਇਕੱਠਾ ਕੀਤਾ। ਆਹ ਵੀਰ ਪੁਰਾਣਾ ਬੈਠਾ, ਅਸੀਂ 6 ਬੰਦੇ ਮੀਟਿੰਗ ਕੀਤੀ ਪਾਰਟੀਆਂ ਦੀ। ਤੁਸੀਂ ਇਹਦਾ ਕੱਲ੍ਹ ਆ ਕੇ ਕਹਿਣ ਲੱਗੇ ਬੰਦਾ ਪਾਰਟੀ ਨਾਲ ਖੜਨਾ ਵੱਡੀ ਗੱਲ ਹੁੰਦੀ ਹੈਗੀ। ਮੈਨੂੰ ਇੱਕ ਗੱਲ ਕੀ ਸੀ, ਮੈਨੂੰ ਗੱਲ ਕੀ ਸੀ, ਮੈਂ ਭਗਵੰਤ ਮਾਨ ਜੀ ਲੋਕਾਂ ਲਈ ਇੰਨਾ ਕੰਮ ਕਰ ਰਹੇ ਨੇ, ਫੰਡ ਲਗਾ ਰਹੇ ਨੇ, ਸਟਰਾਈ ਸਾਈਕਲ ਦੇ ਰਹੇ ਨੇ, ਵੀ ਤੇਰੇ ਤੋਂ ਕਿਵੇਂ ਵੀ ਮੈਂਸ਼ਨ ਕਰਾ ਲਿਆ ਫੰਡ, ਉਹ ਕਿ ਤੂੰ ਕਿੱਥੋਂ ਲਾਤਾ ਫੰਡ? ਕੋਈ ਜਵਾਬ ਨਹੀਂ ਦਾ ਵੀਰੇ, ਉਹਦੇ ਕੋਲ ਜਵਾਬ ਹੈ ਹੀ ਨਹੀਂ ਜੀ, ਕਿੱਥੋਂ ਜਵਾਬ? ਪਿੰਡ ਬੱਜਵੇਂ ਜਾ ਕੇ ਦੇਖੋ, ਗ੍ਰਾਂਟ ਲੱਗੀ ਨਹੀਂ ਲੱਗੀ ਵੀ, ਫਿਰ ਪਤਾ ਲੱਗੂ ਆਪਾਂ ਨੂੰ ਕਿ ਨਹੀਂ ਜੀ। ਆਪਾਂ ਦੇਖ ਕੇ ਜਾਓ ਕੈਮਰੇ ਜਾ ਕੇ ਵੀ ਗ੍ਰਾਂਟ ਲੱਗੀ ਵੀ ਨਹੀਂ ਲੱਗੀ। ਭਗਵੰਤ ਨੇ ਬੈਠੇ ਨੇ ਇੱਥੇ, ਭਗਵੰਤ ਮਾਨ ਇੱਕ ਫੋਨ ਤੇ ਆ ਜਾਂਦਾ ਬੰਦੇ ਦੇ, ਉਹਦੇ ਵਰਗਾ ਬੰਦਾ ਕਿਹੜਾ ਬਣ ਜੂਗਾ? ਮੈਂ ਕਦੇ ਭਗਵੰਤ ਨੂੰ ਨਿੱਜੀ ਹੱਥ ਮਿਲਾ ਕੇ ਨਹੀਂ ਮਿਲਿਆ ਹਜੇ ਤੱਕ। ਮੈਂ 13 ਤੋਂ ਪਾਰਟੀ ਨਾਲ 7 ਸਾਲ ਹੋ ਗਏ, ਪਰ ਮੈਨੂੰ ਤਾਂ ਕੋਈ ਗੁੱਸਾ ਨਹੀਂ ਪਾ। ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਯਾਰ। ਮੇਰਾ ਮਿਲਣਾ ਜ਼ਰੂਰੀ ਹੈ ਭਗਵੰਤ ਨੂੰ, ਕੋਈ ਜੇ ਮੈਨੂੰ ਲੋੜ ਹੋ ਮੈਂ ਖੜੂ ਮੇਰੇ ਨਾਲ। ਤੁਹਾਡਾ ਵੀ ਪਤੀ ਟਾਈਮ ਲੰਬੇ ਸਮੇਂ ਤੋਂ ਜੇ ਸ਼ੇਰਪੁਰ ਦਾ ਦਫ਼ਤਰ ਖੁੱਲ੍ਹੇ, ਤੁਸੀਂ ਇਹ ਖੋਲ੍ਹੇ, ਕਾਫੀ ਲੰਬੇ ਸਮੇਂ ਤੋਂ ਜੁੜੇ ਹੋ, ਤੁਹਾਨੂੰ ਕਦੇ ਦਫ਼ਤਰ 'ਚ ਬੰਦਾ ਦੇਖਿਆ ਸੀ ਉੱਥੇ? ਦਫ਼ਤਰ 'ਚ ਤਾਂ ਇਹ ਉਦੋਂ ਹੀ ਆਇਆ ਜੀ ਜਦੋਂ ਬਸ ਗੱਡੀ ਲਾਈ ਆ ਇਹਦੀ। ਉਹ ਵੀ ਕਮਲਦੀਪ ਲੈ ਕੇ ਆਇਆ ਸੀ, ਕਹਿੰਦਾ ਵੀ ਮੇਰਾ ਮਿੱਤਰ ਹੈ, ਇਹਦੀ ਆਪਾਂ ਗੱਡੀ ਆਪਾਂ ਕਿਰਾਏ ਤੇ ਤਾਂ ਲਾਉਣੀ ਗੱਡੀ, ਇੱਕ ਵੀ ਇਹਦੀ ਲਾ ਦਈਏ। ਮੈਂ ਕਿਹਾ ਜੀ ਲਾ ਲਓ, ਕੋਈ ਗੱਲ ਨਹੀਂ, ਆਪਾਂ ਨੇ ਤਾਂ ਪੈਸੇ ਦੇਣੇ ਆ। ਦੂਜੀ ਗੱਲ ਜਿਹੜੇ ਹੁਣ ਉਹ ਇਲਜ਼ਾਮ ਨੇ ਨਾ, ਉਹ ਉਹਦੇ ਬੇਬੁਨਿਆਦ ਇਲਜ਼ਾਮ ਨੇ, ਕਿਉਂਕਿ ਹੁਣ ਤਕਰੀਬਨ 6-7 ਸਾਲ ਹੋ ਗਏ ਉਹਨਾਂ ਗੱਲਾਂ ਨੂੰ। ਦੂਜੀ ਵਾਰ ਵੀ ਭਗਵੰਤ ਮਾਨ ਚੋਣ ਲੜ ਕੇ ਦੁਬਾਰਾ ਵੀ MP ਬਣ ਗਿਆ। ਕਦੇ ਵੀ ਉਹਨੇ ਇੱਕ ਵਾਰ ਵੀ ਭਗਵੰਤ ਮਾਨ ਜੀ ਕਿੰਨੀ ਵਾਰੀ ਘੱਟੋ ਘੱਟ 5-6 ਵਾਰ ਇਹਨਾਂ ਦੇ ਪਿੰਡ ਇੰਨਾ ਬਾਜਵਾ ਵਿਖੇ ਆ ਚੁੱਕੇ, ਇੱਕ ਵਾਰ ਵੀ ਉਹ ਜੇ ਸਾਹਮਣੇ ਹੋ ਕੇ ਉਹਨਾਂ ਨੂੰ ਕਹਿੰਦਾ ਜੀ ਮੇਰੀ ਆਹ ਪ੍ਰੋਬਲਮ ਹੈ, ਉਹ ਬਿਲਕੁਲ ਇਹਦੀ ਸੁਣਦੇ। ਪਰ ਇਹਨੇ ਮਤਲਬ ਆਪਦੀਆਂ ਮਾੜੀਆਂ ਆਦਤਾਂ ਕਾਰਨ ਆਪਦਾ ਜਿਹੜਾ ਘਰ ਬਰਬਾਦ ਕੀਤਾ ਹੈ। ਹੁਣ ਇਹ ਇਲਜ਼ਾਮ ਲਾ ਰਿਹਾ ਹੈ ਸਾਡੇ ਮਤਲਬ MP ਸਾਹਿਬ ਤੇ, ਕਿਉਂਕਿ ਲੋਕਾਂ ਦੀ ਇਹਨੂੰ ਉਂਗਲ ਹੈ ਵੀ ਤੂੰ ਇਸ ਤਰ੍ਹਾਂ ਕਰਕੇ ਆਪਦਾ ਰੋਣਾ ਰੋ, ਸ਼ਾਇਦ ਤੈਨੂੰ ਕੁਛ ਨਾ ਕੁਛ ਮਿਲ ਜੇ। ਤੇ ਇਹ ਗੱਲਾਂ 'ਚ ਕੋਈ ਦਮ ਨਹੀਂ ਹੈਗਾ, ਇਹ ਸਭ ਇਹਦਾ ਝੂਠ ਹੈ। ਝੂਠ ਇਹ ਬਿਲਕੁਲ ਨੰਗਾ ਹੋ ਚੁੱਕਿਆ ਸਾਰੇ ਲੋਕਾਂ 'ਚ, ਸਾਰੇ ਪਿੰਡ 'ਚ, ਇੰਨਾ ਬਾਜਵਾ 'ਚ, ਇਲਾਕੇ 'ਚ ਪੁੱਛ ਲਓ, ਇਹ ਬਿਲਕੁਲ ਝੂਠ ਹੈ। ਕੋਈ ਇਹਨੇ ਪੈਸਾ ਭਗਵੰਤ ਮਾਨ ਦੀਆਂ ਚੋਣਾਂ 'ਤੇ ਨਹੀਂ ਖਰਚ ਕੀਤਾ। ਇਹਨੇ ਆਪਦੇ ਜੋ ਇਹਨੇ ਬੈਲ ਕੀਤੇ ਨੇ, ਨਸ਼ੇ ਕੀਤੇ ਨੇ, ਜਾਂ ਆਪਦੀਆਂ ਮਤਲਬ ਹੋਰ ਮਾੜੀਆਂ ਆਦਤਾਂ 'ਚ ਇਹਨੇ ਆਪਦਾ ਘਰ ਬਰਬਾਦ ਕੀਤਾ, ਜ਼ਮੀਨ ਵਿਕੀ ਆ, ਘਰ ਵਿਕਿਆ, ਜੋ ਵੀ ਹੈ। ਉਹ ਇਹ ਜਿਹੜਾ ਹੁਣ ਪਾਰਟੀ ਦੇ ਇਲਜ਼ਾਮ ਲਾ ਰਿਹਾ ਉਹ ਬਿਲਕੁਲ ਬੇਬੁਨਿਆਦ ਹੈ। ਇਹਦੇ 'ਚ ਕੋਈ ਵੀ ਦਮ ਨਹੀਂ, 1% ਵੀ ਦਮ ਨਹੀਂ ਹੈਗਾ ਜੀ। ਕਹਿੰਦਾ ਜੀ ਮੈਂ 17,000 ਦੀ ਰੋਟੀ ਖਵਾਤੀ, 7,000 ਦਾ ਡੀਜ਼ਲ ਫੂਕਦਾ ਦੀ ਡੇਲੀ। ਕੀ ਲੱਗਦਾ ਵੀ ਇਹ ਜਿਹਾ ਕੁਝ ਕੀਤਾ? ਹੁਣ ਦੇਖੋ ਜੀ, ਆਪਾਂ ਸਾਰੇ ਬੈਠੇ ਹਾਂ, ਤੁਸੀਂ ਵੀ ਦੇਖਦੇ ਹੋ, ਹਰ ਢਾਬੇ ਤੇ ਆਪਾਂ ਹੋਟਲ ਤੇ ਰੋਟੀ ਖਾਂਦੇ ਰਹਿੰਦੇ ਹਾਂ, ਵੀ ਕੀ ਮਤਲਬ ਹੈ ਇੰਨੇ ਪੈਸੇ ਬਣ ਸਕਦਾ ਬਿੱਲ? ਨਹੀਂ ਬਣ ਸਕਦਾ। ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਉਹਦੀਆਂ। ਜੇ ਕੋਈ ਮਾੜੀ ਮੋਟੀ ਵੀ ਕਿਤੇ ਨੇੜੇ ਤੇੜੇ ਗੱਲ ਹੁੰਦੀ ਮੰਨਣ ਵਾਲੀ ਤਾਂ ਮੰਨ ਵੀ ਲੈਂਦਾ, ਪਰ ਇਹ ਚੀਜ਼ ਬਿਲਕੁਲ। ਫਿਰ ਅੱਛਾ, ਉਹ ਕਹਿੰਦਾ ਮੈਂ ਦਫ਼ਤਰ ਕਿੰਨੇ ਚਿਰ ਤੋਂ ਲੈ ਕੇ ਭਗਵੰਤ ਮਾਨ ਦਾ ਉੱਥੇ ਦਫ਼ਤਰ ਹੈ ਸੰਗਰੂਰ, ਉਹ ਕਦੇ ਵੀ ਦਫ਼ਤਰ ਨਹੀਂ ਗਿਆ। ਦਫ਼ਤਰ ਜਾਂਦਾ ਕਿੰਨੀ ਵਾਰੀ, ਉੱਥੇ ਕਹਿੰਦਾ ਕੋਈ ਹੋਰ ਪ੍ਰੈਸ ਨੂੰ ਦਿੰਦਾ। 7 ਸਾਲਾਂ ਦੇ ਵਿੱਚ ਉਹਦੇ ਇੱਕ ਵਾਰ ਵੀ ਨਹੀਂ ਯਾਦ ਆਇਆ ਵੀ ਮੈਂ ਕਿਤੇ ਪ੍ਰੈਸ ਦੇ ਸਾਹਮਣੇ ਪੇਸ਼ ਹੋ ਕੇ ਕਹਾਂ ਵੀ ਮੇਰੇ ਨਾਲ ਆਹ ਧੱਕਾ ਹੋਇਆ ਜੀ। ਬਿਲਕੁਲ। ਹਾਂ, ਉਹ ਅੱਜ ਕਿਉਂ ਇੰਨੇ ਚਿਰ ਬਾਅਦ ਸਾਹਮਣੇ ਆਇਆ? ਉਹ ਮਤਲਬ ਸਾਫ਼ ਹੈਗਾ ਵੀ ਉਹਨੂੰ ਕਿਸੇ ਨਾ ਕਿਸੇ ਮਤਲਬ ਗਲਤ ਅਨਸਰ ਦੀ ਮਤਲਬ ਉਂਗਲ ਲੱਗੀ ਹੋਈ ਹੈ। ਉਹਨੂੰ ਜਾਣਬੁੱਝ ਕੇ ਉਕਸਾਇਆ ਜਾ ਰਿਹਾ ਹੈ ਵੀ ਤੂੰ ਪਾਰਟੀ ਦੇ ਵਿੱਚ ਕਲੇਸ਼ ਖੜਾ ਕਰ, ਲੋਕਾਂ ਦੇ ਵਿੱਚ ਭਗਵੰਤ ਮਾਨ ਦੀ ਇਮੇਜ ਨੂੰ ਮਤਲਬ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਹਿੰਦਾ ਜੀ ਮੇਰੀ ਗੱਲਾਂ ਪਹਿਲਾਂ ਮੈਂ ਤਾਂ ਨਹੀਂ ਰੌਲਾ ਪਾਇਆ ਵੀ ਪਹਿਲਾਂ ਮੇਰੇ ਹਾਲਾਤ ਠੀਕ ਸੀ, ਕਹਿੰਦਾ ਹੁਣੇ ਹਾਲਾਤ ਖਰਾਬ ਹੋ ਗਏ। ਹਾਲਾਤ ਤਾਂ ਉਦੋਂ ਦੀ ਖਰਾਬ ਨੇ ਜੀ ਉਹਦੇ, ਜਦੋਂ ਦਾ ਉਦੋਂ ਦੀ ਨਸ਼ੇ ਕਰਦਾ ਉਹ। ਹਾਲਾਤ ਤਾਂ ਹੁਣ ਤਾਂ ਉਹਨੂੰ ਬਸ ਐਵੇਂ ਹੀ ਇੱਕ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਵੀ ਮਤਲਬ ਹੁਣ ਰਾਹ ਨਹੀਂ ਕੋਈ ਥਿਆ ਰਿਹਾ। ਉਹ ਅੱਕੀ ਬਣਾ ਹੀ ਹੱਥ ਮਾਰਦਾ ਫਿਰਦਾ ਵੀ ਮੈਨੂੰ ਕਿਸੇ ਨਾ ਕਿਸੇ ਪਾਸਿਓਂ ਕੋਈ ਚੀਜ਼ ਸ਼ਾਇਦ ਮਿਲ ਜੇ, ਉਹ ਪਰ ਨਹੀਂ, ਉਹਦੀਆਂ ਗੱਲਾਂ ਦਾ ਸਿਰੇ ਨਹੀਂ ਚੜ੍ਹਨੀਆਂ ਜੀ। ਬਚਨਬੇਦ ਕੌਰ ਨੇ ਬਾਰ-ਬਾਰ ਇੰਟਰਵਿਊ ਦੇ ਵਿੱਚ ਨਾਂ ਲਿਆ ਸੀ ਬਚਨਬੇਦ ਦਾ, ਵੀ ਮੈਂ ਕਹਿੰਦਾ ਉਹਨਾਂ ਨੂੰ ਪਤਾ ਸੀ ਮੇਰੇ ਬਾਰੇ, ਕਹਿੰਦਾ ਵੀ ਤੈਂ ਵੀ ਬਹੁਤ ਮਦਦ ਕੀਤੀ, ਕਹਿੰਦਾ ਸ਼ੇਰਾ। ਇਹ ਗੱਲ ਕਹੀ ਉਸਨੇ। ਬਚਨ ਬੇਦਲ ਜੀ ਤਾਂ ਭਗਵੰਤ ਮਾਨ ਦੇ ਨਾਲ ਹੀ ਤਕਰੀਬਨ ਰਹਿੰਦੇ ਨੇ, ਗੀਤਕਾਰ ਨੇਗੇ, ਪਹਿਲਾਂ ਸ਼ੁਰੂ ਤੋਂ ਲੈ ਕੇ ਉਹ ਪਾਰਟੀ ਨਾਲ ਜੁੜੇ ਹੋਏ ਨੇ। ਉਹ ਇਹਨਾਂ ਦੇ ਪਿੰਡ ਵੀ, ਇੰਨਾ ਬਾਜਵਾ ਪਿੰਡ ਵੀ ਆਉਂਦੇ ਰਹੇ ਆ ਉਹ ਕਿਸੇ ਨਾ ਕਿਸੇ ਪ੍ਰੋਗਰਾਮ ਤੇ। ਜਦੋਂ ਚੋਣ ਪ੍ਰਚਾਰ 'ਚ ਕਈ ਵਾਰੀ ਨਹੀਂ ਮਾਨ ਸਾਹਿਬ ਤੋਂ ਆਇਆ ਜਾਂਦਾ ਹੁੰਦਾ ਸੀ ਤਾਂ ਉਹ ਆਪ ਵੀ ਆਉਂਦੇ ਹੁੰਦੇ ਸੀ। ਠੀਕ ਆ, ਬਚਨ ਬੇਦਲ ਸਾਹਿਬ ਨੇ ਤਾਂ ਹਰੇਕ ਨੂੰ ਕਹਿੰਦੇ ਸੀ, ਉਹ ਤਾਂ ਮਤਲਬ ਹੁਣ ਵੀ ਕਹਿੰਦੇ ਨੇ ਜਿਹੜਾ ਵੀ ਕੋਈ ਵਰਕਰ ਆ ਵੀ ਹਾਂ ਬਾਈ ਉਤਸ਼ਾਹ ਨਾਲ ਕੰਮ ਕਰੋ। ਪਰ ਉਹ ਇਹ ਤਾਂ ਨਹੀਂ ਸੀ ਕਹਿ ਰਹੇ ਵੀ ਆਪਦਾ ਤੁਸੀਂ ਘਰ ਵੇਚ ਕੇ ਪਾਰਟੀ ਵਾਸਤੇ ਲਾ ਦਿਓ। ਇਹ ਤਾਂ ਕਿਸੇ ਨੂੰ ਨਹੀਂ ਕਿਹਾ, ਕਿਸੇ ਨੇ, ਨਾ ਬਚਨ ਬੇਦਲ ਨੇ ਕਿਹਾ, ਨਾ ਭਗਵੰਤ ਮਾਨ ਜੀ ਨੇ ਕਿਹਾ। ਬਾਈ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਜਦੋਂ ਤੁਸੀਂ ਇਹਦੀ ਗੱਡੀ ਲਵਾਈ ਤੁਹਾਨੂੰ ਪਤਾ ਸੀ ਵੀ ਇਹ ਬੰਦਾ ਨਸ਼ੇੜੀ ਹੈ ਜਾਂ ਕਿਵੇਂ? ਬਾਈ ਸਾਡੇ ਨਾਲ ਪਿੰਡ ਅਸੀਂ ਕਦੋਂ ਕੋਈ ਕੰਮ ਕਰਦੇ ਸੀ ਉਦੋਂ ਬੰਦਾ ਸਾਡੇ ਕੋਲੇ ਆ ਜਾਂਦਾ ਸੀ। ਮੈਨੂੰ ਕਹਿੰਦਾ ਇੱਕ ਦਿਨ ਕਹਿੰਦਾ ਵੀ ਯਾਰ ਮੇਰੀ ਗੱਡੀ ਲਵਾ ਦੇ, ਵੀ ਤੂੰ ਗੱਡੀ ਹੋਰ ਵੀ ਤੁਸੀਂ ਰੱਖੋਗੇ।
ਉਹ ਚੱਲ ਮੈਂ ਸੋਚਿਆ ਵੀ ਯਾਰ ਸਾਡੀ ਜਾਇਦਾਦ ਵੇਗੀ ਵੀ ਚੱਲ ਆਪਣਾ ਬੰਦਾ ਭਾਈ ਹੈ ਮਿੱਤਰ ਆ ਹਨਾ ਪਿੰਡ ਦਾ ਬੰਦਾ ਵੀ ਚੱਲ ਆਪਾਂ ਇਹਦੀ ਗੱਡੀ ਲਵਾ ਦਿੰਦੇ ਆ ਆਪਾਂ ਬਾਈ ਨੂੰ ਫੋਨ ਕਰਿਆ ਬਾਈ ਨੇ ਆਪਣਾ ਕਹਿਣਾ ਨਹੀਂ ਮੋੜਿਆ ਕਿਸੇ ਨੇ ਨਹੀਂ ਮੋੜਿਆ ਆਪਾਂ ਕਿਹਨੂੰ ਫੋਨ ਕਰਿਆ ਅੱਜ ਤੱਕ ਯਾਰ ਪਾਰਟੀ ਦੇ ਬੰਦੇ ਨੂੰ ਆਪਣਾ ਕਹਿਣਾ ਨਹੀਂ ਕਿਸੇ ਨੇ ਮੋੜਿਆ ਆਪਾਂ ਜੇ ਕਹੇ ਵੀ ਮੇਰੇ ਭਗਵੰਤ ਮਾਨ ਪਿੰਡ ਉਹ ਤਾਂ ਮੇਰੀ ਆਉਂਦਾ ਸੀ ਪਰ ਮੈਂ ਇੱਕ ਗੱਲ ਕਹਿਣਾ ਯਾਰ ਐਡਾ ਇਲਜ਼ਾਮ ਲਾਉਣਾ ਮੈਨੂੰ ਪੁੱਛ ਕੇ ਲਾ ਲੈਂਦਾ ਜੇ ਉਹਨੂੰ ਕਿਸੇ ਚੀਜ਼ ਦੀ ਲੋੜ ਸੀ ਮੈਨੂੰ ਪੁੱਛਣਾ ਵੀ ਮੈਨੂੰ ਕਾਮੜੀ ਦੇ ਤੇ ਮੈਂ ਦੇ ਦਿੰਦਾ ਯਾਰ ਕੁਝ ਵੀ ਮੰਗ ਲੈਂਦਾ ਹਨਾ ਪਰ ਆਏ ਨਾ ਵੀ ਉਹ ਸਿੱਧੇ ਇਲਜ਼ਾਮ ਲਾਉਂਦਾ ਇੱਕ ਬੰਦੇ ਪਿੰਡ ਦੇ ਮਲੰਗਾ ਮੰਗ ਲਾ ਕੇ ਇਲਜ਼ਾਮ ਲਾਉਣਾ ਤਾਂ ਬਹੁਤ ਮਾੜੀ ਗੱਲ ਆ ਇਹਦੀ ਤੁਹਾਨੂੰ ਪਤਾ ਵੀ ਜ਼ਮੀਨ ਦਾ ਵਿਕਣ ਦਾ ਕਾਰਨ ਕੀ ਸੀ ਕਿਵੇਂ ਜ਼ਮੀਨ ਵਿਕੀ ਕਿਹਨੂੰ ਵੇਚੀ ਨੇ ਜ਼ਮੀਨ ਦਾ ਕਾਰਨ ਕੀ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿਤੇ ਹੌਲੈਂਡ ਟਰੈਕਟਰ ਕਢਾ ਲਿਆ ਕਿਤੇ 5 ਲੱਖ ਦੀ ਗੱਡੀ 3 ਲੱਖ ਦੀ ਵੇਚਤੀ ਕਿਤੇ ਕੋਠੀ ਪਾਲੀ ਕਿਤੇ ਕੁਛ ਕਰ ਲਿਆ ਆ ਜ਼ਮੀਨ ਦਾ ਕਾਰਨ ਆ ਵੀਰੇ ਇੱਕ ਵਾਰੀ ਭੁੱਕੀ ਖਾਣੀ ਅੱਠ ਨੇ ਫਿਰ ਅਧੀਆ ਪੀਣਾ ਦੁਪਹਿਰੇ ਫੇਰ ਅੰਗਰੇਜ਼ੀ ਦਾ ਅਧੀਆ ਪੀਣਾ ਅੱਠ ਨੇ ਫੇਰ ਅਧੀਆ ਅੰਗਰੇਜ਼ੀ ਦਾ ਪੀਣਾ ਤਾਂ ਜ਼ਮੀਨ ਵਿਕੂਗੀ ਵੀਰੇ ਜ਼ਮੀਨ ਰਹਿੰਦੀ ਨਹੀਂ ਉਹ ਗੱਲਾਂ ਮੈਂ ਕਹਿ ਨਹੀਂ ਸਕਦਾ ਕਿਹੜੀਆਂ ਵਿੱਚ ਕਹਿਣ ਵਾਲੇ ਨਹੀਂ ਹੈਗਾ ਉਹ ਵੀ ਮੈਨੂੰ ਪਤਾ ਪਰਿਵਾਰ ਨਾਲ ਵੀ ਇਹਨਾਂ ਦੇ ਨੇ ਗੱਲ ਕਰੀ ਸੀ ਕਹਿੰਦੇ ਜੀ ਪਰਿਵਾਰ ਦਾ ਵੀ ਇਹੀ ਕਹਿਣਾ ਜਿਹੜੀ ਦੀ ਭੈਣ ਆਈ ਹੋਈ ਸੀ ਭੈਣ ਦਾ ਵੀ ਇਹੀ ਕਹਿਣਾ ਵੀ ਹਾਂਜੀ ਐਂ ਕੀਤਾ ਸਾਡੀ ਗੱਲ ਨਹੀਂ ਮੰਨੀ ਕਿ ਪਰਿਵਾਰ ਰੋਕ ਨਹੀਂ ਸਕਦਾ ਸੀ ਇਹਨੂੰ ਵੀਰੇ ਕਦੋਂ ਕਿਸੇ ਦਾ ਕੱਲਾ ਭਾਈ ਹੋਵੇ ਫਿਰ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਕੋਈ ਵੀ ਆ ਮੈਂ ਮੇਰੀਆਂ ਭੈਣਾਂ ਨੇ ਜੇ ਮੈਂ ਕੁਝ ਕਰਦਾ ਤਾਂ ਮੇਰੀਆਂ ਭੈਣਾਂ ਕਹਿਣਗੀਆਂ ਮੇਰੇ ਹੱਕ 'ਚ ਹੀ ਬੋਲਣਗੀਆਂ ਉਹ ਦੂਜੇ ਦੇ ਹੱਕ 'ਚ ਨਹੀਂ ਬੋਲਦੀਆਂ ਜੇ ਮਨ ਇੱਕ ਬੰਦਾ ਬੋਲਦਾ ਸਾਰੇ ਇੱਕੋ ਜਿਹੀ ਬੋਲਣਗੇ ਭੈਣਾਂ ਦਾ ਵੀ ਜਦ ਮੈਂ ਹੁਣ ਉਹ ਗੱਲਾਂ ਕਹਿਣੀਆਂ ਨਹੀਂ ਯਾਰ ਬਸ ਕਮਲ ਜੀ ਇਹ ਕਹਿੰਦਾ ਵੀ ਮੈਂ ਜੀ ਭਗਵੰਤ ਮਾਨ ਹਾਰ ਜਾਂਦਾ ਇਹਦਾ ਕਹਿਣਾ ਵੀ ਮੈਂ ਗੋਲੀਆਂ ਖਾ ਕੇ ਮਰ ਜਾਂਦਾ ਵਰਕਰ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਕਿਹੜਾ ਕੋਈ 2013 ਤੋਂ ਰਲੇ ਜੁੜਿਆ ਹੈ ਕੋਈ 2014 ਤੋਂ ਪੁਰਾਣੇ ਜੁੜੇ ਹੋਏ ਹੋ ਤੁਹਾਨੂੰ ਤਾਂ ਇਹ ਗੱਲ ਕਹੀ ਨਹੀਂ ਹੈਗੀ ਵੀ ਜੇ ਇਹ ਕੰਮ ਹੋ ਜਾਂਦਾ ਸੀ ਉਹ ਸੁਸਾਈਡ ਕਰ ਜਾਂਦੇ ਬਾਈ ਮੈਂ ਬੈਲ ਨਹੀਂ ਕਰੇ ਜੇ ਮੇਰਾ ਪਿਓ ਕਰਦਾ ਸੀ ਮੈਂ ਕਰਨ ਲੱਗ ਜਾਂਦਾ ਫਿਰ ਤਾਂ ਸਾਰੇ ਲੱਗ ਜਾਂਦੇ ਹਨਾ ਪਰ ਮੈਂ ਆਪਦਾ ਨਸ਼ਾ ਵੀ ਛੱਡਿਆ ਮੈਂ ਆਪਦੀ ਇੱਜ਼ਤ ਬਣਾਈ ਆ ਮੈਨੂੰ ਲੋਕਾਂ ਨੇ 400 ਵੋਟ ਤੇ ਮੈਂਬਰ ਬਣਾਇਆ ਸਰਪੰਚ ਬਣਿਆ 700 ਤੇ ਮੈਂ 400 ਤੇ ਮੈਂਬਰ ਬਣਿਆ ਹੋਇਆ ਪਿੰਡ 'ਚ ਜੇ ਮੈਂ ਲੋਕਾਂ ਦੀ ਇੱਜ਼ਤ ਕਰਦਾ ਨਾ ਤਾਂ ਮੈਨੂੰ 400 ਵੋਟ ਪਾਈ ਆ ਲੋਕਾਂ ਨੇ ਤਾਂ ਮੈਂ ਜਿੱਤੇ ਮੇਰੇ ਮਾਗਰਾ 20-25 ਬੰਦੇ ਆਏ ਫਿਰਦੇ ਹੁੰਦੇ ਵੀ ਹਾਂ ਕਾਮਲੀ ਇੱਥੇ ਵੋਟਾਂ ਨੂੰ ਕਹਿੰਦੇ ਫਿਰਦੇ ਆ ਪਰ ਮੈਂ ਉਹਨਾਂ ਜ਼ਿੰਦਗੀ ਭਰ ਗੁਣ ਨਹੀਂ ਭੁੱਲਦਾ ਪਰ ਇਹ ਗੱਲਾਂ ਇਹ ਲੋਕਾਂ ਦੀਆਂ ਗੱਲਾਂ ਕਿਹੜੇ ਲੋਕਾਂ ਨੂੰ ਕੋਈ ਕਰੋੜ ਆ ਮੇਰੇ ਨਾਲ ਬਹਿ ਕੇ ਕਰ ਲੈਣ ਕਿੱਥੇ ਮਰਜ਼ੀ ਕਰ ਲੈਣ ਪਰ ਵੀਰ ਬਣ ਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਯਾਰ ਤੁਸੀਂ ਆਹ ਗਲਤ ਕੰਮ ਨਾ ਪਿੰਡ 'ਚ ਕਰੋ ਮੈਂ ਹੁਣ ਵੀ ਹੱਥ ਬੰਨ੍ਹਦਾ ਵੀ ਮੇਰੀ ਗਲਤੀ ਆ ਠੀਕ ਆ ਤੁਸੀਂ ਵੀਡੀਓ ਪਾਤੀ ਮੈਂ ਕੋਈ ਗਲਤੀ ਕਰਿਆ ਮੈਨੂੰ ਪੁੱਛ ਕੇ ਕਰ ਲੈਂਦੇ ਮੇਰੇ ਕੋਲੇ ਬਹਿ ਜਾਂਦੇ ਮੈਂ ਵੀ ਤੁਹਾਨੂੰ ਹੁਣ ਵੀ ਹੱਥ ਮੰਨਦਾ ਵੀ ਤੁਸੀਂ ਯਾਰ ਪਿੰਡ ਦੇ ਵਿੱਚ ਪਾਰਟੀ ਬਾਜੀ ਨਾ ਬਣਾਓ ਆਪਣਾ ਪਿੰਡ ਸੌਣੇ ਦੀ ਚਿੜੀ ਆ ਇਹਨੂੰ ਸੌਣੇ ਦੀ ਚਿੜੀ ਰਹਿ ਲੈਣ ਦਿਓ ਬਸ ਮੈਂ ਹੋਰ ਗੱਲ ਕੋਈ ਨਹੀਂ ਕਹਿਣੀ ਬਸ ਇਹ ਤੁਹਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਕਦੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਵੀ ਮੈਂ ਬਾਈ ਨੂੰ ਮਿਲਣਾ ਵੀ ਮੇਨ ਨੇ ਜਿਹੜੇ ਪਾਰਟੀ ਆਮ ਆਦਮੀ ਪਾਰਟੀ ਕਦੇ ਆਏ ਨਹੀਂ ਤੁਹਾਡੇ ਲਈ ਬਾਈ ਮੈਂ ਆਪ ਹੀ ਨਹੀਂ ਮਿਲਦਾ ਬਾਈ ਨੂੰ ਕਦੋਂ ਮੈਨੂੰ ਕੋਈ ਗ੍ਰਾਂਟ ਦੀ ਲੋੜ ਹੁੰਦੀ ਆ ਮੈਂ ਜਾ ਕੇ ਉੱਥੇ ਫੜਾਇਆ ਹੋਣਾ ਇਹਦੀ ਗੱਲ ਕਰਦੇ ਆਪਾਂ ਇਹਨੇ ਨਾ ਕਿਤੇ ਵੀ ਅੱਜ ਤੱਕ ਇਹਦਾ ਕੋਈ ਮੈਨੂੰ ਫੋਨ ਨਹੀਂ ਆਇਆ ਕੋਈ ਇਹ ਜਦ ਮੈਂ ਇਹਨੂੰ ਬਾਈ ਕੋਲੇ ਲੈ ਕੇ ਮੈਂ ਜਾਵਾਂ ਇਹ ਫੋਨ ਕਰਦਾ ਮੈਂ ਭੁੱਕੀ 'ਚ ਫੜਿਆ ਗਿਆ ਮੈਂ ਕਿੱਥੋਂ ਛੁਡਾ ਦੂੰ ਉਹਨੂੰ ਅੱਛਾ ਨਸ਼ੇ ਦਾ ਬਾਈ ਆਪ ਹੀ ਖਿਲਾਫ ਹੈ ਗਲਤ ਬੰਦਿਆਂ ਦੇ ਖਿਲਾਫ ਆ ਉਹ ਮੈਂ ਕਿਵੇਂ ਲੈ ਜਾਣੂ ਉੱਥੇ ਪਰ ਉਹ ਗੱਲਾਂ 'ਚ ਮੈਂ ਕੋਈ ਵੀ ਆ ਮੇਰੇ ਪਿੰਡ ਦਾ ਇਹ ਦਾ ਕੀ ਹੋਰ ਵੀ ਆ ਕੋਈ ਨਸ਼ੇ 'ਚ ਆਉਂਦਾ ਮੈਨੂੰ ਅੱਜ ਤੱਕ ਕਹਦੇ ਵੀ ਹਾਂ ਮੈਂ ਉੱਥੇ ਬਾਈ ਦੇ ਦਫ਼ਤਰ ਲੈ ਕੇ ਗਿਆ ਨੂੰ ਹਾਂ ਕਿਸੇ ਨੂੰ ਸਾਈਕਲ ਦੀ ਲੋੜ ਆ ਕਿਸੇ ਨੂੰ ਗ੍ਰਾਂਟ ਦੀ ਲੋੜ ਆ ਕਿਸੇ ਨੂੰ ਕਾਸੇ ਦੀ ਲੋੜ ਆ ਉਹਨੂੰ ਮੈਂ ਲੈ ਕੇ ਜਾਣਾ ਖੁਸ਼ ਹੋ ਕੇ ਆਪਦੀ ਗੱਡੀ ਲੈ ਕੇ ਨਾ ਆਪਦਾ ਤੇਲ ਫੂਕਦਾ ਅੱਜ ਤੱਕ ਮੈਨੂੰ 5 ਰੁਪਏ ਗਿਣਾ ਦੇਣ ਕੋਈ ਪਿੰਡ ਦਾ ਵੀ ਕਾਮੜੀ ਤੈਂ ਉਦੋਂ 5 ਰੁਪਏ ਤੇਲ ਪਵਾਇਆ ਮੈਂ ਦੇਣਦਾਰ ਉਹ ਵੀ ਦਊਂ ਯਾਰ ਮੈਂ ਹੋਰ ਦੱਸੋ ਅਰੇ ਬਾਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤੇਜਾ ਸਿੰਘ ਹੈ ਜੀ ਆਜ਼ਾਦ। ਤੇਜਾ ਸਿੰਘ ਜੀ ਜਿਹੜਾ ਇਹ ਬੰਦਾ ਪਾਰਟੀ ਦੇ ਲਾ ਰਿਹਾ ਵੀ ਮੈਂ ਪਾਰਟੀ ਲਈ ਇਹ ਕੁਝ ਕੀਤਾ ਵੀ ਚੋਣਾਂ ਦੇ ਵਿੱਚ ਇੰਨੇ ਪੈਸੇ ਖਰਚ ਕੀਤੇ ਤੁਸੀਂ ਇਹਨੂੰ ਜਾਣਦੇ ਬੰਦੇ ਨੂੰ ਇਸ ਬੰਦੇ ਨੂੰ ਅਸੀਂ ਸਿਰਫ ਇਸ ਕਰਕੇ ਹੀ ਜਾਣਦੇ ਹਾਂ ਵੀ ਇਹਦੀ ਗੱਡੀ ਲੱਗੀ ਵੀ ਸੀਗੀ ਤੇ ਪਰ ਇਹ ਜਿਹੜਾ ਪਾਰਟੀ ਦੇ ਉੱਤੇ ਇਲਜ਼ਾਮ ਲਾਉਣਾ ਇਸ ਬੰਦੇ ਦਾ ਇਹਦਾ ਕਾਰਨ ਵੱਡਾ ਇਹੀ ਹੈ ਕਿਉਂਕਿ ਜਿਉਂ ਵੋਟਾਂ ਨੇੜੇ ਆਉਂਦੀਆਂ ਹੁੰਦੀਆਂ ਨੇਗੀਆਂ ਜਿਹੜੇ ਵਿਰੋਧੀ ਲੋਕ ਨੇ ਉਹ ਪਾਰਟੀਆਂ ਦੇ ਤਰ੍ਹਾਂ ਦੇ ਝੂਠ ਬੋਲ ਕੇ ਮਤਲਬ ਇਹੋ ਜਿਹੀਆਂ ਸਾਜ਼ਿਸ਼ਾਂ ਰਚ ਕੇ ਪਾਰਟੀ ਨੂੰ ਬਦਨਾਮ ਕਰਦੇ ਨੇ ਜੇ ਇਹ ਬੰਦਾ ਸੱਚਾ ਹੁੰਦਾ ਤਾਂ ਇਹ ਮਤਲਬ 2014 ਤੋਂ ਬਾਅਦ 15 16 17 18 19 20 21 ਖਤਮ ਹੋਣ ਵਾਲਾ ਹੈ ਇੰਨੇ ਸਾਲਾਂ ਦੇ ਵਿੱਚ 2020 ਖਤਮ ਹੋਣ ਵਾਲਾ ਹੈ ਇੰਨੇ ਸਾਲਾਂ ਦੇ ਵਿੱਚ ਉਹ ਕਿਸੇ ਦੇ ਕੋਲੇ ਦਾ ਪਿੱਟਦਾ ਜਾਂ ਲੋਕਾਂ ਨੂੰ ਵੀ ਪਤਾ ਹੁੰਦਾ ਵੀ ਇਹਨੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਆਪਣੀ ਜ਼ਮੀਨ ਖਰਾਬ ਕਰੀ ਆ ਪਰ ਇਹਨਾਂ ਨੇ ਜ਼ਮੀਨ ਜਾਇਦਾਦ ਖਰਾਬ ਕਰੀ ਆ ਉਹ ਸਿਰਫ ਇਸ ਦੇ ਆਪਦੇ ਮਤਲਬ ਮਾੜੇ ਕੰਮ ਮਤਲਬ ਓਵਰ ਖਰਚੇ ਕਰਨੇ ਗੱਡੀਆਂ ਮਹਿੰਗੀਆਂ ਲੈ ਕੇ ਵੇਚਣੀਆਂ ਸਸਤੀਆਂ ਟਰੈਕਟਰ ਨਵੇਂ ਲੈ ਕੇ ਮਤਲਬ ਵੇਚਣੇ ਉਹ ਇਹ ਜਿਹੇ ਕੁਛ ਦੇ ਵਿੱਚ ਇਹ ਜਿਹੜਾ ਘਾਟਾ ਉਹ ਪੈਣਾ ਜ਼ਰੂਰੀ ਹੁੰਦਾ ਹੈ ਤੇ ਇਸ ਕਰਕੇ ਜ਼ਮੀਨ ਵੀ ਮਤਲਬ ਵਿਕਦੀ ਹੁੰਦੀ ਹੈ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਤਾਂ ਜ਼ਮੀਨਾਂ ਵਧਣਗੀਆਂ ਮਾੜੇ ਕੰਮ ਕਰੋਗੇ ਤੁਹਾਡੀਆਂ ਜ਼ਮੀਨਾਂ ਘਟਣਗੀਆਂ ਇਸ ਕਰਕੇ ਇਹ ਇੱਕ ਸਾਜ਼ਿਸ਼ ਦੇ ਤਹਿਤ ਹੀ ਮਤਲਬ ਵਿਰੋਧੀਆਂ ਨੇ ਇਹ ਇੱਕ ਪਾਰਟੀ ਨੂੰ ਮਤਲਬ ਬਦਨਾਮ ਕਰਨ ਦੀ ਇੱਕ ਚਾਲ ਚੱਲੀ ਹੈ ਜੀ ਕਿਤੇ ਨਾ ਕਿਤੇ ਲੱਗਦਾ ਵੀ ਇਹ ਬੰਦਾ ਕਦੇ ਦੇਖਿਆ ਹੋ ਗਿਆ ਹੋਵੇ ਤੁਸੀਂ ਗੱਡੀ ਕਹਿ ਰਹੇ ਹੋ ਗੱਡੀ ਲੈ ਕੇ ਤਾਂ ਕਹਿੰਦਾ ਮੈਂ ਬਹੁਤ ਪਾਰਟੀ ਲਈ ਉਤਸ਼ਾਹ ਸੀ ਮੇਰੇ 'ਚ ਕਹਿੰਦਾ ਕੰਮ ਕਰਨ ਦਾ ਜੋਸ਼ ਸੀ ਕਹਿੰਦਾ ਵੀ ਮੈਂ ਤਾਂ ਖਰਚ ਕੀਤਾ ਇਹਨਾਂ ਕਹਿੰਦਾ ਕੋਈ ਉਸ ਤਰ੍ਹਾਂ ਦੇ ਜਿਹੜੇ ਜੋਸ਼ ਨੇ ਸਾਰੇ ਲੋਕਾਂ ਦੇ ਵਿੱਚ ਹੀ ਜੋਸ਼ ਸੀ ਅੱਜ ਜਦੋਂ ਵੀ ਵੋਟਾਂ
ਅੱਜ ਵੀ ਜਦੋਂ ਵੋਟਾਂ ਦਾ ਐਲਾਨ ਹੋਊਗਾ ਸਾਰੇ ਲੋਕ ਆਮ ਆਦਮੀ ਪਾਰਟੀ ਵਾਸਤੇ ਜਨੂਨ ਦੇ ਤੌਰ ਦੇ ਉੱਤੇ ਚੱਲਣਗੇ। ਮਤਲਬ ਸਾਰੇ ਲੋਕ ਜਨੂਨ 'ਚ ਚੱਲਦੇ ਨੇ, ਪਰ ਇਹ ਤਾਂ ਇੱਕ ਸਾਡੇ ਕੋਲੇ ਸਾਡੀ ਗੱਡੀ ਦਾ ਕਿਰਾਏ ਤੇ ਗੱਡੀ ਲੈਤੀ ਵੀ ਜੀ, ਇੱਕ ਡਰਾਈਵਰ ਸੀਗਾ ਤੇ ਇਹਦਾ ਉਹ ਜੀ ਮਤਲਬ ਹੋ ਸੀਗਾ, ਇਹ ਆਪ ਤਾਂ ਕੋਈ ਕਰਦਾ ਨਹੀਂ ਸੀ। ਇਸ ਗੱਡੀ ਦੇ ਵਿੱਚ ਸਾਡੇ ਮਤਲਬ ਜਿਹੜੇ ਅਨਾਉਂਸਰ ਮੁੰਡੇ ਹੁੰਦੇ ਸੀ ਉਹ ਹੁੰਦੇ ਸੀ, ਨਾਲ ਉਹਦੇ ਇੱਕ ਦੋ ਹੋਰ ਹੁੰਦੇ ਸੀਗੇ। ਮਤਲਬ ਇਹਨੇ ਆਪ ਤਾਂ ਕੋਈ ਨਾ ਅਨਾਉਂਸਰ ਸੀ, ਨਾ ਇਹਨੂੰ ਬੋਲਣਾ ਦਾ ਪਤਾ ਸੀ, ਨਾ ਕੋਈ ਇਹੋ ਜਿਹੀ ਗੱਲ ਸੀ। ਇਹ ਤਾਂ ਸਿਰਫ ਸਾਡੀ ਇੱਕ ਗੱਡੀ ਕਿਰਾਏ ਤੇ ਲੈਣ ਮਤਲਬ ਲਾਈ, ਜਿਸ ਕਰਕੇ ਅਸੀਂ ਸੋਚਿਆ ਸੀ ਵੀ ਚਲੋ ਇਹ ਬੰਦਾ ਕਮਜ਼ੋਰ ਹੈ, ਵੀ ਚਲੋ ਇਸ ਨੂੰ ਸਹਾਇਤਾ ਦੀ ਲੋੜ ਹੈ, ਵੀ ਚਲੋ ਗੱਡੀ ਹੋਰ ਦੀ ਵੀ ਕਿਸੇ ਦੀ ਲਾਉਣੀ ਹੈ ਤਾਂ ਇਹਦੀ ਗੱਡੀ ਲਾ ਲਓ। ਇਹ ਕੋਈ ਨੰਬਰ ਬੋਲ ਰਿਹਾ ਸੀ ਜਦੋਂ ਚੋਣਾਂ ਸਮੇਂ ਪਹਿਲੀ ਚੋਣਾਂ ਲੜੀਆਂ ਨੇ, ਭਗਵੰਤ ਮਾਨ ਦਾ 98 ਵਾਲਾ ਕੁਝ ਨੰਬਰ ਬੋਲ ਰਿਹਾ ਸੀ, ਕਹਿੰਦਾ ਜੀ ਮੈਨੂੰ ਭਗਵੰਤ ਮਾਨ ਉਸ ਨੰਬਰ ਤੋਂ ਫੋਨ ਕਰਿਆ ਕਰਦੇ ਸੀ ਵੀ ਫਲਾਣੇ ਪਿੰਡ ਗੱਡੀ ਲੈ ਕੇ ਆ ਜਾ, ਵੀ ਉੱਥੇ ਮੈਂ ਬੋਲਣਾ ਪ੍ਰਚਾਰ ਕਰਨਾ। ਭਗਵੰਤ ਮਾਨ ਜੀ ਨੇ ਕਦੇ ਵੀ ਕਿਸੇ ਵੀ ਬੰਦੇ ਨੂੰ ਕਦੇ ਗੱਡੀਆਂ ਬਾਰੇ, ਕਿਉਂਕਿ ਉਹਨਾਂ ਕੋਲੇ ਇਹੋ ਜਿਹਾ ਟਾਈਮ ਹੀ ਨਹੀਂ ਸੀ ਹੁੰਦਾ। ਇਹ ਤਾਂ ਸਿਰਫ ਜਿਹੜੇ ਸਾਡੇ ਦਫ਼ਤਰ ਕੰਟਰੋਲ ਕਰਦੇ ਸੀ, ਜਿਸ ਤਰੀਕੇ ਨਾਲ ਸਾਡਾ ਸ਼ੇਰਪੁਰ ਦਾ ਦਫ਼ਤਰ ਹੈ, ਇਹ 21 ਪਿੰਡਾਂ ਦਾ ਦਫ਼ਤਰ ਸੀ। ਇਸ ਨੂੰ ਮੈਂ ਅਤੇ ਪਰਮਤ੍ਰਿਪਤ ਅਤੇ ਸਾਡੀ ਜਿਹੜੀ ਟੀਮ ਹੈ ਇਹੀ ਹੀ ਚਲਾਉਂਦੇ ਸੀ, ਤੇ ਅਸੀਂ ਹੀ ਜੇ ਜਿੱਥੇ ਕਿਤੇ ਗੱਡੀ ਭੇਜਣੀ ਹੁੰਦੀ ਸਵੇਰੇ ਉਹਨਾਂ ਨੂੰ ਲਿਸਟ ਬਣਾ ਕੇ ਦਿੰਦੇ ਹੁੰਦੇ ਵੀ ਤੁਸੀਂ ਆਹ 8 ਪਿੰਡਾਂ 'ਚ ਜਾਂ 10 ਪਿੰਡਾਂ 'ਚ ਅੱਜ ਤੁਸੀਂ ਮਤਲਬ ਅਨਾਉਂਸਮੈਂਟ ਕਰਨੀ ਹੈਗੀ, ਤੇ ਜੋ ਵੀ ਪ੍ਰੋਗਰਾਮ ਹੁੰਦੇ ਸੀ ਦਫ਼ਤਰ ਵੱਲੋਂ ਹੀ ਲਿਖ ਕੇ ਜਾਂਦੇ ਹੁੰਦੇ ਸੀ। ਜੇ ਇਹ ਹਰ ਰੋਜ਼ ਇਹਨਾਂ ਨੂੰ ਜਿਹੜਾ ਤੇਲ ਸੀਗਾ ਉਹ ਮਤਲਬ ਪਵਾ ਦਿੰਦੇ ਸੀ ਗੱਡੀ ਦਾ, ਮਤਲਬ ਇਹ ਜਿਹੜਾ ਕਿਰਾਇਆ ਤੈਅ ਕਰਿਆ ਪਿਆ ਸੀ ਉਹ ਇਸ ਨੂੰ ਜਦੋਂ ਮਤਲਬ ਗੱਡੀ ਜਿੰਨੇ ਮਤਲਬ ਚੋਣਾਂ ਤੋਂ ਬਾਅਦ ਇਹਨੂੰ ਮਤਲਬ ਹਿਸਾਬ ਕਰਕੇ ਇਹਨੂੰ ਸਾਰੇ ਟੋਟਲ ਵੱਡਾ ਟੋਟਲ ਪੈਸਾ ਦਿੱਤਾ। ਇਹਦਾ ਪਾਰਟੀ ਦਫ਼ਤਰ ਨੇ ਕੋਈ ਪੈਸਾ ਦੇਣਾ ਨਹੀਂ, ਕੋਈ ਅਸੀਂ ਇਸ ਨੂੰ ਮਤਲਬ ਕੋਈ ਪਾਰਟੀ ਵਲੰਟੀਅਰ ਦੇ ਤੌਰ ਤੇ ਨਹੀਂ ਸੀ। ਸਾਡੇ ਕੋਲੇ ਸਿਰਫ ਇਹ ਇੱਕ ਗੱਡੀ ਆ ਜਿਹੜੀ ਉਹ ਕਿਰਾਏ ਤੇ ਮਤਲਬ ਰੱਖੀ ਵੀ ਸੀ, ਹੋਰ ਇਹਦੇ ਵਿੱਚ ਕੁਝ ਨਹੀਂ। ਹੁਣ ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਕਿ ਵਿਰੋਧੀ ਪਾਰਟੀਆਂ ਚਾਹੁੰਦੀਆਂ ਨੇ ਕਿ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਉਭਾਰ ਹੋ ਰਿਹਾ ਹੈਗਾ, ਉਹ ਚਾਹੁੰਦੀਆਂ ਨੇ ਵੀ ਪਾਰਟੀ ਨੂੰ ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਕਿਸੇ ਨਾ ਕਿਸੇ ਨੇ ਇਹਦੀ ਬੈਕ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੈ ਜਿਸ ਨੇ ਇਹ ਤੋਂ ਇਹ ਜਿਹੜੀ ਵੀਡੀਓ ਹੈਗੀ ਇਹ ਮਤਲਬ ਵਾਇਰਲ ਕਰਵਾਈ ਹੈਗੀ। ਮਤਲਬ ਅਸੀਂ ਇਹੀਆਂ ਜਿਹੀਆਂ ਵੀਡੀਓ ਤੋਂ ਸਾਡੀ ਪਾਰਟੀ ਆ ਜਿਹੜੀ ਕੋਈ ਘਬਰਾਉਂਦੀ ਨਹੀਂ, ਕਿਉਂਕਿ ਜਿਹੜਾ ਸੱਚ ਹੈ ਸੱਚ ਹੁੰਦਾ, ਝੂਠ ਝੂਠ ਹੁੰਦਾ। ਕਿਉਂਕਿ ਝੂਠ ਤਾਂ ਇਸ ਤਰ੍ਹਾਂ ਪਤਾ ਲੱਗਦਾ ਹੈ ਵੀ 7,000 ਦੇ ਵਿੱਚ ਕਿਵੇਂ ਮਤਲਬ ਜਿਹੜਾ ਗੱਡੀ ਹੈ ਇੱਕ ਤੇਲ ਕਿਵੇਂ ਖਾ ਜੂਗੀ 11-12 ਘੰਟਿਆਂ 'ਚ 7,000 ਦਾ ਤੇਲ ਕਿਵੇਂ ਖਾਊਗੀ, ਅਤੇ 18,000 ਦੀ ਰੋਟੀ ਇੱਕ ਵੇਰੀ ਕਿਵੇਂ ਖਾਊ, ਜਦ ਕਿ ਸਾਡੀ ਰੋਟੀ ਦਾ ਸਾਡੇ ਕੋਲ 10 ਵਜੇ ਤੋਂ ਲੈ ਕੇ ਅਸੀਂ 5 ਵਜੇ ਤੱਕ ਅਸੀਂ ਅਨਾਉਂਸਮੈਂਟ ਕਰਦੇ ਤੇ ਸ਼ਾਮ ਦੀ ਰੋਟੀ ਸਾਰੇ ਵਰਕਰ ਘਰੇ ਖਾਂਦੇ ਤੇ ਤੜਕੇ ਦੀ ਘਰੇ ਖਾ ਕੇ ਆਉਂਦੇ। ਜੇ ਕਿਸੇ ਨੂੰ ਲੋੜ ਹੁੰਦੀ ਸੀ ਤਾਂ ਉੱਥੇ ਪਾਰਟੀ ਦਫ਼ਤਰ ਤੇ ਜਮੇ ਨਾਲ ਲੱਗਵਾ ਇਸ ਇੰਨੇ ਬਾਜਵੇ ਪਿੰਡ ਦਾ ਇੱਕ ਮਤਲਬ ਢਾਬਾ ਹੈ, ਅਸੀਂ ਉੱਥੇ ਉਹਨੂੰ ਕਹਿੰਦੇ ਵੀ ਇਹਨਾਂ ਨੂੰ ਰੋਟੀ ਖਵਾਓ, 4 ਬੰਦਿਆਂ ਨੂੰ 2 ਬੰਦਿਆਂ ਨੂੰ। ਰੋਟੀ ਤਾਂ ਬਹੁਤ ਹੀ ਘੱਟ ਬੰਦਿਆਂ ਨੇ ਖਾਈ, ਕਿਉਂਕਿ ਟੋਟਲ ਸਾਡੀ ਸਾਰਾ ਹੀ ਖਰਚਾ ਸਾਡੇ ਦਫ਼ਤਰ ਦਾ ਮਤਲਬ ਐਨ ਚਲੋ ਵੀ 25-30 ਹਜ਼ਾਰ ਰੁਪਈਆ ਸਾਡਾ ਟੋਟਲ ਖਰਚਾ ਸੀਗਾ 2014 ਦੇ ਵਿੱਚ। ਭਗਵੰਤ ਮਾਨ ਫਿਰ 7 ਲੱਖ ਕਿਵੇਂ ਗਿਣਾਈਏ ਤੁਸੀਂ? ਤਾਂ ਕਹਿੰਦੇ ਵੀ ਸੀ 25 ਲੱਖ 25,000 ਚ ਚੋਣ ਚ ਦਫ਼ਤਰ ਦਾ ਖਰਚਾ, 7 ਲੱਖ ਕਿਵੇਂ ਕਹੀ ਜਾਂਦੇ? ਇਹ ਜੀ ਹੁਣ ਕਹਿਣ ਨੂੰ ਤਾਂ ਜੀ ਮੈਂ ਕਹਿ ਦੇਣਾ ਵੀ ਮੈਂ ਟਰੰਪ ਦੀ ਚੋਣ ਦੇ ਉੱਤੇ ਮਤਲਬ 7 ਕਰੋੜ ਰੁਪਇਆ ਖਰਚ ਕਰਤਾ ਜੀ। ਗਾਇਨ ਨੂੰ ਕਿਹਦਾ ਅਗਲੇ ਦੀ ਜ਼ਬਾਨ ਹੈ ਜੀ, ਜੋ ਕੁਛ ਮਰਜ਼ੀ ਕਹੀ ਜਾਓ ਜੀ ਇਹਦਾ। ਸੋ ਇਹ ਸਨ ਸਾਡੇ ਨਾਲ ਇੰਨਾ ਬਾਜਵਾ ਤੇ ਵੱਖ-ਵੱਖ ਪਿੰਡਾਂ ਦੇ ਸ਼ੇਰਪੁਰ ਤੋਂ ਆਏ ਹੋਏ ਵਰਕਰ, ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਨੇ ਸਿਰਫ ਇਸ ਦੀ ਗੱਡੀ ਚੋਣ ਪ੍ਰਚਾਰ 'ਚ ਲਈ ਲਗਾਈ ਗਈ ਸੀ, ਨਾ ਕਿ ਸਾਡਾ ਕੋਈ ਵਰਕਰ ਹੈ। ਇੱਕ ਪੱਕੇ ਤੌਰ ਤੇ ਦੱਸਿਆ ਗਿਆ ਵੀ ਇਹਦੇ ਨਾਲ ਕੋਈ ਸਾਡੇ ਪਾਰਟੀ ਦਾ ਕੋਈ ਸਮਰਥਨ ਨਹੀਂ, ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਇਸ ਇਨਸਾਨ ਵੱਲੋਂ ਕੀਤੀ ਗਈ ਹੈ। ਜਿੱਥੇ ਕਿ ਪਿਛਲੇ ਦਿਨੇ ਸਾਡੇ ਵੱਲੋਂ ਇਸ ਨੌਜਵਾਨ ਦੀ ਇੰਟਰਵਿਊ ਕਰੀ ਗਈ ਸੀ, ਅੱਜ ਸਾਡੇ ਵੱਲੋਂ ਇੰਨਾ ਬਾਜਵਾ ਦੇ ਜਿਹੜੇ ਪੁਰਾਣੇ ਪਾਰਟੀ ਦੇ ਵਿੱਚ ਨਾਲ ਜੁੜੇ ਹੋਏ ਨੇ, ਕਮਲਦੀਪ ਅਤੇ ਹੋਰ ਵੀ ਸ਼ੇਰਪੁਰ ਤੋਂ ਕੁਝ ਮੁੰਡੇ ਸੀ, ਬਜ਼ੁਰਗ ਸੀ, ਜੋ ਪਾਰਟੀ ਦਾ ਦਫ਼ਤਰ 2013 ਦੇ ਵਿੱਚ ਉਹਨਾਂ ਨੇ ਖੋਲ੍ਹਿਆ ਸੀ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨੇ ਇਸ ਦੀ ਗੱਡੀ ਸਿਰਫ ਕਿਰਾਏ ਉੱਪਰ ਲਗਾਈ ਸੀ, ਨਾ ਕਿ ਇਸ ਨੇ ਆਪਦੇ ਵੱਲੋਂ ਲਗਾਈ ਸੀ। ਸਾਡੇ ਨਾਲ ਮੌਜੂਦ ਇਸ ਨਾਲ ਗੱਲ ਕਰਦੇ ਹਾਂ। ਤੁਹਾਡੇ ਉੱਤੇ ਇਲਜ਼ਾਮ ਲਗਾਏ ਗਏ ਨੇ ਵੀ ਜਿਹੜੀ ਤੁਹਾਡੀ ਗੱਡੀ ਲਗਾਈ ਗਈ ਸੀ ਸ਼ੇਰਪੁਰ ਦਫ਼ਤਰ ਦੇ ਵਿੱਚ ਕਿਰਾਏ ਦੇ ਉੱਪਰ ਲਗਾਈ ਸੀ, ਬਕਾਇਦਾ ਤੁਹਾਨੂੰ ਕਿਰਾਇਆ ਦਿੱਤਾ ਜਾਂਦਾ ਸੀ, ਡੀਜ਼ਲ ਪਵਾਇਆ ਜਾਂਦਾ ਸੀ, ਫਿਰ ਤੁਹਾਡੇ ਵੱਲੋਂ ਇਹ ਝੂਠ ਕਿਉਂ ਬੋਲਿਆ ਗਿਆ ਵੀ ਮੈਂ ਆਪਦੇ ਉਹਦੇ ਵੱਲੋਂ ਲਾਈ? ਵੀਰ ਜੀ ਮੇਰੀ ਗੱਲ ਸੁਣੋ, ਮੈਂ ਗੱਡੀ ਆਪਦੇ ਵੱਲੋਂ ਲਾਈ ਸੀ, ਕਮਲਦੀਪ ਨੇ ਕਿਹਾ ਸੀ ਇਹਦੇ ਘਰੇ ਦਫ਼ਤਰ ਆ। ਜੋ ਕਮਲਦੀਪ ਨੇ ਗੱਡੀ ਲਵਾਈ ਸੀ ਨਾ ਤੁਹਾਡੀ? ਹਾਂ, ਕਮਲਦੀਪ ਨੇ ਗੱਡੀ ਕਿਹਾ ਬਈ ਤੂੰ ਲਾ, ਠੀਕ ਹੈ ਨਾ, ਖਰਚਾ ਕਰ ਕੋਈ ਨਾ, ਬਾਅਦ 'ਚ ਤੈਨੂੰ 2 ਢੋਲਾਂ ਦੇ ਪੈਸੇ ਵੀ ਦੇ ਦਾਂਗੇ। ਕਮਲਦੀਪ ਨੇ ਤਾਂ ਕਹਿਣਾ ਹੈ ਵੀ ਇਸ ਦੀ ਮੈਂ ਗੱਡੀ ਲੜ ਕੇ ਲਵਾਈ ਸੀ, ਵੀ ਇਹ ਗਰੀਬ ਬੰਦਾ ਹੈ, ਘਰ ਦਾ ਗੁਜ਼ਾਰਾ ਚੱਲ ਜੂ, ਇਸ ਕਰਕੇ ਕਮਲਦੀਪ ਨੇ ਗੱਡੀ ਲਵਾਈ ਸੀ, ਤੈਨੂੰ ਖਰਚਾ ਹੀ ਮਿਲਦਾ ਰਿਹਾ ਉੱਥੋਂ। ਇਹ ਵੀਰ ਜੀ ਮੇਰੀ ਗੱਲ ਸੁਣੋ, ਜਦੋਂ ਮੇਰੀ ਗੱਡੀ ਲੱਗੀ ਆ ਨਾ ਉਦੋਂ ਮੇਰੇ ਲਵੇ ਵਾਹਨ ਵੀ ਹੈਗਾ ਤੀ ਵੀਰ ਜੀ, ਠੀਕ ਆ ਨਾ। ਬਈ ਗਰੀਬ ਬੰਦਾ ਮੇਰੇ ਲਵੇ ਹੋਰ ਪਾਰਟੀਆਂ ਦੇ ਬੰਦੇ ਕਹਿੰਦੇ ਤੀ, ਠੀਕ ਆ ਨਾ, ਕਹਿੰਦੇ ਗੱਡੀ ਬਈ ਜਾਂ ਅਕਾਲੀਆਂ ਨਾਲ ਆ ਤੇ ਕਾਂਗਰਸ ਨਾਲ, ਠੀਕ ਆ। ਬਈ ਮੈਨੂੰ ਜੋ ਸੀ ਇੰਨਾ ਤੀ, ਠੀਕ ਆ ਨਾ। ਜੋ ਕਮਲਦੀਪ ਇਲਜ਼ਾਮ ਲਾ ਰਿਹਾ ਬਈ ਸਾਰੇ ਝੂਠੇ ਨੇ, ਠੀਕ ਹੈ। ਬਾਕੀ ਕਮਲਦੀਪ ਆ ਇਹ ਗੱਲ ਵੀ ਕਹਿ ਰਿਹਾ ਬਈ, ਠੀਕ ਆ, 4 ਪਿੰਡ ਬਈ ਇਹ ਬੰਦਾ 30 ਪਿੰਡ ਕੱਢਦਾ ਤੀ, ਠੀਕ ਆ ਨਾ। ਬਾਈ ਮੇਰੇ ਮੈਂ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ। ਕਮਲਦੀਪ ਦਾ ਕਹਿਣਾ ਵੀ ਅਸੀਂ ਨੂੰ 7 ਪਿੰਡ ਦਿੱਤੇ ਹੋਏ ਸੀ, ਠੀਕ ਹੈ, ਤੁਸੀਂ 9 ਪਿੰਡ ਆਪਦੀ ਮਰਜ਼ੀ ਨਾਲ ਕੱਢਦੇ ਸੀ, ਜਦ ਤੁਹਾਨੂੰ 7 ਪਿੰਡ ਦਾ ਖਰਚਾ ਮਿਲਦਾ ਸੀ ਤੁਸੀਂ 9 ਪਿੰਡ ਕੱਢਦੇ
ਕੱਢਦੇ ਸੀ? ਵੀਰੇ ਗੱਲ ਸੁਣ ਮੇਰੀ, ਮੈਨੂੰ 7 ਪਿੰਡ ਕਹਿ ਦਿੰਦੇ ਤੀ ਊਂ ਦਫ਼ਤਰ ਵੱਲੋਂ, ਮੰਨ ਲਾ ਵੀ ਸ਼ੇਰਪੁਰ ਦਫ਼ਤਰ ਵੱਲੋਂ ਦਫ਼ਤਰ 'ਚ ਉੱਥੇ ਮੇਰੇ ਸਾਈਨ ਮਰਵਾ ਲਾਂਦੇ ਤੀ। ਇਹ ਗੱਲ ਸੁਣ ਲਓ, ਇਹ ਕਹਿੰਦੇ ਨੇ ਹਾਥੀ ਵੀ ਸਾਡਾ ਹਾਥੀ ਲਾਇਆ ਹੋਇਆ ਤੀ, ਠੀਕ ਹੈ ਨਾ, ਜਿਹਨੂੰ ਆਪਾਂ ਕਹਿੰਦੇ ਨੇ ਵੀ 4 ਰੁਪਈਆ ਹਾਥੀ, ਠੀਕ ਹੈ। ਇੱਕ ਟਵੈਰਾ ਗੱਡੀ ਵੀ ਹੁੰਦੀ ਤੀ, ਠੀਕ ਹੈ ਵੀਰ ਜੀ। ਜੋ ਦਫ਼ਤਰ ਵੱਲੋਂ ਦਿੱਤਾ ਗਿਆ ਮੈਨੂੰ 5000 ਰੁਪਈਆ ਦਿੱਤਾ ਗਿਆ, ਠੀਕ ਹੈ ਨਾ। ਉਹਨਾਂ ਦਾ ਕਹਿਣਾ ਵੀ ਸਾਡੇ ਵੱਲੋਂ ਹਾਂਜੀ ਜਿਹੜਾ ਇਹਨੂੰ 15000 ਰੁਪਇਆ ਬਕਾਇਦਾ ਦਿੱਤਾ ਗਿਆ ਹੈ। ਇਹਦਾ ਜਿਹੜੀ ਦਿਹਾੜੀ ਬਣਦੀ ਸੀ 20 ਦਿਨ ਪਤਾ ਨਹੀਂ 25 ਦਿਨ ਤੁਹਾਡੀ ਗੱਡੀ ਚੱਲੀ, ਉੱਥੇ ਜਿਹੜੇ ਮੋਹਤਵਰ ਸੀ ਉਹ ਉੱਥੇ ਮੌਜੂਦ ਸੀ, ਠੀਕ ਹੈ। ਉਹਨਾਂ ਦਾ ਕਹਿਣਾ ਵੀ ਅਸੀਂ ਸ਼ੇਰਪੁਰ ਦੇ ਵਿੱਚ 25000 ਰੁਪਇਆ ਖਰਚਾ ਕੀਤਾ ਦਫ਼ਤਰ ਦਾ ਚੋਣਾਂ ਦੇ ਵਿੱਚ, ਤੁਸੀਂ 7 ਲੱਖ ਕਿਵੇਂ ਕਰਦੇ? ਦੇਖੋ ਵੀਰ ਜੀ, 4.5 ਲੱਖ ਦੀ ਗੱਡੀ ਹੋ ਗਈ ਵੀਰ ਜੀ। ਤੁਸੀਂ ਗੱਡੀ ਵਿੱਚ ਨਾ ਗਿਣੋ ਨਾ, 4.5 ਲੱਖ ਦੀ ਉਹ ਤਾਂ ਤੁਸੀਂ ਆਪਦੀ ਕਮਾਈ ਵਾਸਤੇ ਲਈ ਹੈ ਨਾ, ਭਗਵੰਤ ਮਾਨ ਵਾਸਤੇ ਥੋੜੀ ਤੁਹਾਨੂੰ 4.5 ਲੱਖ ਦੀ ਗੱਡੀ ਲਈ ਹੈ। 4 ਲੱਖ ਦੀ ਗੱਡੀ ਤੁਸੀਂ ਆਪਦੀ ਕਮਾਈ ਕਰਨ ਵਾਸਤੇ ਲਈ ਸੀ, ਆਪਦੇ ਕਿਰਾਏ ਵਾਸਤੇ ਲਈ ਸੀ। ਵੀਰ ਜੀ ਉਹ ਗੱਡੀ ਮੈਂ ਜਦੋਂ ਲਈ ਤੀ ਨਾ, ਮੈਂ ਵੋਟਾਂ ਕਰਕੇ ਲਈ ਤੀ ਵੀ ਬੰਦੇ ਵੱਧ ਬੈਠਿਆ ਕਰਨ, ਠੀਕ ਹੈ ਨਾ ਬਈ। 8 ਤੇ 10 ਸਾਈਡਾਂ ਤੇ ਵੀ ਬੰਦੇ ਬਹਿ ਜਾਂਦੇ ਤੀ ਵੀਰ ਜੀ। ਮੇਰੀ ਗੱਡੀ, ਠੀਕ ਹੈ ਨਾ, ਜੋ ਉਹ ਕਹਿੰਦੇ ਨੇ 30 ਪਿੰਡਾਂ 'ਚ ਬੰਦਿਆਂ ਨੂੰ ਸਾਰਿਆਂ ਨੂੰ ਟੋਟਲ ਵੀਰ ਜੀ ਪਤਾ ਵੀ ਗੱਡੀ ਚੱਲਦੀ ਤੀ, ਠੀਕ ਹੈ ਨਾ ਬਈ। ਗੱਡੀ ਦਿਨ ਤੁਸੀਂ ਗੱਲ ਕਰੀ ਸੀ ਟੋਪੀਆਂ ਦੀ, ਬਿੱਲਿਆਂ ਦੀ ਤੇ ਪੋਸਟਰਾਂ ਦੀ। ਪਹਿਲੀ ਗੱਲ ਤਾਂ ਟੋਪੀਆਂ ਤੇ ਬਿੱਲੇ ਪੰਜਾਬ ਦੇ ਵਿੱਚ ਛਪਦੇ ਨੇਗੇ, ਇਹ ਆਮ ਆਦਮੀ ਪਾਰਟੀ ਦਿੱਲੀ ਤੋਂ ਆਉਂਦੇ, ਤੁਸੀਂ ਕਿਵੇਂ ਛਪਾ ਲਏ? ਵੀਰੇ ਉੱਥੇ ਮਹਿਲ ਕਲਾਂ ਜੋ ਦਫ਼ਤਰ ਤੀ ਨਾ, ਉੱਥੇ ਜੋ ਪੋਸਟਰ ਕੱਢਦੇ ਸੀਗੇ ਆਪਣੇ ਫਲੈਕਸਿੰਗ ਆਪਾਂ ਵੱਡੇ ਕਢਾ ਲੈਣੇ ਆ, ਉੱਥੇ ਵੀਰੇ ਉਹ ਬਿੱਲੇ ਬੈਚੂ ਬਣਾਉਂਦੇ ਸੀ, ਠੀਕ ਆ। ਪਤਾ ਨਹੀਂ ਮੈਨੂੰ ਉੱਥੋਂ ਆਉਂਦੇ ਸੀ, ਉਹ ਪੈਸੇ ਲੈ ਕੇ ਦਿੰਦਾ ਸੀ ਬੰਦਾ, ਠੀਕ ਆ, ਚਾਹੇ ਦੀ ਦਿੱਲੀੋਂ ਆਉਂਦੇ ਸੀ, ਕਿਉਂਕਿ ਮੈਂ ਤਾਂ ਪੈਸਾ ਦਿੰਦਾ ਸੀ। ਕਿੰਨੇ ਦਿਨ 'ਚ ਆ ਜਾਂਦੇ ਸੀ ਪੋਸਟਰ ਬਣ ਕੇ? ਇਹ ਜਿਹੜੇ ਪੋਸਟਰ ਦੇ ਬਿੱਲੇ ਸੀ ਉਹ ਵੀਰੇ ਤੀਜੇ ਚੌਥੇ ਦਿਨ ਦਿੰਦਾ ਸੀਗਾ, ਠੀਕ ਹੈ ਨਾ। ਤੀਜੇ ਚੌਥੇ ਦਿਨ ਆਏ ਤਾਂ ਹੈ ਨਹੀਂ ਤੇ ਵੀ ਹੁਣ ਪੈਸੇ ਦੇਤੇ, ਤੀਜੇ ਚੌਥੇ ਦਿਨ ਦਿੰਦਾ ਸੀ ਵੀਰੇ, ਠੀਕ ਹੈ ਨਾ। ਪੈਸੇ ਲੈ ਲੈਂਦਾ ਸੀ ਪਹਿਲਾਂ ਅੱਧੇ, ਠੀਕ ਹੈ ਨਾ, ਅੱਧੇ ਬਾਅਦ 'ਚ ਜਦੋਂ ਆਪਾਂ ਨੂੰ ਚੀਜ਼ ਮਿਲ ਜਾਂਦੀ ਸੀ। ਤੁਸੀਂ ਕਹਿੰਦੇ ਮੈਂ 17000 ਦੀ ਰੋਟੀ ਖਵਾਤੀ, 17000 ਦੀ ਰੋਟੀ ਕਿਵੇਂ ਖਵਾਤੀ? ਕਿੰਨੇ ਬੰਦੇ ਨੂੰ ਖਵਾਤੀ ਤੁਸੀਂ? ਹਲਕੇ ਕਮਲ ਪਾਰਟੀ ਦੇ ਵਰਕਰਾਂ ਦਾ ਕਹਿਣਾ ਕਿ ਸਾਡੇ ਵਰਕਰ ਜ਼ਿਆਦਾ ਘਰੇ ਰੋਟੀ ਖਾਂਦੇ ਸੀ ਜਾਂ ਕਿਤੇ ਪਿੰਡ ਦੇ ਵਿੱਚ ਜਿੱਥੇ ਪ੍ਰੋਗਰਾਮ ਹੁੰਦਾ ਸੀ, ਕਿਤੇ ਰੱਖਿਆ ਹੁੰਦਾ ਸੀ, ਉੱਥੇ ਰੋਟੀ ਖਾਂਦੇ ਸੀ। ਫਿਰ ਤੁਸੀਂ ਕਿਹਨਾਂ ਨੂੰ ਰੋਟੀ ਖਵਾਤੀ? ਵੀਰ ਜੀ ਜੋ ਨਵੇਂ ਮੁੰਡੇ ਸੀ ਜੁੜੇ ਵੇ ਸੀ, ਠੀਕ ਹੈ ਨਾ, ਪਾਰਟੀ ਦੇ ਨਾਲ ਉਦੋਂ, ਠੀਕ ਹੈ ਵੀਰ ਜੀ। ਮੈਂ ਵੀਰ ਰੈਸਟੋਰੈਂਟ ਤੀ ਰੈਲ ਸਟੈਕ ਦੇ ਗੱਡੀ ਦੂਰ ਖੜਾ ਕੇ ਨਾ ਬਈ ਪਾਰਟੀ ਦੇ ਧੱਬਾ ਨਾ ਲੱਗ ਜੇ, ਠੀਕ ਹੈ ਨਾ, ਗੱਡੀ ਦੂਰ ਖੜਾ ਕੇ ਰੈਲ ਸਟੈਕ ਦੀ ਦਾਰੂ ਵੀ ਲੈਂਦੇ ਹੁੰਦੇ ਸੀ, ਠੀਕ ਹੈ। ਮੀਟ ਨਾਲ ਰੋਟੀ ਖਾਂਦੇ ਸੀ ਵਿੱਚ ਬੰਦੇ। ਤੁਹਾਨੂੰ ਕੀ ਲੋੜ ਪੈ ਗਈ ਵੀ ਤੁਸੀਂ ਮੀਟ ਨਾਲ ਰੋਟੀ ਖਵਾਤੀ? ਤੁਸੀਂ ਤਾਂ ਗੱਡੀ ਕਿਰਾਏ ਤੇ ਲਾਈ ਹੋਈ ਸੀ, ਨਾ ਕਿ ਵੀ ਇਸ ਪਾਰਟੀ ਦਾ ਤੁਸੀਂ ਕਿਰਾਇਆ ਵੀ ਦਿੱਤਾ ਗਿਆ ਤੁਹਾਨੂੰ, ਬਕਾਇਦਾ ਤੇਲ ਵੀ ਤੁਹਾਡੇ 'ਚ ਪਾਇਆ ਗਿਆ। ਤੁਸੀਂ ਕਹਿੰਦੇ 7000 ਦਾ ਤੇਲ, 7000 ਦਾ ਪਿੰਡ ਦਾ ਤੁਸੀਂ 9 ਕੱਢਦੇ ਸੀ, 7000 ਦਾ ਤੇਲ ਗੱਡੀ। ਮੇਰੀ ਗੱਲ ਸੁਣੋ ਵੀਰ ਜੀ, ਮੈਂ ਕਹਿਣਾ ਬਈ 7000 ਦਾ ਤੇਲ ਗੱਡੀ ਦਿਨ ਰਾਤ ਚੱਲਦੀ ਸੀ, ਠੀਕ ਹੈ ਨਾ। ਜਿਹੜਾ ਉਹ ਕਹਿੰਦੇ ਨੇ ਵੀ ਗੱਡੀ ਤੇ, ਠੀਕ ਹੈ, ਮੈਂ ਇੱਕ ਜੁੰਟ ਨਹੀਂ ਤੀ ਲੱਗੀ ਵੀ, ਜੁੰਟ ਕਾਤਰੋਂ ਤੋਂ ਲੱਗੀਆਂ ਵੀ ਤੀ, ਠੀਕ ਹੈ ਨਾ। ਰਾਤ ਨੂੰ ਗੱਡੀ ਚੱਲਦੀ ਸੀ, ਕਮਲਦੀਪ ਕਹਿੰਦਾ ਹੁੰਦਾ ਸੀ ਮੇਰੇ ਸਹੁਰੇ ਨੇ ਇਹਦੇ ਠੁੱਲੀ ਵਾਲੀ, ਠੀਕ ਹੈ ਜੀ, ਉੱਥੇ ਜਾਂਦੀ ਰਹੀ ਆ। ਉਦੋਂ ਬਾਅਦ ਮੇਰੇ ਪਿੰਡ 'ਚ ਲਵੇ ਪਿੰਡਾਂ 'ਚ ਗੱਡੀ ਰਾਤ ਨੂੰ ਆਏ ਘੁੱਕਦੀ ਰਹੀ ਆ ਵੀ ਕਾਂਗਰਸ ਪਾਰਟੀ ਕੋਈ ਵੀ ਪਾਰਟੀ ਦਾਰੂ ਨਾ ਸਿੱਟੇ, ਠੀਕ ਆ ਬਈ। ਨਵੀਂ ਪਾਰਟੀ ਆ, ਭਗਵੰਤ ਮਾਨ ਉੱਠਿਆ ਬਈ ਹਾਰ ਨਾ ਜਾਵੇ, ਠੀਕ ਆ। ਮੇਰੀ ਗੱਡੀ ਵੀਰੇ ਚੱਲੀ ਆ ਟੋਟਲ ਭਰਾ ਜੀ, ਠੀਕ ਆ। ਜੋ ਕਮਲਦੀਪ ਇਲਜ਼ਾਮ ਲਾ ਰਿਹਾ, ਠੀਕ ਆ ਨਾ, ਸਾਡੇ ਬਾਬਿਆਂ ਦੀ ਜਗ੍ਹਾ ਉੱਤਰਦੇਵ ਜੀ। ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ, ਕਿਤੇ ਤੁਸੀਂ ਇਹ ਕੰਮ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਤਾਂ ਨਹੀਂ ਕਰ ਰਹੇ ਵੀ ਤੁਸੀਂ ਜਿਹੜੀ ਇੰਟਰਵਿਊ ਦਿੱਤੀ ਹੈ ਵੀ ਇਹ ਪਾਰਟੀ ਨੂੰ ਬਦਨਾਮ ਕਰਕੇ ਮੈਂ ਕੋਈ ਨਾ ਕੋਈ ਚੀਜ਼ ਹਾਸਲ ਕਰ ਲਾਂ? ਤੁਹਾਡਾ ਪਿੰਡ ਦਾ ਆਪਦਾ ਤਾਂ ਰੌਲਾ ਤਾਂ ਨਹੀਂ ਕਿਤੇ ਪਿੰਡ 'ਚ ਤੁਹਾਡੀ ਪਾਰਟੀਬਾਜ਼ੀ ਹੋਵੇ ਤਾਂ ਤੁਸੀਂ ਇਹ ਬਿਆਨ ਦਿੱਤੇ ਹੋਣ? ਪਹਿਲਾਂ ਕਿਉਂ ਨਹੀਂ ਤੁਸੀਂ ਮੀਡੀਆ ਸਾਹਮਣੇ ਆਏ? ਅੱਜ ਭਗਵੰਤ ਮਾਨ ਨੂੰ ਤੁਸੀਂ 2014 ਵਿੱਚ ਕਹਿ ਰਹੇ ਚੋਣ ਲੜੀ ਹੈ, ਕਿੰਨਾ ਟਾਈਮ ਹੋ ਚੁੱਕਿਆ? 5 ਸਾਲ ਪਿੱਛੇ ਐਮਪੀ ਰਹਿ ਗਏ, 2 ਸਾਲ ਕਰੀਬ ਹੁਣ ਹੋ ਚੁੱਕੇ ਨੇ। ਤੁਸੀਂ ਪਹਿਲਾਂ ਕਿਉਂ ਨਹੀਂ ਦਫ਼ਤਰ ਕਿਉਂ ਨਹੀਂ ਗਏ? ਤੁਸੀਂ ਬਚਨ ਦੀ ਗੱਲ ਕੀਤੀ, ਕੀ ਨਾ ਸੀ ਉਹਨਾਂ ਦਾ? ਤੁਸੀਂ ਉਹਨਾਂ ਨੂੰ ਤਾਂ ਹਰੇਕ ਨੂੰ, ਕਮਲ ਦਾ ਕਹਿਣਾ ਵੀ ਤਾਂ ਹਰੇਕ ਨੂੰ ਕਹਿੰਦੇ ਸੀ ਵੀ ਤੁਸੀਂ ਵਧੀਆ ਮਿਹਨਤ ਕਰ ਰਹੇ ਹੋ ਪਾਰਟੀ ਵਾਸਤੇ। ਤੁਸੀਂ ਪਹਿਲਾਂ ਕਿਉਂ ਨਹੀਂ ਮੀਡੀਆ ਦੇ ਸਾਹਮਣੇ ਅੱਜ ਕਿਉਂ ਆਏ? ਮੇਰੀ ਵੀਰੇ ਗੱਲ ਸੁਣੋ, ਉਦੋਂ ਬਾਬੇ ਨਾਨਕ ਦੀ ਕਿਰਪਾ ਨਾਲ ਵੀਰੇ ਆਪਣਾ ਘਰ ਰੁਜ਼ਗਾਰ ਵਧੀਆ ਚੱਲਦਾ ਸੀ, ਠੀਕ ਹੈ ਨਾ ਵੀਰ ਜੀ। ਮੀਡੀਆ ਮੈਂ ਪਹਿਲਾਂ ਇਹਨਾਂ ਨੂੰ ਫੋਨ ਕਰਦਾ ਰਿਹਾ, ਇਹਦਾ ਵੀ ਰੀਪੀਏ ਹੁੰਦਾ ਸੀ, ਠੀਕ ਹੈ ਵੀਰ ਜੀ। ਮੈਂ ਹੁਣ ਮੀਡੀਆ ਤੇ ਅੱਕ ਕੇ ਤਾਂ ਆਇਆ ਬਾਈ, ਪਾਰਟੀ ਦਾ ਮੈਂ ਇੰਨਾ ਜੋਸ਼ ਕਰਿਆ, ਠੀਕ ਹੈ ਨਾ। ਪਿੰਡ ਦੇ ਤੁਹਾਡੇ ਪਾਰਟੀ ਦੇ ਵਰਕਰ ਹੈਗੇ ਸੀ, ਤੁਹਾਡੀ ਗੱਡੀ ਜਦੋਂ ਕਮਲਦੀਪ ਨੇ ਪਾਰਟੀ ਦਫ਼ਤਰ 'ਚ ਲਵਾਈ ਸੀ, ਤੁਸੀਂ ਕਮਲਦੀਪ ਕਿਉਂ ਨਹੀਂ ਮਿਲੇ ਜਾ ਕੇ? ਕਿਉਂ ਨਹੀਂ ਉਹਨੂੰ ਫੋਨ ਕੀਤਾ? ਕਮਲਦੀਪ ਨੂੰ ਬਾਈ ਮੈਂ ਮਾੜਾ ਜਿਹਾ ਘਰੇਲੂ ਲੜਾਈ ਹੋ ਗਈ ਤੀ ਸਾਡੇ ਘਰੇ, ਅਸੀਂ ਘਰੋਂ ਫੋਨ ਲਾਇਆ ਪੰਚਾਇਤ ਮੈਂਬਰ ਹੋਣ ਦੇ ਨਾਂ 'ਤੇ, ਠੀਕ ਹੈ। ਫੋਨ ਹੀ ਕੱਟ ਗਿਆ, ਕਹਿੰਦਾ ਆਉਣਾ ਵੀਰੇ ਮੁੜ ਕੇ ਮੇਰੇ ਬਾਣ ਦੇ ਰੌਲੇ 'ਚ, ਠੀਕ ਆ, ਉਰੇ ਰੌਲਾ ਪੈਂਦਾ ਰਿਹਾ। ਕਮਲਦੀਪ ਕਦੇ ਮੇਰੇ ਰੌਲੇ 'ਚ ਆ ਕੇ ਨਹੀਂ ਖੜਿਆ ਵੀ ਬੰਦੇ ਨੇ। ਤੁਹਾਡੇ ਪਿੰਡ 'ਚੋਂ ਪਤਾ ਕੀਤਾ ਵੀ ਤੁਹਾਨੂੰ ਜਿੰਨੀ ਜ਼ਮੀਨ ਵੇਚੀ ਆਯਾਸ਼ੀ ਕਰਕੇ ਵੇਚੀ, ਪਹਿਲਾਂ ਟਰੈਕਟਰ ਲਿਆਂਦਾ 6 ਲੱਖ ਦਾ ਕਿਹਾ ਗਿਆ, ਫਿਰ ਗੱਡੀਆਂ ਤੇ ਲਿਆਂਦੀਆਂ, ਗੱਡੀ ਲਿਆ ਕੇ ਤੋਂ ਜਿਹੜੀ ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਦੀ ਰੈਲੀ 'ਚ ਟੁੱਟੀ, ਇਹ ਕਹਿਣਾ ਵਰਕਰਾਂ ਦੀ ਤੁਸੀਂ ਖੰਭੇ 'ਚ ਮਾਰ ਕੇ ਤੋੜੀ ਹੋ ਗੱਡੀ। ਭਗਵੰਤ ਮਾਨ ਦੀ ਰੈਲੀ 'ਚ ਸਕਾਰਪੀਓ ਗੱਡੀ ਚੱਲੀ ਆ ਬਾਈ, ਜੋ ਖੰਭੇ 'ਚ ਮਾਰ ਕੇ ਗੱਡੀ ਟਰਾਂਸਫਾਰਮਰ 'ਚ ਵੱਜੀ ਆ ਨਾ, ਉਹ ਆਊਟਰਾ ਗੱਡੀ ਵੱਜੀ ਆ, ਡਿੱਗੀ ਵਾਲੀ, ਚੈਰੀ ਰੰਗ ਦੀ 26 ਨੰਬਰ DL 3 ਨੰਬਰ, ਉਹ ਵੀ ਪਾਤੜਾਂ ਤੋਂ ਆਈ ਤੀ, ਠੀਕ ਹੈ। ਉਹ ਵੀ ਮੈਂ ਲਿਆਇਆ ਤੀ, ਉਹ ਗੱਡੀ ਮੁੰਡਾ ਚਲਾਉਂਦਾ ਤੀ ਸਾਡੇ, ਉਹ ਮੁੰਡੇ ਦੀ ਡੈਥ ਹੋ ਗਈ ਸਾਡੇ ਘਰਾਂ 'ਚ ਹੀ ਤੀ, ਉਹ ਤੋਂ ਗੱਡੀ ਸਮਝ ਨਹੀਂ, ਠੀਕ ਹੈ ਨਾ। 에ਅਰ ਬੈਗ ਨਿਕਲ ਗਏ, ਉਹ ਮੁੰਡੇ ਬਚ ਗਏ, ਗੱਡੀ ਖਤਮ ਹੋ ਗਈ ਤੀ, ਠੀਕ ਹੈ। 1.5 ਲੱਖ ਰੁਪਈਆ ਉਹਦਾ ਕਲੇਮ ਵੀ ਭਰਿਆ ਬਾਈ ਅਸੀਂ, ਠੀਕ ਹੈ ਨਾ। ਮੇਰੀ ਗੱਡੀ 80000 ਦੀ ਇਹਨਾਂ ਨਹੀਂ ਰੱਖੀ ਤੀ, ਠੀਕ ਹੈ ਨਾ, ਪਿੰਡ ਦੇ ਬੰਦਿਆਂ ਨੇ।
ਮੈਂ ਗੱਲ ਕਰਨੀ ਚਾਹਾਂਗਾ, ਤੁਸੀਂ ਕਹਿ ਰਹੇ ਹੋ ਬਾਰ-ਬਾਰ ਇਹੀ ਗੱਲ ਕਹਿ ਰਹੇ ਹੋ ਵੀ ਮੈਂ ਭਗਵੰਤ ਮਾਨ, ਤੁਹਾਡੇ ਲਈ ਕੋਈ ਸਬੂਤ ਵੀ ਨਹੀਂ ਹੈਗਾ, ਅਸੀਂ ਪਹਿਲਾਂ ਤੁਹਾਡੀ ਇੰਟਰਵਿਊ ਕਰਕੇ ਚਲੋ ਕੋਈ ਗੱਲ ਨਹੀਂ, ਤੁਸੀਂ ਕਹਿ ਰਹੇ ਹੋ ਤੁਸੀਂ ਤੇਲ ਪਵਾਉਂਦੇ ਰਹੇ ਹੋ ਪੰਪ ਤੋਂ, ਕਿੰਨੇ ਦਾ ਤੇਲ ਸੀ, ਕਿੱਥੇ ਕਿੱਥੇ ਤੁਹਾਡੀ ਗੱਡੀ ਜਾਂਦੀ ਸੀ? ਵੀਰੇ ਆਲੇ ਦਾਲੇ ਜੋ ਟੋਟਲ ਸਾਡੇ ਪਿੰਡ ਪੈਂਦੇ ਨੇ ਲਵੇ ਲਾਗੇ, ਠੀਕ ਹੈ ਨਾ, ਸਾਰੇ ਪਿੰਡਾਂ 'ਚ ਹੀ ਜਾਂਦੇ ਸੀ ਜਿੱਥੇ ਭਗਵੰਤ ਮਾਨ ਜਾਂਦਾ ਸੀ ਜਾਂ ਰੋਡ ਸ਼ੋਅ, ਠੀਕ ਆ। ਪ੍ਰੂਫ ਉਦੋਂ ਵੀਰੇ ਜਦੋਂ ਦਿਲੋਂ ਸਪੋਰਟ ਕਰੀ ਤੀ, ਇੱਕ ਤਾਂ ਐਂ ਹੁੰਦਾ ਵੀ ਪਾਰਟੀ ਹੈ, ਠੀਕ ਹੈ, ਇਹ ਦਫ਼ਤਰ ਵੱਲੋਂ ਕਹਿੰਦੇ ਨੇ, ਠੀਕ ਆ, ਦਫ਼ਤਰ ਵੱਲੋਂ ਗੱਡੀ ਦੇ ਪੰਪ ਦੇ ਪਰਚੀ ਤੇ ਲਿਖਿਆ ਵੀ ਜਾਂਦਾ, ਠੀਕ ਹੈ ਨਾ, ਬਈ ਆਹ ਗੱਡੀ ਨੂੰ ਇੰਨਾ ਦਫ਼ਤਰ 400 ਦਾ ਤੇਲ ਦਿੰਦਾ, ਪਿੰਡਾਂ ਨੂੰ 4 ਪਿੰਡਾਂ 'ਚ ਗੱਡੀ ਜਾਂਦੀ ਆ 500 ਦਾ, ਠੀਕ ਆ। ਮੈਂ ਤਾਂ ਆਪਦੇ ਜੋਸ਼ ਵੱਲੋਂ ਬਾਈ ਫੁੱਲ ਸਪੋਰਟ ਕਰੀ ਆ, ਮੈਂ ਤਾਂ ਪਿੰਡ ਦੇ ਬੰਦੇ ਨੂੰ। ਪਹਿਲੀ ਗੱਲ ਤਾਂ ਉਹਨਾਂ ਨਾਲ ਗੱਲ ਕਰਨੀ ਚਾਹੂੰਗਾ, ਉੱਥੇ ਆਗੂ ਮੌਜੂਦ ਸੀ ਜਿਨ੍ਹਾਂ ਦੀ ਅਸੀਂ ਇੰਟਰਵਿਊ ਕਰਕੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਪ੍ਰਚਾਰ ਕਰਨ ਵਾਸਤੇ 3 ਵੱਡੇ ਕੈਂਟਰ ਰੱਖੇ ਹੋਏ ਸੀ। ਤੁਹਾਡੀ ਸਾਰਿਆਂ ਨਾਲੋਂ ਵੱਡੀ ਗੱਲ ਸੁਣੋ ਮੇਰੀ ਗੱਲ, 3 ਕੈਂਟਰ ਰੱਖੇ ਸੀ, ਫਿਰ ਤੁਹਾਡੀ ਗੱਡੀ ਤੇ ਪ੍ਰਚਾਰ ਕਦੋਂ ਕਰਤਾ? ਮੇਰੀ ਗੱਡੀ ਤੇ ਬਾਈ ਕੈਂਟਰ ਰੱਖੇ ਵੇ ਤੀ 3 ਵੱਡੇ ਟੈਂਪੂ ਰੱਖੇ ਵੇ ਤੀ, ਉਹ 'ਚ ਸਾਊਂਡ ਚੱਲਦਾ ਹੁੰਦਾ ਸੀ, ਠੀਕ ਆ ਨਾ, ਗਾਣਾ ਜਦੋਂ ਰੋਡ ਸ਼ੋਅ ਕਰਦਾ ਸੀ ਉਹ 'ਚ ਸਾਊਂਡ ਚੱਲਦਾ ਹੁੰਦਾ ਸੀ, ਠੀਕ ਆ। ਗੁਰਵਿੰਦਰ ਬਰਾੜ ਵਰਗੇ ਆਉਂਦੇ ਸੀ, ਠੀਕ ਆ ਨਾ, ਜਦੋਂ ਗੱਡੀ ਮੇਰੀ ਚੱਲਦੀ ਸੀ ਸਕੋਰਪੀਓ, ਠੀਕ ਆ। ਮੇਰੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਪੁੱਛੋ ਵੀ ਗੱਡੀ ਤੇ ਜੁੰਟਾਂ ਲੱਗੀਆਂ। ਤੁਹਾਡੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਵੀ ਕਿਹਾ, ਜਿੱਥੇ ਸ਼ੇਰਪੁਰ ਦਫ਼ਤਰ 'ਚ ਤੁਹਾਡੀ ਗੱਡੀ ਲੱਗੀ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਗੱਡੀ ਦੇ ਸਪੀਕਰ ਜੁੰਟਾਂ ਲੱਗੀਆਂ ਸੀ, ਪਿੰਡਾਂ 'ਚ ਪ੍ਰਚਾਰ ਕਰਨ ਵਾਸਤੇ ਜਾਂਦੀ ਸੀ, ਸਿਰਫ ਓਨਲੀ ਸਾਡੇ ਵੱਲੋਂ ਪ੍ਰਚਾਰ ਕਰਨ ਤੇ ਰੱਖੀ ਸੀ, ਅਸੀਂ ਵੀ ਇਸ ਗੱਡੀ 'ਚ ਵਿੱਚ ਜਾਂਦੇ ਸੀ ਪ੍ਰਚਾਰ ਕਰਨ ਵਾਸਤੇ, ਠੀਕ ਹੈ। ਨਾ ਕੋਈ 17,000 ਦੀ ਰੋਟੀ ਖਾਧੀ, ਨਾ ਕੋਈ 7,000 ਦਾ ਤੇਲ ਪਵਾਇਆ ਗਿਆ, ਸਾਡੇ ਵੱਲੋਂ ਤੇਲ ਖਰਚਾ ਦਿੱਤਾ ਕਿ ਦਿਹਾੜੀ ਤੇ ਗੱਡੀ ਰੱਖੀ ਗਈ। ਮੇਰੀ ਬਾਈ ਜੇ ਇਹ ਗੱਲ ਕਹਿੰਦੇ ਨੇ ਸਾਡੇ ਸਮਾਧਾਂ ਨੇ ਸਾਰਿਆਂ ਨਾਲੋਂ ਵੱਡੀ, ਠੀਕ ਹੈ ਨਾ, ਸਮਾਧਾਂ ਤੇ ਆਏ ਆ ਜਵਾਕ ਲੈ ਕੇ ਚੜ ਜਾਣੇ ਇਹ ਆਪਦੇ, ਠੀਕ ਹੈ ਨਾ, ਬਈ ਅਸੀਂ ਤੇਲ ਖਰਚਾ ਦਿੱਤਾ ਹੈ, ਮੈਂ ਸਭ ਕੁਝ ਹੀ ਛੱਡ ਦੂੰ ਬਾਈ, ਠੀਕ ਆ। ਆਪਾਂ ਨੂੰ ਕੋਈ ਕਿਸੇ ਪਾਰਟੀਬਾਜੀ ਉੱਚੋਂ ਉੱਠ ਕੇ ਨਹੀਂ ਆਪਾਂ ਕਹਿ ਰਹੇ, ਆਪਾਂ ਭਗਵੰਤ ਮਾਨ ਨੂੰ ਇਹ ਕਹਿ ਰਹੇ ਹਾਂ ਬਈ ਜੇ ਮੈਂ ਤੇਰੇ ਲਈ ਇੰਨਾ ਕੁਛ ਕਰਿਆ, ਠੀਕ ਆ, ਮੈਨੂੰ ਕੋਈ ਰੁਜ਼ਗਾਰ ਮੁਹੱਈਆ ਕਰਵਾ ਦੇ। ਗੱਲ ਕਰਨੀ ਚਾਹੂੰਗਾ, ਕਿਤੇ 2022 ਦੀਆਂ ਚੋਣਾਂ ਨੇੜੇ ਆ ਰਹੀਆਂ, ਤੁਸੀਂ ਪਾਰਟੀਬਾਜੀ ਦੇ ਪਿੱਛੇ ਲੱਗ ਕੇ ਤਾਂ ਨਹੀਂ ਇਹ ਕੁਛ ਕਰ ਰਹੇ, ਕਿਤੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ? ਜਿਹੜੇ 2013 ਤੋਂ ਬੰਦੇ ਜੁੜੇ ਹੋਏ ਨੇ, ਤੁਹਾਨੂੰ ਉਹ ਵੀ ਨਹੀਂ ਜਾਣਦੇ ਹੈਗੇ? ਜਿਹੜੇ 2013 ਤੋਂ ਪਾਰਟੀ ਨਾਲ ਜੁੜੇ ਹੋਏ ਬੰਦੇ ਨੇ, ਜਿਹੜੇ ਵੱਡੇ ਬੰਦੇ ਨੇ, ਉਹ ਵੀ ਨਹੀਂ ਜਾਣਦੇ, ਕਹਿੰਦੇ ਉਹਨਾਂ ਦਾ ਹੀ ਕਹਿਣਾ ਵੀ ਤਾਂ ਸਿਰਫ ਦਿਹਾੜੀ ਤੇ ਤੇਰੇ ਪਿੰਡ ਦੇ ਜਿਹੜਾ ਬੰਦਾ ਹੈ, ਕੀ ਨਾਮ ਹੈ, ਕਮਲਦੀਪ ਨੇ, ਉਹਨੇ ਗੱਡੀ ਲਵਾਈ ਸੀ, ਉਹ ਵੀ ਕਹਿ ਕੇ ਵੀ ਇਹ ਬੰਦਾ ਗਰੀਬ ਹੈ, ਇਹਦੀ ਗੱਡੀ ਲਾਓ। ਮੇਰੀ ਗੱਲ ਸੁਣੋ ਬਾਈ, ਜਦੋਂ ਉਹ ਕਹਿੰਦਾ ਬਈ ਬੰਦਾ ਗਰੀਬ ਆ, ਉਦੋਂ ਮੇਰੇ ਲਵੇ, ਠੀਕ ਆ ਨਾ, 2.5 ਕਿੱਲੇ ਜਿਹੜੇ ਮੈਨੂੰ ਬਾਅਦ 'ਚ ਵੇਚਣੇ ਪੈ ਗਏ, ਉਦੋਂ 2.5 ਕਿੱਲੇ ਮੇਰੇ ਲਵੇ ਹੈਗੇ ਤੀ, ਠੀਕ ਆ ਨਾ, ਗਰੀਬ ਉਹ ਕਹਿੰਦਾ, ਠੀਕ ਆ ਨਾ, ਉਦੋਂ ਮੇਰੇ ਲਵੇ ਸਾਰਾ ਕੁਛ ਤੀ। ਮੇਰੇ ਬਾਈ ਉਰੇ ਘਰੇ ਵੀ ਬੰਦੇ ਪਾਰਟੀ ਦੇ ਮੁੰਡੇ ਆਉਂਦੇ ਰਹੇ ਨੇ, ਆ ਮੇਰੇ ਪਿੰਡ ਦੇ ਮੋਹਤਬਰ ਬੰਦੇ ਬੈਠੇ ਨੇ, ਠੀਕ ਆ। ਆਹ ਬੰਦੇ ਉਦੋਂ ਕਾਲੀਆਂ 'ਚ ਤੀ, ਇਹਨੂੰ ਮੈਂ ਖੁਦ ਕਹਿਤਾ ਸੀ, ਮੈਂ ਕਿਹਾ ਮੈਂ ਚਾਹੀਦੀ ਮੈਥੋਂ ਪੈਸੇ ਵੋਟ ਦੇ ਲੈਣੀ, ਵੋਟ ਝਾੜੂ ਨੂੰ ਪਾਉਣੀ ਆ, ਠੀਕ ਆ। ਇਹ ਬੰਦਾ ਕਹਿੰਦਾ ਮੈਂ ਕੁਛ ਨਹੀਂ ਲੈਣਾ, ਵੋਟ ਝਾੜੂ ਨੂੰ ਪਾ ਦੂੰ। ਪਰਚੇ ਦਰਜ ਕਰਨ ਦੀ ਗੱਲ ਵੀ ਹੋਈ ਹੈ ਤੇਰੇ ਦੇ, ਵੀ ਤੁਹਾਡੇ ਤੇ ਪਰਚੇ ਦਰਜ ਹੋਏ ਨੇ ਵੀ ਤੁਸੀਂ ਨਸ਼ਾ ਬਹੁਤ ਕਰਦੇ ਹੋ। ਅੱਛਾ ਜੀ। ਤੇ ਹਲ ਵੀ ਵੇਚਦੇ, ਇੱਕ ਵਾਰੀ ਸਕੂਟਰੀ ਵੀ ਤੁਹਾਨੂੰ ਚੋਰੀ ਕਰਨ ਦੀ ਗੱਲ ਹੋਈ ਹੈ ਤੁਹਾਡੀ? ਸਕੂਟਰੀ ਬਾਈ 1 ਮਿੰਟ, ਕਿਹਦੀ ਸਕੂਟਰੀ ਚੋਰੀ ਹੋਈ ਆ? ਪਹਿਲਾਂ ਤਾਂ ਮੇਰੇ ਤੇ ਪਰਚੇ, ਠੀਕ ਆ ਨਾ, ਜੋ ਪਰਚੇ ਕਹਿੰਦੇ ਨੇ ਥਾਣਿਆਂ 'ਚ ਹੁੰਦੇ ਨੇ, ਠੀਕ ਆ, ਮੇਰੇ ਤੇ ਕੋਈ ਪਰਚਾ ਨਹੀਂ ਹੋਇਆ ਇਹੋ ਜਿਹਾ, ਠੀਕ ਹੈ, ਪਰਚਾ ਨਹੀਂ ਹੋਇਆ। ਬਾਕੀ ਜੋ ਇਹ ਕਹਿੰਦੇ ਨੇ ਚੋਰੀ ਹੋਈ ਆ, ਸਕੂਟਰੀ ਚੋਰੀ ਹੋਈ ਆ ਜਾਂ ਹਲ ਚੋਰੀ ਹੋਏ ਨੇ, ਠੀਕ ਆ ਵੀਰੇ, ਪਰਚਾ ਹੁੰਦਾ ਮੈਂ ਅੰਦਰ ਹੋਇਆ ਪਿਆ ਹੁੰਦਾ, ਠੀਕ ਹੈ ਨਾ, ਮੈਂ ਜੇਲ੍ਹ ਗਿਆ ਹੁੰਦਾ, ਠੀਕ ਹੈ ਨਾ। ਮੈਂ ਵੀਰੇ ਉਦੋਂ ਬਾਅਦ ਮੈਂ ਤਾਂ ਅੱਕ ਕੇ ਜਿਹੜੀ ਮੈਂ ਜੈਲੋ ਗੱਡੀ ਲਈ, ਮਹਿੰਦਰਾ ਵਾਲਿਆਂ ਨਾਲ ਮੇਰਾ ਕੇਸ ਚੱਲਿਆ, ਇੱਥੇ ਗੱਡੀ ਮੇਰੀ ਖਤਮ ਹੋਈ ਖੜੀ ਹੈ, ਠੀਕ ਹੈ। ਮੇਰੀਆਂ ਕਿਸ਼ਤਾਂ ਬਾਈ ਉੱਥੇ ਟੁੱਟ ਗਈਆਂ ਤੀ, ਠੀਕ ਹੈ ਨਾ, ਮੇਰੀਆਂ ਕਿਸ਼ਤਾਂ ਟੁੱਟ ਗਈਆਂ ਤੀ ਵੀਰੇ, ਠੀਕ ਹੈ ਨਾ, ਉਹਨਾਂ ਨੇ ਮੇਰੇ ਤੇ ਪਰਚਾ ਕਰਾਤਾ ਤੀ, ਠੀਕ ਹੈ। ਕੱਲਾ ਮੈਂ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੂੰਗਾ, ਤੁਸੀਂ ਬੈਂਡ ਦਿਖਾ ਸਕਦੇ ਹੋ, ਕਿਹਦਾ ਬੈਂਡ ਹੈ ਮਾੜਾ ਜਿਹਾ? ਇਹ ਵੀਰੇ ਇਹ ਬੈਂਡ ਇਹ ਕਾਂਗਰਸ ਦਾ ਬੈਂਡ ਹੈ, ਤੁਸੀਂ ਦੇਖ ਸਕਦੇ ਹੋ ਜੀ। ਇਹ ਮੈਂ ਤੁਹਾਨੂੰ ਕਹਿ ਸਕਦਾ ਵੀ ਇਹ ਕਾਂਗਰਸ ਦਾ ਬੈਂਡ ਹੈ। ਇਹ ਸਰਾਸਰ ਕਿਤੇ ਨਾ ਕਿਤੇ ਗੱਲ ਕਹੀ ਜਾਵੇ ਵੀ ਇਹ ਪਾਰਟੀ ਦੇ ਇਲਜ਼ਾਮ ਲਗਾਏ ਗਏ ਨੇ ਇੰਟਰਵਿਊ ਦੌਰਾਨ। ਆ ਕਾਂਗਰਸ ਦਾ ਬੈਂਡ ਅਸੀਂ ਹੁਣ ਫੜਿਆ ਇਹਦੇ ਹੱਥ 'ਚੋਂ, ਕਾਂਗਰਸ ਦਾ ਬੈਂਡ। ਕਿਉਂ ਕਾਂਗਰਸ ਦਾ ਬੈਂਡ? ਵੀਰੇ ਇਹ ਘਰੇ ਪਿਆ ਤੀ, ਆ ਬੱਚੇ ਮੇਰੇ ਜਾਂਦੇ ਨੇ, ਤੁਸੀਂ ਇੱਕ ਮਿੰਟ ਸੁਣੋ ਮੇਰੀ ਗੱਲ, ਤੁਸੀਂ ਤਾਂ ਕਹਿ ਰਹੇ, ਤੁਸੀਂ ਸੁਣ ਤਾਂ ਲਓ ਮੇਰੀ ਗੱਲ, ਤੁਸੀਂ ਕਹਿ ਰਹੇ ਹੋ ਵੀ ਆਮ ਆਦਮੀ ਪਾਰਟੀ ਨਾਲ ਮੈਂ ਜੁੜਿਆ ਹੋਇਆ, ਕਾਫੀ ਲੰਬੇ ਸਮੇਂ ਤੋਂ ਜੁੜਿਆ, ਪਰ ਤੁਸੀਂ ਕਾਂਗਰਸ ਦਾ ਬੈਂਡ? ਇੱਕ ਮਿੰਟ, ਆ ਮੇਰੇ ਬੱਚੇ ਜੀ ਆ ਲਵੇ ਘਰ ਵਾਲਿਆਂ ਦੇ ਜਾਂਦੇ ਨੇ, ਉਹਨਾਂ ਦੇ ਚੱਕ ਲਿਆਏ। ਹੁਣ ਮੈਂ ਮੇਰੇ ਕਹਿੰਦੇ ਵੀ ਡੈਡੀ ਪਾ ਦਨੇ ਆ ਮੇਰੇ ਪੋਸਟਰ ਘਰ ਤੋਂ ਲਾ ਕੇ ਮੇਰੇ 12 ਤੇ ਦੇਖਦਾ ਝੰਡੇ ਲੱਗੇ ਪਏ ਨੇ, ਠੀਕ ਹੈ ਨਾ ਬਾਈ। ਮੈਂ ਉਹ ਚੱਕ ਕੇ ਬ੍ਰੈਸਲੇਟ ਵਾਂਗੂ ਪਾ ਲਿਆ, ਠੀਕ ਆ। ਮੈਨੂੰ ਇੰਗਲਿਸ਼ ਤਾਂ ਬਾਈ ਆਉਂਦੀ ਹੈ ਨਹੀਂ, ਠੀਕ ਆ ਨਾ। ਆ ਜੋ ਮੇਰੇ ਸਾਈਨ ਨੇ, ਆ ਵਾਹਣ ਵਿਕਿਆ, ਰਜਿਸਟਰੀਆਂ ਬਿਆਨੇ ਹੋਏ ਵੇ ਨੇ, ਠੀਕ ਆ, ਸਾਰੇ ਆਪਣੇ ਪੰਜਾਬੀ 'ਚ ਸਾਈਨ ਹੋਏ ਵੇ ਨੇ, ਠੀਕ ਹੈ। ਕੋਈ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਤੁਸੀਂ ਕਿਤੇ ਵੀ ਮੈਂ ਇਸ ਗੱਲ ਕਹਿ ਕੇ ਮੈਂ ਭਗਵੰਤ ਮਾਨ ਦੀ ਮਦਦ ਕੀਤੀ, ਕੋਈ ਤੁਹਾਡੇ ਲਈ ਸਬੂਤ ਨਹੀਂ? ਚਲੋ ਸਾਨੂੰ ਇੰਟਰਵਿਊ ਕਰਤਾ, ਸਾਡਾ ਕਰਨਾ ਫਰਜ਼ ਸੀ, ਪਰ ਅੱਜ ਜਿਹੜੀ ਤੁਹਾਡੀ ਸੱਚਾਈ ਜਿਹੜੀ ਸਾਹਮਣੇ, ਤੁਸੀਂ ਕਾਂਗਰਸ ਦਾ ਬੈਂਡ ਪਾ ਕੇ ਕਿਉਂ ਪਾਇਆ? ਇਹ ਵੀਰੇ ਮੇਰੀ ਬੇਟੀ ਆ ਜੋ ਵੱਡੀ ਆ ਰਵਨੀਤ, ਠੀਕ ਆ। ਉਹ ਕਹਿੰਦੀ ਡੈਡੀ ਪਹਿਲਾਂ ਆਪ ਪਾਈ ਫਿਰਦੀ ਤੀ, ਚੱਕ ਕੇ ਪਾ ਲਿਆ। ਉਹ ਗਵਾਂਢੀਆਂ ਦੇ ਲਵੇ ਪਿੱਛੇ ਘਰ ਆ ਬਾਈ, ਉਹਨਾਂ ਦੀ ਗੁੜੀ ਆ, ਠੀਕ ਆ ਨਾ, ਉੱਥੋਂ ਚੱਕ ਲਿਆਉਂਦੇ ਨੇ, ਠੀਕ ਆ। ਮੈਨੂੰ ਵੀਰੇ ਇੰਗਲਿਸ਼ ਨਹੀਂ ਆਉਂਦੀ, ਮੈਂ ਪਹਿਲਾਂ ਵੀ ਲਾ ਸਕਦਾ ਸੀ, ਠੀਕ ਆ ਨਾ। ਆਪਾਂ ਸੱਚੇ ਬੰਦਿਆਂ ਨਾਲ ਆਪਾਂ ਪਾਰਟੀ ਨੂੰ ਵੀਰੇ, ਕਿਸੇ ਨੂੰ ਪਾਰਟੀ ਨੂੰ, ਆਮ ਆਦਮੀ ਨੂੰ ਬਦਨਾਮ
ਕੰਮ ਕਰੀਏ। ਆਪਾਂ ਪਾਰਟੀਬਾਜੀ ਤੋਂ ਨਾ ਕਾਂਗਰਸ ਦੇ ਸਹਿ ਤੇ ਨਾ ਅਕਾਲੀਆਂ ਦੀ ਸਹਿ ਤੇ ਮੈਂ ਗੱਲ ਕਰਨੀ ਚਾਹੂੰਗਾ, ਇੱਕ ਪਾਸੇ ਤਾਂ ਸ਼ੇਰਪੁਰ ਦਫ਼ਤਰ ਵਾਲੇ 25000 ਚ ਚੋਣਾਂ ਦਾ ਖਰਚਾ ਨਿਭਾ ਰਹੇ ਨੇ, ਤੁਸੀਂ 7 ਲੱਖ ਕਿਵੇਂ ਫੂਕਤਾ? ਉਹ 25000 ਚ ਦਫ਼ਤਰ ਦਾ ਖਰਚਾ ਚਲਾ ਕੇ ਨਾਲੇ ਗੱਡੀਆਂ ਵੀ ਚਲਾਤੀਆਂ ਉਹਨਾਂ ਨੇ, ਤੇਲ ਵੀ ਪਵਾਤੇ, ਤੁਸੀਂ 7 ਲੱਖ ਕਿਹੜੇ ਹਿਸਾਬ ਨਾਲ ਪੂਰਾ? ਮੇਰੀ ਗੱਲ ਸੁਣੋ ਵੀਰ ਜੀ, ਡੀਜ਼ਲ ਮੱਚਦਾ ਰਿਹਾ, ਮੇਰਾ ਰੋਟੀ ਟੁੱਕਦਾ, ਬਾਕੀ ਆ ਮੇਰੇ ਪਿੰਡ ਦੇ ਮੋਹਤਵਾਰ ਬੰਦੇ ਬੈਠੇ ਨੇ, ਉਰੇ ਮੇਲਾ ਲੱਗਿਆ ਹੋਇਆ ਰਹਿੰਦਾ ਸੀ, ਠੀਕ ਆ ਨਾ, ਮੋਟਰਸਾਈਕਲਾਂ ਦਾ ਵੀ, ਠੀਕ ਆ ਨਾ, ਮੇਲਾ ਲੱਗਿਆ ਹੋਇਆ ਰਹਿੰਦਾ ਸੀ, ਬੰਦੇ ਮੇਰੇ ਘਰੇ ਵੀ ਆਉਂਦੇ ਸੀ, ਠੀਕ ਆ ਨਾ। ਜਿਵੇਂ ਮੇਰੀ ਵਾਈਫ ਲਵੇ ਬੱਚਾ ਹੋਇਆ ਵਾ ਸੀ, ਉਦੋਂ ਮੇਰੀ ਇੱਕ ਗੁੜੀਆ ਹੋਈ ਵੀ ਸੀ, ਠੀਕ ਆ ਨਾ, ਮੇਰੀ ਵਾਈਫ ਵੀ ਕਹਿੰਦੀ ਸੀ, ਕਹਿੰਦੀ ਬਈ ਤੂੰ ਉਰੇ ਬੰਦੇ ਨਾਲ ਸੱਦਿਆ ਕਰ, ਠੀਕ ਆ ਨਾ, ਜਾਂ ਮੋਟਰ ਤੇ। ਮੈਂ ਕਿਹਾ ਬਈ ਆਪਾਂ ਪਾਰਟੀ ਨੂੰ ਵੋਟਾਂ ਪਵਾਉਣੀਆਂ ਨੇ ਭਗਵੰਤ ਮਾਨ ਨੂੰ, ਮੈਂ ਕਿਹਾ ਕੋਈ ਗੱਲ ਨਹੀਂ, ਠੀਕ ਆ ਨਾ। ਮੇਰੇ ਫਿਰ ਕਾਂਗਰਸ ਦਾ ਬੈਂਡ ਕਿਉਂ ਪਾ ਲਿਆ? ਇਹ ਸੱਚਾਈ ਕਿੱਥੋਂ ਆਉਂਦੀ ਹੈ? ਅੱਜ ਇਹ ਤੁਹਾਡੇ ਅੱਜ ਪਾਇਆ ਦੇਖਿਆ ਗਿਆ, ਸ਼ਾਇਦ ਪਹਿਲਾਂ ਵੀ ਮੈਂ ਨਿਗਾਹ ਨਾ ਮਾਰੀ ਹੋਵੇ, ਅੱਜ ਸਾਡੀ ਨਿਗਾਹ ਗਈ ਵੀ ਕਾਂਗਰਸ ਦਾ ਬੈਂਡ ਪਾਇਆ ਤੁਸੀਂ। ਕਿਉਂ ਕਿਤੇ ਤੁਸੀਂ ਇਹ ਤਾਂ ਨਹੀਂ ਕਿਤੇ ਬਦਨਾਮ ਕਰ ਰਹੇ ਹੋ? ਨਾ ਵੀਰੇ, ਬਾਬੇ ਸਮਾਧਾਂ ਦੀ ਆਪਾਂ ਨੂੰ ਸਹੁੰ ਲੱਗੇ, ਆਪਾਂ ਨੂੰ ਆਪਣੀ ਬੇਟੀ ਨੇ ਤੜਕੇ ਉੱਠ ਕੇ ਪਾਤਾ, ਠੀਕ ਆ ਨਾ ਬਈ, ਆ ਡੈਡੀ ਤੇਰੇ ਪਾ ਦੇਣਾ। ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਪਾਰਟੀ ਦਾ, ਠੀਕ ਆ ਨਾ ਬਾਈ, ਮੈਨੂੰ ਤਾਂ ਇੰਗਲਿਸ਼ 'ਚ ਮੈਂ ਉਹ ਪਾਲਿਆ, ਮੈਂ ਕਿਹਾ ਇਹ ਰੰਗ ਬਰੰਗਾ ਜਾ ਬਈ, ਇਹ ਤਿਰੰਗੇ ਦਾ ਝੰਡਾ ਜਾ, ਠੀਕ ਆ, ਚੱਲ ਪਾ ਦੇ ਬਾਈ। ਆਪਾਂ ਕੋਈ ਪਾਰਟੀ ਬਾਜੀ ਤੋਂ ਉੱਠ ਕੇ ਵੀਰੇ ਗੱਲ ਕਰੀਏ ਭਗਵਾਨ। ਇਹ ਵੀ ਪਤਾ ਲੱਗੇ ਵੀ ਤੁਸੀਂ ਨੇ ਟਰੈਕਟਰ ਵੀ ਖਰੀਦਿਆ, ਉਸ ਤੋਂ ਬਾਅਦ ਟਰੈਕਟਰ ਵੇਚਤਾ, ਉਸ ਤੋਂ ਬਾਅਦ ਗੱਡੀ ਫੇਰ ਲੈ ਲਈ, ਫੇਰ ਗੱਡੀ ਵੇਚਤੀ, ਫੇਰ ਉਹ ਕਰ ਕਿਤੇ ਇਸੇ ਚੱਕਰ ਤਾਂ ਨਹੀਂ ਜ਼ਮੀਨ ਵੇਚਤੀ? ਨਾ ਵੀਰੇ, ਟਰੈਕਟਰ ਲਿਆ ਸੀ, ਟਰੈਕਟਰ ਆਪਾਂ ਕੰਪਨੀ ਨੂੰ ਵਾਪਸ ਦਿੱਤਾ, ਠੀਕ ਆ ਨਾ। ਕਿੰਨੇ ਕਿੱਲੇ ਜ਼ਮੀਨ ਸੀ ਤੁਹਾਡੀ ਪੂਰੀ ਟੋਟਲ ਤਾਂ ਵੀਰੇ ਸਾਡੇ ਲਵੇ 80-90 ਵਿਗੇ ਬਾਣ ਤੀ, ਠੀਕ ਆ ਵੀਰ ਜੀ। ਪਹਿਲੀਆਂ 'ਚ ਜਦੋਂ ਸੁਰਤ ਤੋਂ ਪਹਿਲਾਂ ਵਿਕ ਗਿਆ ਬਾਣ, ਠੀਕ ਆ, ਉਹਦਾ ਤਾਂ ਮੈਨੂੰ ਕੁਛ ਪਤਾ ਨਹੀਂ ਵੀ ਕਿੰਨੇ ਦਾ ਵਿਕਿਆ, ਠੀਕ ਆ ਨਾ। ਉਦੋਂ ਤਾਂ ਕੀਤੀ, ਉਦੋਂ ਸਸਤੇ ਬਾਣ 'ਚ ਵਿਕ ਗਿਆ, ਠੀਕ ਆ ਨਾ ਬਈ। ਜਾਨੀ ਕਿ ਮੇਰੇ 3 ਭੈਣਾਂ ਨੇ, ਠੀਕ ਆ ਨਾ ਬਾਈ, ਵਾਹਨ ਉਹਨਾਂ ਦਾ ਭੈਣਾਂ ਦਾ ਵੀ ਵਿਆਹ ਕਰਿਆ, ਠੀਕ ਆ ਨਾ, ਸਮਾਨ ਵੀ ਦਿੱਤਾ, ਠੀਕ ਆ ਵੀਰ ਜੀ। ਬਾਕੀ ਮੇਰੇ ਭਾਣਜਾ ਉਹਦੀ ਵੀ ਨਾਨਕ ਸੱਕ ਭਰੀ, ਠੀਕ ਆ। ਅੱਜ ਤੁਸੀਂ ਕਹਿ ਰਹੇ ਹੋ ਇੰਨੇ ਟਾਈਮ ਹੋ ਗਏ ਭਗਵੰਤ ਮਾਨ ਨੂੰ ਤੁਸੀਂ ਕਦੇ ਵੀ ਨਹੀਂ ਮਿਲਣ ਦੀ ਕੋਸ਼ਿਸ਼ ਕਰੀ? ਭਗਵੰਤ ਮਾਨ ਹਰੇਕ ਨੂੰ ਮਿਲਦੇ ਨੇ, ਇਹੀ ਤਾਂ ਕੋਈ ਗੱਲ ਨਹੀਂ ਹੈਗੀ। ਭਗਵੰਤ ਮਾਨ ਹਰੇਕ ਨੂੰ ਮਿਲਦੇ ਨੇ, ਤੁਸੀਂ ਅੱਜ ਇਲਜ਼ਾਮ ਲਾ ਰਹੇ ਹੋ ਐਡੇ ਵੱਡੇ। ਨੰਬਰ ਦੂਜਾ, ਤੁਹਾਡੇ ਹੱਥ 'ਚੋਂ ਕਾਂਗਰਸ ਦਾ ਬੈਂਡ ਨਿਕਲ ਗਿਆ, ਫਿਰ ਇਹ ਤਾਂ ਲੱਗ ਰਿਹਾ ਵੀ ਤੁਸੀਂ ਪਿੰਡ ਦੀ ਰਾਜਨੀਤੀ ਕਰਕੇ ਇਹ ਕੁਝ ਕਰ ਰਹੇ ਹੋ। ਨਾ ਵੀਰੇ, ਮੇਰੇ ਪਿੰਡ 'ਚ ਕਾਂਗਰਸ ਦਾ ਸਰਪੰਚ ਹੈ, ਠੀਕ ਆ ਨਾ। ਅੱਜ ਤੱਕ ਵੀਰੇ ਪੁੱਛ ਲਿਓ ਮੇਰੇ ਪਿੰਡ 'ਚ ਬਈ, ਠੀਕ ਆ, ਮੈਂ ਕਿਸੇ ਪਾਰਟੀ 'ਚ ਜਾ, ਕਿਸੇ ਧਰਨੇ 'ਚ ਜਾ ਕੇ ਬਈ ਮੈਂ ਬੈਚ ਲਾਇਆ ਹੋਵੇ, ਠੀਕ ਆ ਨਾ। ਇਹ ਤਾਂ ਮੇਰੀ ਕੁੜੀ ਵੱਡੀ ਗੁੜੀਆ ਤੀ, ਠੀਕ ਆ, ਉਹਨੂੰ ਇਹ ਪਤਾ, ਕਹਿੰਦੀ ਡੈਡੀ ਆ ਤੇਰੇ ਪਾ ਦੇਣੇ ਆ, ਮੈਂ ਪਵਾ ਲਿਆ ਵੀਰੇ, ਠੀਕ ਆ ਨਾ। ਬਾਕੀ ਨਾ ਆਪਾਂ ਕਾਂਗਰਸ ਪਾਰਟੀ ਬਈ ਕੋਈ ਕਹੇ ਬਈ ਜਾਂ ਗੋਲਡੀ ਹੁਣੀਆਂ ਦੀ ਸਹਿ ਤੇ ਬਈ ਜਾਂ ਬੰਦਾ ਕਾਲੀਆਂ ਦੀ ਸਹਿ ਤੇ, ਵੀਰੇ ਕੋਈ ਨਹੀਂ। ਆਪਾਂ ਤਾਂ ਭਗਵੰਤ ਮਾਨ ਨੂੰ ਇਹੀ ਗਹਾਰ ਲਾ ਰਹੇ ਹਾਂ ਬਈ, ਆਪਾਂ ਨੂੰ ਤਾਂ ਰੁਜ਼ਗਾਰ ਚਾਹੀਦਾ। ਤੁਹਾਡੇ ਤੇ ਗੱਲ ਕਹੀ ਗਈ ਹੈ ਵੀ 7000 ਦਾ ਤੁਸੀਂ ਡੀਜ਼ਲ ਕਹਿ ਰਹੇ ਹੋ, ਮੈਂ ਫੂਕਤਾ 50 ਰੁਪਏ ਰੇਟ ਸੀ ਉਸ ਸਮੇਂ ਡੀਜ਼ਲ ਦਾ, ਠੀਕ ਹੈਗਾ ਸੀ ਨਾ। 7000 ਦਾ ਕਿਸ ਹਿਸਾਬ ਨਾਲ ਫੂਕਤਾ ਤੁਸੀਂ? ਇਹਨਾਂ ਦੇ ਗੱਡੀ ਡੀਜ਼ਲ ਖਾਂਦੀ ਨਹੀਂ, ਘੱਟੋ ਘੱਟ 10 ਦੀ ਐਵਰੇਜ ਦਿੰਦੀ ਹੈ ਗੱਡੀ। 7000 ਦਾ ਤਾਂ ਜੀ ਆਪਾਂ ਦਿੱਲੀ ਤੋਂ ਲੈ ਕੇ ਉਰੇ ਤੱਕ ਇਹ ਤਾਂ ਨਹੀਂ ਗੱਡੀ ਡੀਜ਼ਲ ਖਾਂਦੀ, ਜਾਈਏ ਤਾਂ ਜੀ। ਮੇਰੀ ਧਿਆਨ ਨਾਲ ਗੱਲ ਸੁਣੋ ਵੀਰੇ, ਲਾਏ ਟਾਇਰ ਗੱਡੀ ਦੇ ਲੱਗੇ ਹੋਏ ਸੀ ਬਹੁਤ ਚੌੜੇ, 1.5 ਲੱਖ ਦੇ ਉਦੋਂ ਲਾਏ ਟਾਇਰ ਸੀ ਚੌੜੇ, ਠੀਕ ਆ ਬਾਈ ਜੀ। ਉਦੋਂ ਬਾਅਦ ਜਿਹੜਾ ਉਹ ਬੰਦੇ ਕਮੈਂਟ ਕਰਦੇ ਨੇ ਬਈ ਤੇਲ ਉਹ ਸਾਡੇ ਲਵੇ ਜਿੰਨ ਆਈ ਵੀ ਆ, ਉਹ ਵੇਚਣ ਲਈ ਆਈ ਵੀ ਆ, ਉਹ ਬਰਨਾਲੇ ਤੋਂ 700-800 ਦੇ ਤੇਲ ਨਾਲ ਪੈਟਰੋਲ ਆ, ਨਾਲੇ ਅਗਲਾ ਕਹਿੰਦਾ ਦਾ ਪੈਟਰੋਲ ਦਾ ਖਰਚਾ ਘੱਟ ਆ ਨਾ, 700-800 ਦੇ ਤੇਲ ਨਾਲ ਬਰਨਾਲੇ ਤੋਂ ਵਾਪਸ। ਸਾਰੇ ਜਿੰਨੇ ਉੱਥੇ ਵਰਕਰ ਬੈਠੇ ਸੀ ਉਹਨਾਂ ਦਾ ਇੰਟਰਵਿਊ ਕਰਕੇ ਗਏ, ਜੋ ਕਿ 2013-14 ਤੋਂ ਵਰਕਰ ਪਹਿਲਾਂ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਨਾਲ। ਉਹਨਾਂ ਦਾ ਕਹਿਣਾ ਵੀ ਇਹ ਸਾਡੇ ਪਾਰਟੀ ਦਾ ਵਰਕਰ ਹੀ ਨਹੀਂ ਹੈਗਾ ਬੰਦਾ, ਇਹਦੇ ਲਈ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ। ਪਿੱਛੇ ਸਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਹੋਈ ਸੀ, ਇਹ ਬੰਦਾ ਉੱਥੇ ਤੱਕ ਵੀ ਨਹੀਂ ਗਿਆ। ਮੇਰੀ ਗੱਲ ਸੁਣੋ ਬਾਈ, ਕਮਲਦੀਪ ਮੂਰੇ ਤੁਰਿਆ ਸੀਗਾ, ਕਮਲਦੀਪ ਦੇ ਪਿੱਛੇ 2 ਸੈਕਿੰਡ ਤੇ ਮੈਂ ਰਜਿਸਟ੍ਰੇਸ਼ਨ ਤਾਂ ਬਾਈ ਜੀ ਕੋਈ ਪਾਰਟੀ 'ਚ ਜਾਓ, ਚਾਹੇ ਕਿਸਾਨਾਂ ਦੀ ਪਾਰਟੀ 'ਚ ਵਗ ਜਾਓ, ਚਾਹੇ ਕਿਸੇ ਪਾਰਟੀ 'ਚ ਜਾਓ, ਰਜਿਸਟ੍ਰੇਸ਼ਨ ਕਰਾਉਂਦਾ ਹੈ ਬੰਦਾ ਵੀ ਮੈਂ ਪਾਰਟੀ ਨਾਲ ਜੁੜ ਰਿਹਾ। ਤੁਸੀਂ ਕਿਉਂ ਨਹੀਂ ਕਰਾਈ ਹੈਗੀ? ਵੀਰੇ ਦੇਖ, ਆਪਣਾ ਦਿਲ 'ਚੋਂ ਜੋਸ਼ ਸੀ, ਠੀਕ ਆ, ਦਿਲ 'ਚੋਂ। ਮੈਨੂੰ ਉਦੋਂ ਇੰਨਾ ਪਤਾ ਹੀ ਨਹੀਂ ਸੀ ਬਈ, ਮੈਂ ਪਹਿਲੀ ਗੇਰ ਗੱਡੀ, ਠੀਕ ਆ ਨਾ, ਵੋਟਾਂ ਵਾਲਿਆਂ ਨੇ ਉਸ ਟਾਈਮ ਭਗਵੰਤ ਮਾਨ ਦੀ ਫੁੱਲ ਸਪੋਰਟ ਤਾਂ ਹੀ ਕਰੀ ਤੀ, ਠੀਕ ਆ ਨਾ। ਉਦੋਂ ਪਹਿਲਾਂ ਮੈਂ ਕਿਸੇ ਪਾਰਟੀ ਨਾਲ ਗੱਡੀ ਨਹੀਂ ਤੀ ਲਾਈ, ਠੀਕ ਆ ਨਾ। ਬਰਾਤਾਂ ਲਾਉਂਦਾ ਸੀ, ਠੀਕ ਆ ਨਾ, ਬਰਾਤਾਂ ਲਾ ਕੇ ਘਰੇ ਆ ਜਾਂਦਾ ਸੀ, ਕੋਈ ਬਾਹਰ ਟੂਰ ਲਾਉਂਦਾ ਸੀ, ਘਰੇ ਆ ਜਾਂਦਾ ਸੀ, ਮੈਨੂੰ ਇੰਨਾ ਪਤਾ ਹੀ ਨਹੀਂ ਸੀ। ਕਿੰਨੇ ਦਿਨ ਗੱਡੀ ਚੱਲੀ ਹੈ ਤੁਹਾਡੀ? ਤੁਸੀਂ ਦੱਸੋ ਕਿੰਨੇ ਦਿਨ ਗੱਡੀ ਚੱਲੀ? ਜਦੋਂ ਭਗਵੰਤ ਮਾਨ ਨੂੰ ਬਾਈ ਦਿਨ ਦੱਸੋ ਕਿੰਨੇ ਸੀ? ਦਿਨ ਤੁਹਾਨੂੰ ਨੋਟ ਕਰੇ ਹੋਣੇ ਨਾ, ਤੁਸੀਂ ਗੱਡੀ ਚਲਾਈ ਕਿੰਨੇ ਦਿਨ ਸੀ? ਦਿਨ ਵੀਰੇ 20-25 ਦਿਨ ਪੱਕੇ, ਮਹੀਨੇ ਵਾਂਗੂ ਗੱਡੀ ਚੱਲ ਗਈ ਮੇਰੀ। ਮਹੀਨੇ ਤੁਸੀਂ ਕਿੰਨੇ ਹਜ਼ਾਰ ਦਾ ਡੀਜ਼ਲ ਕਹਿ ਰਹੇ ਹੋ? ਵੀ 7000 ਦੇ ਹਿਸਾਬ ਨਾਲ ਇੱਕ ਦਿਨ ਦਾ 7000 ਦਾ ਡੀਜ਼ਲ ਫੂਕਦੇ ਤੁਸੀਂ ਟੋਟਲ ਵੀਰੇ। ਵਿੱਚ ਹੀ ਮੈਂ ਉਦਨੇ ਬਾਈ ਜੀ ਇਹ ਕਿਹਾ, ਵਿੱਚ ਹੀ ਮੇਰੀ ਗੱਡੀ ਦਾ, ਵਿੱਚ ਹੀ ਮੇਰਾ ਡੀਜ਼ਲ, ਵਿੱਚ ਹੀ ਰੋਟੀ ਟੁੱਕ ਦਾ ਖਰਚਾ, ਠੀਕ ਆ ਬਈ। ਟੋਟਲ ਮੇਰਾ ਵਿੱਚ ਹੀ ਗੱਡੀ ਚਾਹੇ ਦੀ ਖਤਮ ਹੋ ਗਈ। ਤੁਸੀਂ ਵੀਰ ਜੀ ਇਹ ਗੱਲ ਕਹੀ ਸੀ 17000 ਦੀ ਰੋਟੀ 7000 ਦਾ ਡੀਜ਼ਲ। ਹੁਣ ਤੁਸੀਂ ਕਹਿ ਰਹੇ ਹੋ ਮੈਂ ਸਾਰੀ ਗੱਲ ਵਿੱਚ ਕਹੀ ਸੀ ਵੀ ਇੱਕ ਮਿੰਟ, 17000 ਦੀ ਰੋਟੀ ਵੀਰੇ, ਮੈਂ ਕਹਿਣਾ ਇੱਕ ਦਿਨ ਦੀ ਰੋਟੀ ਖਵਾਉਂਦੀ 17000 ਦੀ। ਜਦੋਂ ਬੰਦੇ ਹਾਂ ਮੇਰੇ ਘਰੇ ਵੀ ਆਉਂਦੇ ਸੀ, ਠੀਕ ਆ ਨਾ ਬਾਈ, ਇੰਨਾ ਮੇਰੀ ਵਾਈਫ ਲਵੇ ਬੇਟੀ ਹੋਈ ਵੀ ਤੇ ਵੱਡੇ ਆਪਰੇਸ਼ਨ ਨਾਲ, ਇਹ ਤਾਂ ਲਾ ਨਹੀਂ ਸੀ। ਤੁਸੀਂ ਕਹਿ ਰਹੇ ਹੋ ਵੀ 17000 ਦੀ ਰੋਟੀ ਖਵਾਉਂਦਾ ਸੀ, ਹੁਣ ਤੁਸੀਂ ਤੇਲ ਦਾ ਵੀ ਵਿੱਚੇ ਲਾ ਰਹੇ ਸੀ। ਤੇਲ ਤਾਂ ਬਾਈ, ਤੇਲ ਦਾ ਲੱਗਾ 7000 ਰੁਪਇਆ ਰਾਤ ਨੂੰ ਵੀ। ਇੱਕ ਦਿਨ ਦਾ 7000 ਸੀ ਤੇਲ ਦਾ ਵੀਰੇ। ਟਰਬੋ ਖਤਮ ਹੋ ਗਈ ਸੀ, ਗੱਡੀ ਗਰਮ ਹੋ ਗਈ। ਕਦੋਂ ਖਤਮ ਹੋਈ ਸੀ ਮੈਨੂੰ
ਦੱਸੋ। ਵੋਟਾਂ 'ਚ ਹੀ ਗਰਮ ਹੋ ਗਈ ਤੀ ਵੀਰੇ ਗੱਡੀ। ਕਿਸ ਦਿਨ ਹੋਈ ਸੀ ਟਰਬੋ ਜਿਹੜੀ ਤੁਸੀਂ ਕਹਿ ਰਹੇ ਹੋ ਗਰਮ? ਜਦੋਂ ਵੀਰੇ ਮਰੇਲਕੋਟਲਾ ਰੋਡ ਸ਼ੋਅ ਕਰਿਆ ਨਾ ਗੱਡੀ ਤੇ, ਜਦੋਂ ਸਾਈਡਾਂ ਤੇ ਵੀ ਚੜ ਗਏ ਤੀ, ਉਹਦੇ ਫੱਟੇ ਲੱਗੇ ਹੋਏ ਤੀ। ਚਲੋ ਮੰਨ ਲਈ ਤੁਹਾਡੀ ਗੱਲ ਵੀ ਉਦੋਂ ਟਰਬੋ ਖਤਮ ਹੋ ਗਿਆ, ਉਸ ਤੋਂ ਬਾਅਦ ਗੱਡੀ 7000 ਦਾ ਤੇਲ ਖਾਣ ਲੱਗ ਗਈ। ਪਹਿਲਾਂ ਵੀ 7000 ਦਾ ਖਾਂਦੀ ਸੀ ਵੀਰੇ। ਮੇਰੇ ਲਾਏ ਟਾਇਰ ਚੌੜੇ ਪਵਾਏ ਵੀ ਤੀ, ਗੱਡੀ 12 ਦੀ ਐਵਰੇਜ ਹੀ 12 ਦੀ ਨੋਵਾ ਦਿੰਦੀ ਹੈ ਏਸੀ ਤੇ, 12 ਦੀ ਸਕੋਰਪੀਓ ਦਿੰਦੀ ਹੈ ਮਹਿੰਦਰਾ ਵਾਲਿਆਂ ਦੀ, ਠੀਕ ਹੈ। ਮੇਰੀ ਗੱਡੀ ਐਵਰੇਜ ਤਾਂ ਘੱਟ ਦਿੰਦੀ ਤੀ ਕਿਉਂਕਿ ਵੀਰੇ ਲਾਏ ਟਾਇਰ ਚੌੜੇ ਤੀ, ਠੀਕ ਆ। ਮੇਰੀ ਗੱਡੀ 7-8 ਦੀ ਐਵਰੇਜ ਦਿੰਦੀ ਤੀ। ਮੈਂ ਐਵਰੇਜ ਤਾਂ ਦੇਖੀ ਨਹੀਂ, ਮੈਂ ਸ਼ੌਂਕ ਨੂੰ ਗੱਡੀ ਰੱਖੀ ਵੀ ਤੀ ਬਾਈ ਮੇਰੀ, ਠੀਕ ਆ ਨਾ। ਮੇਰੀ ਕੋਈ ਇਹ ਤਾਂ ਹੈ ਨਹੀਂ ਤੀ ਬਈ ਟੈਕਸੀ ਗੱਡੀਆਂ ਬੰਦੇ ਲੈਂਦੇ ਨੇ ਵੀਰੇ, ਚਲਾ ਦਿੰਦੇ ਨੇ ਬਾਈ, ਠੀਕ ਆ ਨਾ ਬਈ, ਯਾਰ ਆਪਾਂ ਐਂ ਚਲਾ ਲਓ। ਮੇਰੀ ਪੂਰੀ ਸ਼ੌਂਕ। ਜਿੱਥੇ ਤੱਕ ਗੱਲ ਕਹੀ ਗਈ ਹੈ ਵੀ ਜਿਹੜੀ ਤੁਹਾਡੀ ਜ਼ਮੀਨ ਵਿਕੀ ਹੈ, ਭਗਵੰਤ ਮਾਨ ਦੀ ਚੋਣਾਂ ਦਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ, ਇਹ ਗੱਲ ਹੈ ਜਿਹੜੀ। ਉਸ ਤੋਂ ਬਾਅਦ ਜ਼ਮੀਨ ਵਿਕੀ ਹੈ, ਚਾਹੇ ਉਹ ਗੱਡੀਆਂ 'ਚ ਵਿਕੀ ਹੈ ਤਾਂ ਤੁਸੀਂ ਗੱਡੀ ਦੇ ਪੈਸੇ ਭਰੇ, ਚਾਹੇ ਟਰੈਕਟਰ ਲਿਆ 6 ਲੱਖ ਦਾ, ਉਹ 3 ਟਾਇਰ ਕਢਾ ਕੇ 3 ਲੱਖ ਦਾ ਵੇਚਿਆ, ਇਹ ਵੀ ਗੱਲ ਸਾਹਮਣੇ ਆਈ ਹੈ। ਇਹ ਗੱਲ ਹੈਗੀ ਹੈ? ਇਹ ਵੀਰੇ ਸਾਰਾ ਤਾਂ ਸਾਰਾ ਝੂਠ ਆ ਬਈ। 3 ਲੱਖ ਦਾ ਟਰੈਕਟਰ ਵੇਚਿਆ। ਮੇਰੀ ਗੱਲ ਸੁਣੋ, ਟਰੈਕਟਰ ਅਸੀਂ ਕੰਪਨੀ ਨੂੰ ਦਿੱਤਾ, ਮੇਰੇ ਪਿੰਡ ਦੇ ਮੋਹਤਵਾਰ ਬੰਦੇ ਉਦੋਂ ਵੇਚਤੀ, ਠੀਕ ਆ ਨਾ। ਕੰਪਨੀ ਵਾਲੇ ਕਹਿੰਦੇ ਭਾਈ ਜੰਨਾ ਚਲਾ ਲਿਆ, ਠੀਕ ਹੈ। ਬਾਕੀ ਉਦੋਂ ਬਾਅਦ ਟਰੈਕਟਰ ਆਪਾਂ ਕੰਪਨੀ ਨੂੰ ਸਮਾਤਾ ਤੀ, ਵਾਪਸ ਕਰਤਾ ਤੀ, ਠੀਕ ਹੈ ਬਈ। ਆ ਬਾਈ ਆਪਦਾ ਟਰੈਕਟਰ ਲੈ ਜਾਓ, ਆਪਾਂ ਤੋਂ ਹੁਣ ਕਿਸ਼ਤ ਭਰੀ ਨਹੀਂ ਜਾਂਦੀ, ਆਪਣੀ ਪਹਿਲੀ ਵਿਕ ਗਈ। ਇੱਥੋਂ ਸਾਬਤ ਹੁੰਦਾ ਹੈ ਇਹ ਬੈਂਡ ਤੋਂ, ਚਾਹੇ ਤੁਸੀਂ, ਮੈਨੂੰ ਨਹੀਂ ਪਤਾ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਹੋ, ਕਿਉਂਕਿ ਹਰੇਕ ਬੰਦੇ ਨੂੰ ਪਤਾ ਹੁੰਦਾ ਵੀ ਇਹ ਕਾਂਗਰਸ ਦਾ ਬੈਂਡ ਹੈ। ਇਹ ਤੁਸੀਂ ਚੈਨਲਾਂ ਨੂੰ ਧੋਖਾ ਦਿੰਦੇ ਇਸ ਚੀਜ਼ ਦਾ ਚੈਨਲਾਂ ਨੂੰ ਧੋਖਾ ਦਿੰਦੇ ਹੋ, ਬੁਲਾ ਕੇ ਵੀ ਇੱਕ ਪਾਰਟੀਬਾਜੀ, ਪਿੰਡ 'ਚ ਤੁਹਾਡੀ ਪਾਰਟੀਬਾਜੀ ਰੰਜਿਸ਼ ਹੈ, ਉਹਦਾ ਤੁਸੀਂ ਇਸ ਮਿਸਯੂਜ਼ ਕਰਦੇ ਹੋ ਵੀ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਹੋ। ਸੱਚਾਈ ਤੁਸੀਂ ਦੱਸਦੇ ਨੇ, ਤੁਹਾਡੇ ਸਬੂਤ ਨਹੀਂ ਹੈਗੇ। ਨੰਬਰ 2 ਤਾਂ ਇੱਕ ਮਿੰਟ ਗੱਲ ਸੁਣੋ, ਤੁਹਾਡੇ ਨਾ ਡੀਜ਼ਲ ਦਾ ਸਬੂਤ ਹੈ, ਨਾ ਤੁਹਾਡੇ ਰੈਸਟੋਰੈਂਟ ਦੀਆਂ ਪਰਚੀਆਂ ਨੇ, ਕੁਛ ਵੀ ਨਹੀਂ। ਉਹਨਾਂ ਦਾ ਕਹਿਣਾ ਵੀ ਸਾਡੀ ਪਾਰਟੀ ਦੀ ਜਦੋਂ ਖਾਂਦੇ ਸੀ ਸ਼ੇਰਪੁਰ ਦਫ਼ਤਰ ਦੇ ਬਿਲਕੁਲ ਨਾਲ ਲੱਗਦਾ ਢਾਬਾ ਸੀ, ਜਿੱਥੇ ਮੂੰਗੀ ਦੀ ਦਾਲ ਨਾਲ ਰੋਟੀ ਖਾਂਦੇ ਸੀ। ਇੱਕ ਮਿੱਠੂ ਦਾ ਮੇਰੇ ਪਿੰਡ ਦੇ ਦਾ ਬਾਈ ਢਾਬਾ, ਉੱਥੇ ਜਿਹੜੇ ਬੁੜੇ ਠੇਰੇ ਬੈਠੇ ਹੁੰਦੇ ਸੀ ਉਹ ਖਾਂਦੇ ਸੀ। ਜਿਹੜੀ ਨਵੇਂ ਮੁੰਡੇ ਸੀ ਨਾ ਬਾਈ, ਉੱਥੇ ਰੋਟੀ ਨਹੀਂ ਸੀ ਖਾਂਦੇ। ਮੈਂ 5 ਰੁਪਈਆਂ ਦੀ ਰੋਟੀ ਉਹ ਦਫ਼ਤਰ ਦੀ ਖਾਧੀ। ਕਦੇ ਵੀ ਮੈਂ ਤਾਂ ਚੋਣਾਂ ਪ੍ਰਚਾਰ 'ਚ ਦੇਖਿਆ, ਕਦੇ ਵੀ ਕੋਈ ਵੀ ਵਰਕਰ ਰੋਟੀ ਖਾ ਦਿੰਦਾ, ਕਿਸੇ ਦੇ ਘਰੇ ਰੋਟੀ ਹੁੰਦੀ ਹੈ, ਕੋਈ ਢਾਬੇ 'ਚ ਰੋਟੀ ਨਹੀਂ ਖਵਾਉਂਦਾ। ਇਹ ਕੋਈ ਵੱਖਰੀ ਤੁਸੀਂ ਨੇ ਰੋਟੀ ਖਵਾਤੀ ਉਹਨਾਂ ਨੂੰ ਵੀ ਇਸ ਹਿਸਾਬ ਨਾਲ? ਜੋ ਬਾਜ ਕਮੈਂਟਰ ਤੀ ਵੀਰੇ, ਠੀਕ ਹੈ ਨਾ, ਸ਼ੇਰਪੁਰ ਤੋਂ ਭੁੱਕੀ ਤੜਕੇ ਭੁੱਕੀ ਕਹਿੰਦਾ ਹੁੰਦਾ ਸੀ ਜਿਹੜਾ ਬੰਦਾ। ਉਹਨੂੰ ਕੀ ਲੋੜ ਪੈ ਗਈ ਸੀ ਉਹਨੂੰ ਭੁੱਕੀ ਖਵਾਉਣ ਦੀ? ਤੁਸੀਂ ਸ਼ੇਰਪੁਰ ਦਫ਼ਤਰ ਵਾਲਿਆਂ ਨੂੰ ਕਿਉਂ ਨਹੀਂ ਕਿਹਾ, ਜਿਹੜੇ ਪਾਰਟੀ ਦੀ ਮੇਨ ਸੀ, ਵੀ ਮੈਂ ਭੁੱਕੀ ਮੰਗਦਾ ਮੇਰੇ ਤੋਂ, ਤੁਹਾਨੂੰ ਕੀ ਲੋੜ ਪੈ ਗਈ? ਇੱਕ ਮਿੰਟ ਬਾਈ, ਉਹ ਕਹਿੰਦੇ ਅਸੀਂ ਦੇ ਨਹੀਂ ਸਕਦੇ, ਠੀਕ ਆ। ਕਮੈਂਟਰ ਬਾਅਦ ਤੁਸੀਂ ਵੀ ਜਵਾਬ ਦੇ ਸਕਦੇ ਸੀ ਇਸ ਚੀਜ਼ ਦਾ ਵੀ ਮੈਂ ਨਹੀਂ ਖਵਾ ਸਕਦਾ। ਵੀਰੇ ਮੈਂ ਕੀਤੀ ਨਾ, ਮੈਂ ਕਿਹਾ ਇਹ ਬਈ ਬੁਲਾਰਾ ਵਧੀਆ ਬਾਈ, ਠੀਕ ਆ, ਬੋਲਦਾ, ਠੀਕ ਆ ਨਾ। ਮੈਂ ਅੱਜ ਤੱਕ ਬਾਈ ਮੇਰੀ ਜੋ ਤੁਸੀਂ ਆਹ ਬੈਚ ਦੀ ਪਹਿਲੀ ਗੱਲ ਤਾਂ ਗੱਲ ਉਹ ਕਹਿੰਦੇ ਅਸੀਂ ਪ੍ਰਚਾਰ ਵੀ ਆਪ ਕਰਦੇ ਸੀ। ਸੁਣ ਲਓ ਮੇਰੀ ਗੱਲ, ਉਹਨਾਂ ਦਾ ਇਹ ਕਹਿਣਾ ਹੈ ਵੀ ਪ੍ਰਚਾਰ ਅਸੀਂ ਗੱਡੀ 'ਚ ਬੈਠ ਕੇ ਆਪ ਬੋਲਦੇ ਸੀ ਸਪੀਕਰਾਂ ਦੇ, ਨਾ ਕਿ ਕੋਈ ਕਮੈਂਟਰ ਰੱਖਿਆ ਸੀ, ਠੀਕ ਹੈ। ਕਮੈਂਟਰ ਬਾਈ ਬਾਜ ਕਮੈਂਟਰ ਤੀ, ਠੀਕ ਆ ਨਾ। ਉਹ ਬੰਦੇ ਦਾ ਵੀ ਮੁੱਦਾ ਖਤਮ ਕਰਿਆ ਪਿਆ, ਠੀਕ ਆ ਨਾ ਬਾਈ। ਹੋਰ ਬਥੇਰੇ ਮੇਰੇ ਵਰਗੇ ਆ ਜਾਣਗੇ। ਬਾਕੀ ਆ ਜੋ ਬੈਚ ਦੀ ਗੱਲ ਕਰਦੇ ਹੋ, ਮੇਰੇ ਲਵੇ ਵੀਰੇ 8ਵੀਂ ਦਾ ਸਰਟੀਫਿਕੇਟ, ਮੈਂ 8ਵੀਂ ਪਾਸ। 8 ਪੜ੍ਹੇ ਹੋਏ ਹੋ ਨਾ? 8ਵੀਂ ਪਾਸ, 8ਵੀਂ ਦਾ ਪਾਸ ਹੋਣਾ? ਪਾਸ ਨਹੀਂ ਵੀਰੇ, ਫੇਰ ਪਾਸ ਨਹੀਂ, 7 ਦਾ ਪੜ੍ਹੇ ਹੋਏ ਹੋ? ਹਾਂ, ਪੜ੍ਹੇ ਹੋਏ ਆ। ਐਨੀ ਕਿ ਇੰਗਲਿਸ਼ ਪੜ੍ਹਨੀ ਆ ਸਕਦੀ ਹੈ? ਮੈਨੂੰ ਆਪਦਾ ਨਾਮ ਨਹੀਂ ਇੰਗਲਿਸ਼ 'ਚ ਪਾਉਣਾ ਆਉਂਦਾ। ਮੈਂ ਜਿੱਥੇ ਵੀ ਸਾਈਨ ਕਰ। ਗੱਲ ਸੁਣੋ, ਜਿਹੜਾ ਬੰਦਾ 5 ਜਾਂ 7 ਪੜ੍ਹ ਜਾਂਦਾ ਉਹਨੂੰ 9 ਪੜ੍ਹਨਾ ਆ ਜਾਂਦਾ ਇੰਗਲਿਸ਼ ਦਾ, ਵੀ ਇਹ ਕਾਂਗਰਸ ਦਾ ਲਿਖਿਆ। ਇੱਕ ਮਿੰਟ ਵੀਰੇ, ਮੈਂ ਜੰਨਾ ਪੜ੍ਹਿਆ ਵੀਰੇ, ਜਿੱਥੇ ਵੀ ਮੇਰੇ ਸਾਈਨ ਨੇ ਆ ਰਜਿਸਟਰੀਆਂ ਤੇ ਹੋਏ। ਉਹ ਤੁਹਾਡੀ ਗੱਲ ਮੰਨ ਲਈ, 7 ਪੜ੍ਹੇ ਹੋਏ ਨਾ, ਤੁਸੀਂ ਮੰਨ ਗਏ ਵੀ 7 ਪੜ੍ਹੇ ਹੋ। 7 ਪੜ੍ਹੇ ਨੂੰ ਬੈਂਡ ਤੇ 9 ਪੜ੍ਹਿਆ ਆ ਸਕਦਾ ਵੀਰੇ। ਮੈਂ ਦੇਖ ਪੰਜਾਬੀ 'ਚ ਜੋ ਪੋਸਟਰ ਹੁੰਦੇ ਆ ਉਹ ਪੜ੍ਹਦਾ ਨਾ, ਠੀਕ ਆ ਨਾ। ਜੋ ਇੰਗਲਿਸ਼ 'ਚ ਹੁੰਦੇ ਮੈਂ ਪੜ੍ਹਦਾ ਨਹੀਂ, ਠੀਕ ਆ। ਜਾ ਮੇਰੇ ਘਰ ਵਾਲੀ ਫਿਰ ਤੁਹਾਨੂੰ ਤੁਸੀਂ ਕਹਿ ਰਹੇ ਹੋ 7 ਲੱਖ ਖਰਚਦੇ, ਫਿਰ ਤੁਸੀਂ ਕਿਸ ਹਿਸਾਬ ਨਾਲ 7 ਲੱਖ ਖਰਚਦੇ, ਕਿਵੇਂ ਤੁਸੀਂ ਜੋੜ ਲਾਇਆ, ਕੀ ਜੋੜ ਸੀ? ਇੱਕ ਮਿੰਟ ਮੇਰੀ ਗੱਲ ਸੁਣੋ ਬਾਈ, ਜਿਵੇਂ ਮੰਗ ਲਿਆ ਬੰਦੇ ਨੇ, ਨਾਲ ਬੈਠੇ ਨੇ ਮੰਗ ਲਿਆ, ਠੀਕ ਆ ਨਾ। ਜੋੜ ਕਿਵੇਂ ਬਈ? ਦਈ 1000 ਰੁਪਈਆ, ਦਈ 500 ਰੁਪਈਆ, ਠੀਕ ਆ, ਨਾਲ ਬਈ ਆਹ ਫਲਾਨੀ ਚੀਜ਼। ਦੇਖੋ ਜਿੱਥੇ ਤੱਕ ਗੱਲ ਆਈ ਹੈ, ਦਫ਼ਤਰ ਦੇ ਵਿੱਚ ਤੁਹਾਡਾ ਕਿਰਾਏ ਤੇ ਗੱਡੀ ਸੀ, ਉਹ ਨਾ ਤਾਂ ਤੁਸੀਂ ਆਪਦੇ ਪੱਲੋਂ ਲਾਏ, ਨਾ ਕਿ ਭਗਵੰਤ ਮਾਨ ਦੇ ਕਹਿਣ ਤੇ ਲਾਏ ਨੇ, ਨਾ ਤੁਸੀਂ ਪਾਰਟੀ ਵਰਕਰਾਂ ਦੇ ਕਹਿਣ ਤੇ ਲਾਏ ਨੇ, ਠੀਕ ਹੈ। ਉਹਦੇ ਵਿੱਚ ਸਾਫ਼ ਹੋ ਜਾਂਦਾ ਹੈ ਵੀ ਤੁਸੀਂ ਆਪਦੇ ਖਰਚਾ ਆਪ ਕੀਤੇ, ਨਾ ਕਿ ਤੁਹਾਡੇ ਤੋਂ ਭਗਵੰਤ ਮਾਨ ਨੇ ਕਰਵਾਇਆ। ਤੁਸੀਂ ਕਿਉਂ ਇਹ ਬਾਰ-ਬਾਰ ਇਲਜ਼ਾਮ ਲਾ ਰਹੇ ਹੋ ਵੀ ਮੈਂ ਭਗਵੰਤ ਮਾਨ ਲਈ ਖਰਚ ਕੀਤਾ? ਕੋਈ ਮਕਸਦ ਤਾਂ ਹੋਣਾ ਤੁਹਾਡਾ ਉਦੋਂ ਵੀ, ਮੈਂ ਤਾਂ ਖਰਚ ਕਰ ਰਿਹਾ। ਇੱਕ ਮਿੰਟ ਵੀਰੇ, ਮੈਂ ਕੀ ਤੀਗਾ, ਠੀਕ ਹੈ ਨਾ ਬਾਈ। ਆਪਾਂ ਨੂੰ ਇਹ ਤੀ ਵੀ ਯਾਰ ਬੱਚਿਆਂ ਦਾ, ਮੇਰੇ ਬੇਟੀ ਹੋਈ ਤੀ, ਠੀਕ ਹੈ ਨਾ ਬਈ, ਯਾਰ ਬੱਚਿਆਂ ਦਾ ਭਵਿੱਖ ਬਣੂ। ਪਹਿਲਾਂ ਸਰਕਾਰਾਂ ਆਈਆਂ ਨੇ, ਠੀਕ ਆ ਬਾਈ, ਕਿਸੇ ਦੀ ਸਾਰ ਨਹੀਂ ਲਈ ਗਈ, ਠੀਕ ਆ ਵੀਰ ਜੀ। ਬਾਕੀ ਰਹੀ ਗੱਲ ਬਾਈ, ਮੁੜ ਕੇ ਮੇਰੀ ਤਾਂ ਨਾਮੋ ਨਿਸ਼ਾਨ ਮੁੱਦੇ ਹੀ ਖਤਮ ਕਰਤਾ। ਮੈਂ ਦਫ਼ਤਰ ਬਾਈ ਤਾਂ ਜਾਂਦਾ ਸੋਹਣਾ ਲੱਗਦਾ। ਦੇਖੋ ਗੱਲ ਕਰਦਾ ਮੈਂ ਭਗਵੰਤ ਮਾਨ ਦੇ, ਜਿਹੜੇ ਵੀ ਕੋਈ ਦਫ਼ਤਰ ਜਾਂਦਾ ਦੂਰ ਤੋਂ ਲੋਕ ਆਉਂਦੇ ਨੇ, ਭਗਵੰਤ ਮਾਨ ਉਹਨਾਂ ਦੀ ਗੱਲ ਸੁਣਦੇ ਨੇ। ਤੁਸੀਂ ਇੱਕ ਵਾਰ ਵੀ ਨਹੀਂ ਕੋਸ਼ਿਸ਼ ਕਰੀ ਜਾਣ ਦੀ ਵੀ ਮੈਂ ਇੱਕ ਵਾਰੀ ਭਗਵੰਤ ਮਾਨ ਨੂੰ ਮਿਲਾਂ, ਵੀ ਤੁਹਾਡੇ ਲਈ ਇਹ ਕੁਛ ਕੀਤਾ, ਕਿ ਅੱਜ ਤੁਸੀਂ ਕਿਤੇ ਪਾਰਟੀਬਾਜੀ 'ਚ ਹੋ ਕੇ ਕਾਂਗਰਸ ਦਾ ਬੈਂਡ ਹੈ, ਤੁਸੀਂ ਇਲਜ਼ਾਮ ਲਾ ਰਹੇ ਹੋ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼। ਅਸੀਂ ਚਲੋ ਇੰਟਰਵਿਊ ਕਰਨ ਤੁਹਾਡੀ ਆਦਤ ਆ ਗਏ, ਪਰ ਤੁਹਾਡੇ ਤਾਂ ਸੱਚਾਈ ਅੱਜ ਸਾਨੂੰ ਪਤਾ ਲੱਗੀ ਜਦ ਅਸੀਂ ਦੁਬਾਰਾ ਉਹਨਾਂ ਦਾ ਪੱਖ ਲੈ ਕੇ ਤੁਹਾਡੇ ਲਈ ਪਾਏ ਵੀ ਤੁਹਾਡੇ ਹੱਥ 'ਚੋਂ ਕਾਂਗਰਸ ਦਾ ਬੈਂਡ ਨਿਕਲ ਗਿਆ। ਇੱਕ ਮਿੰਟ ਵੀਰੇ, ਮੇਰੀ ਗੱਲ ਸੁਣੋ। ਮੈਂ ਇਹੀ ਬਾਰ-ਬਾਰ ਗੱਲ ਕਹੀ ਜਾਂਦਾ, ਮੈਂ ਚੂੜੀ ਚੱਕਦਾ ਨਾ ਵੀ ਕਾਂਗਰਸ ਦਾ। ਜੇ ਮੈਨੂੰ ਪਤਾ ਹੋਵੇ ਬਈ ਇਹ ਕਾਂਗਰਸ ਦਾ ਬੈਟ ਹੈ, ਮੇਰੀ ਬੇਟੀ ਨੇ ਕਹਿਤਾ, ਕਹਿੰਦੀ ਡੈਡੀ ਪਾ ਲਾ ਹੱਥ 'ਚ, ਮੈਂ ਪਾ ਲਿਆ। ਮੈਂ ਲਾ ਵੀ ਵੀਰੇ, ਜੇ ਮੈਨੂੰ ਇੰਨਾ ਪਤਾ। ਗੱਲ ਮੈਂ ਤੁਹਾਨੂੰ ਦੱਸਦਾ, ਗੱਲ ਤੁਸੀਂ ਪਿੰਡ ਦੇ ਵਿੱਚ ਕਿਤੇ ਰਾਜਨੀਤੀ ਤਾਂ ਨਹੀਂ, ਕਿਤੇ ਆਪਸੀ ਰੰਜਿਸ਼ ਕਰਕੇ ਇਹ ਗੱਲਾਂ ਕਰ ਰਹੇ ਹੋ?
ਵੀਰੇ ਆਪਾਂ ਨਾ ਤਾਂ ਆਪਣੀ ਪਿੰਡ 'ਚ ਕਿਸੇ ਨਾਲ ਰੰਜਿਸ਼ ਹੈ, ਠੀਕ ਹੈ ਨਾ ਰਾਜਨੀਤੀ ਬਈ ਕੋਈ ਕਿਸੇ ਪਾਰਟੀ ਨਾਲ। ਉਹ ਹੁਣ ਵੋਟਾਂ ਪਈਆਂ ਤੀ, ਠੀਕ ਆ, ਉਦੋਂ ਵੀ ਆਪਾਂ ਨੇ ਤਾਂ ਵੋਟਾਂ ਜਿਹੜਾ ਪੰਡੋਰੀ MLA ਆ ਸਾਰੀਆਂ ਵੋਟਾਂ ਝਾੜੂ ਨੂੰ ਪਈਆਂ ਨੇ, ਠੀਕ ਆ ਬਾਈ ਜੀ। ਉਦੋਂ ਆਪਣੇ ਲਵੇ ਗੱਡੀ ਵੀ ਹੈ ਨਹੀਂ ਤੀਗੀ, ਠੀਕ ਹੈ ਨਾ, ਮੋਟਰਸਾਈਕਲ ਤੇ ਆਪਾਂ ਵੋਟਾਂ ਪਵਾ ਕੇ ਆਏ ਹਾਂ, ਠੀਕ ਹੈ ਨਾ। ਉਰੋਂ ਗੱਡੀ ਲੈ ਕੇ ਗਈ ਆਪਣੀਆਂ ਵੋਟਾਂ, ਉਦੋਂ ਵੀ ਝਾੜੂ ਨੂੰ ਪਈਆਂ ਨੇ, ਠੀਕ ਹੈ। ਆਪਾਂ ਜੇ ਤੁਹਾਡੇ ਹਿਸਾਬ ਨਾਲ ਤੁਸੀਂ ਕਹੇ ਵੀ 17,000 ਦੀ ਰੋਟੀ 7,000 ਦਾ ਤੇਲ, ਫਿਰ ਤਾਂ ਤੁਹਾਡਾ ਇੱਕ ਦਿਨ ਦਾ ਖਰਚਾ ਬਾਹਲਾ ਖਰਚਾ ਉੱਪਰ ਕਰਤਾ, ਤੁਸੀਂ ਓਵਰ ਕਰਤਾ। ਭਗਵੰਤ ਮਾਨ ਨਹੀਂ ਫਿਰ ਤਾਂ ਚੋਣ ਲੜ ਰਹੇ ਸੀ, ਤੁਸੀਂ ਚੋਣ ਲੜ ਰਹੇ ਸੀ, ਫਿਰ ਤਾਂ ਇਸ ਹਿਸਾਬ ਨਾਲ 7 ਲੱਖ ਦਾ ਤੁਸੀਂ। ਮੇਰੀ ਗੱਲ ਸੁਣੋ, ਮੇਰੀ ਗੱਡੀ 'ਚ ਵੀ ਬਾਈ ਜੀ ਪੈਸੇ ਪਏ ਹੁੰਦੇ ਸੀ। ਪਿੰਡ ਦੇ ਬੰਦਿਆਂ ਨੂੰ ਪਤਾ ਸੀ ਮੇਰੀ ਗੱਡੀ ਦੇ ਜਿੱਥੇ RC ਪਈ ਹੁੰਦੀ ਸੀ ਨਾ, ਉੱਥੇ ਮੇਰੀ ਗੱਡੀ 'ਚ ਪੈਸੇ ਵੀ ਪਏ ਹੁੰਦੇ ਸੀ ਬਈ, ਬਾਈ ਚਾਂਸ। ਜਿੱਥੇ ਤੱਕ ਗੱਲ ਆਈ ਸਾਹਮਣੇ ਆਈ ਹੈ, ਪਾਰਟੀ ਦੇ ਵਰਕਰਾਂ ਨੇ ਕਿਹਾ ਵੀ ਸ਼ਾਮ ਨੂੰ ਗੱਡੀ ਘਰੇ ਆ ਜਾਂਦੀ ਸੀ, ਕਿਤੇ ਨਹੀਂ ਜਾਂਦੀ ਸੀ। ਪੈਟਰੋਲ ਡੀਜ਼ਲ ਵੀ ਅਸੀਂ ਆਪ ਪਵਾਉਂਦੇ ਸੀ, ਸਾਰਾ ਖਰਚਾ ਸਾਡਾ ਸੀ, ਇਹਨੂੰ ਕਿਰਾਏ ਤੇ ਰੱਖਿਆ ਸੀ। ਕਮਲ ਨੇ ਤੁਹਾਡੀ ਗੱਡੀ ਲਵਾਈ ਸੀ। ਇਹ ਕਮਲ ਮੰਨਦਾ ਹੈ ਵੀ ਮੈਂ ਇਹਦੀ ਗਰੀਬੀ ਕਰਕੇ ਵੀ ਇਹਦੀ ਗੱਡੀ ਲਵਾਤੀ, ਵੀ ਬੰਦਾ ਠੀਕ ਹੈ, ਮੈਂ ਲੜ ਕੇ ਗੱਡੀ ਲਵਾਈ ਸੀ। ਅੱਗੋਂ ਜਿਹੜੇ ਬੰਦੇ ਸ਼ੇਰਪੁਰ ਦਫ਼ਤਰ ਤੇ ਨੇ, ਉਹਨਾਂ ਦਾ ਵੀ ਕਹਿਣਾ ਵੀ ਅਸੀਂ ਗੱਡੀ ਲਾਈ ਸੀ, ਕਿਰਾਏ ਤੇ ਲਾਈ ਸੀ। ਮੇਰੀ ਧਿਆਨ ਨਾਲ ਵੀਰੇ ਗੱਲ ਸੁਣੋ, ਜੋ ਇਹ ਗੱਲ ਕਹਿ ਰਹੇ ਨੇ ਸਾਡੇ ਸਮਾਧਾਂ ਨੇ, ਠੀਕ ਹੈ, ਸਮਾਧਾਂ ਤੋਂ ਕੋਈ ਵੱਡਾ ਨਹੀਂ। ਜੇ ਉਹ ਕਹਿੰਦੇ ਨੇ ਵੀ ਇੰਨੇ ਪੈਸੇ ਦਿੱਤੇ ਨੇ, ਸੋ ਉੱਥੇ ਆ ਕੇ ਆਪਦੇ ਬੱਚੇ ਲਿਆ ਕੇ ਚੂਲੀ ਪਾਣੀ ਦੀ ਚੱਕਦਾ ਨੇ, ਠੀਕ ਆ, ਉਦੋਂ ਉੱਤੋਂ ਦੀ ਕੋਈ ਵਿਸ਼ਵਾਸ ਨਹੀਂ ਪਿੰਡ ਦੀ ਰੰਜਿਸ਼ ਨੂੰ ਲੈ ਕੇ ਤੁਸੀਂ ਭਗਵੰਤ ਮਾਨ ਤੇ ਪਾਰਟੀ ਨੂੰ ਕਿਉਂ ਬਦਨਾਮ ਕਰ ਰਹੇ ਹੋ? ਲੜਾਈ ਤੁਹਾਡੀ ਆਪਸ 'ਚ ਪਿੰਡ ਦੀ ਰੰਜਿਸ਼ ਕਰਕੇ ਹੈ, ਕੰਮ ਰੁਕਾਉਣ ਤੱਕ ਹੈ, ਜਿਹੜੇ ਕਿ ਤੁਹਾਡੇ ਤੇ ਇਲਜ਼ਾਮ ਲੱਗੇ ਨੇ, ਕਮਲ ਵੱਲੋਂ ਇਲਜ਼ਾਮ ਲਗਾਏ ਗਏ ਨੇ ਵੀ ਸਾਡੇ ਪਾਰਟੀਬਾਜ਼ੀ ਕਰਕੇ ਪਿੰਡ 'ਚ ਇਹ ਬੰਦਾ ਮੇਰੇ ਤੇ ਇਲਜ਼ਾਮ ਲਾਇਆ, ਹੋਰ ਕਿਸੇ ਦੇ ਕਹਿਣ ਤੇ। ਤੁਸੀਂ ਭਗਵੰਤ ਮਾਨ ਨੂੰ ਜਾਂ ਪਾਰਟੀ ਨੂੰ ਕਿਉਂ ਬਦਨਾਮ ਕਰ ਰਹੇ ਹੋ? ਮੇਰੀ ਵੀਰੇ ਧਿਆਨ ਨਾਲ ਗੱਲ ਸੁਣੋ, ਜਦੋਂ ਕਮਲਜੀਤ ਹੋਣੀਆਂ ਦਾ ਪਿੰਡ 'ਚ ਰੌਲਾ ਸੀ, ਠੀਕ ਆ ਨਾ, ਮੈਂ ਤਾਂ ਵੀਰੇ ਉਦੋਂ ਨਹੀਂ ਗਿਆ, ਠੀਕ ਆ, ਜਦੋਂ 12-12 ਸਾਲ ਦੇ ਬੱਚਿਆਂ ਤੇ ਕਮਲਦੀਪ ਹੋਣੀਆਂ ਨੇ ਪਰਚੇ ਕਰਾ। ਤੁਸੀਂ ਕਿਵੇਂ ਸਾਬਤ ਕਰਾ ਸਕਦੇ ਹੋ ਵੀ ਕਮਲ ਨੇ 12-12 ਸਾਲ ਦੇ ਲੋਕਾਂ ਦੇ ਪਰਚੇ ਕਰਾਤੇ? ਹੈ ਸਬੂਤ ਤੁਹਾਡੇ ਲਈ? ਵੀਰੇ ਬੰਦੇ ਮੋਤਬਰ ਬੰਦੇ ਨੇ ਜਿਨ੍ਹਾਂ ਦੇ ਉਰੇ ਪਹਿਲਾਂ ਆਏ ਵੇ ਤੀ, ਠੀਕ ਆ ਨਾ, ਬੁਲਾ ਦਾਂਗੇ। ਜਿਨ੍ਹਾਂ ਦੇ ਬੰਦੇ ਬੱਚਿਆਂ ਤੇ ਪਰਚੇ ਹੋਏ ਨੇ, ਉਹਨਾਂ ਦੇ ਡੈਡੀ ਆਏ ਵੇ ਤੀ, ਠੀਕ ਆ ਨਾ ਵੀਰ ਜੀ। ਉਹ ਸਬੂਤ ਆਪਾਂ ਕੋਈ ਕਾਂਗਰਸ ਪਾਰਟੀ ਨਾਲ, ਕੋਈ ਅਕਾਲੀ ਪਾਰਟੀ ਨਾਲ ਸੰਬੰਧ ਨਹੀਂ, ਆਪਾਂ ਆਮ ਆਦਮੀ ਪਾਰਟੀ ਨਾਲ, ਆਪਾਂ ਭਗਵੰਤ ਮਾਨ ਨੂੰ ਇਹੀ ਬੈਂਡ ਦਾ ਚਲੋ ਮੈਂ ਮੰਨ ਲਿਆ ਤੁਹਾਡੀ ਗੱਲ, ਕਿਸੇ ਨੂੰ ਤਾਂ ਪੜ੍ਹਨਾ ਆਉਂਦਾ ਹੀ ਹੋਣਾ ਯਾਰ ਵੀ ਕਾਂਗਰਸ ਦਾ ਬੈਂਡ। ਇੱਕ ਮਿੰਟ ਵੀਰੇ, ਆਹ ਦੇਖ ਲੈ, ਮੇਰੇ ਘਰ ਵਾਲੀ ਹੈ, ਠੀਕ ਹੈ ਵੀਰ ਜੀ। ਮੈਂ ਤੜਕੇ ਉੱਠ ਕੇ ਕੰਮ ਕਰਦਾ, ਪਹਿਲਾਂ ਚਾਹ ਬਣਾਉਣਾ, ਠੀਕ ਹੈ, ਉਦੋਂ ਬਾਅਦ ਕਿਉਂਕਿ ਵੱਡਾ ਆਪਰੇਸ਼ਨ ਹੋਇਆ ਵਾ ਬਾਈ, ਮੇਰੀ ਬੇਟੀ ਹਜੇ ਛੋਟੀ ਹੈ, ਠੀਕ ਹੈ ਨਾ, ਵੱਡੇ ਆਪਰੇਸ਼ਨ ਦਾ ਤੁਹਾਨੂੰ ਨਸ਼ੇ ਕਰਨ ਦੀ ਗੱਲ ਵੀ ਕਹੀ ਗਈ ਹੈ, ਤੁਹਾਡੇ ਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਵੀ ਨਸ਼ੇ ਤੱਕ ਕੀਤੇ ਜਾਂਦੇ। ਜਿਹੜੀ ਭੁੱਕੀ ਖਾਂਦਾ ਸੀ ਤੂੰ ਆਪ ਖਾਂਦਾ ਸੀ, ਦਾਰੂ ਪੀਂਦਾ ਸੀ ਉਹ ਵੀ ਤੂੰ ਪੀਂਦਾ ਸੀ। ਮੇਰੇ ਐਂ ਕਰੋ ਬਾਈ, ਮੇਰਾ ਬਲੱਡ ਟੈਸਟ ਕਰਾ ਲਓ, ਠੀਕ ਹੈ ਨਾ, ਬਲੱਡ ਟੈਸਟ 'ਚ ਤਾਂ ਆਊਗਾ, ਠੀਕ ਹੈ ਨਾ, ਬਈ ਨਸ਼ੇ ਕਰਦਾ ਸੀ, ਠੀਕ ਹੈ ਨਾ, ਬਲੱਡ ਟੈਸਟ ਤਾਂ ਆਊ ਵੀਰੇ। ਐਂ ਤਾਂ ਆਪਾਂ ਹਰ ਇੱਕ ਤੇ ਇਲਜ਼ਾਮ ਲਾ ਦਾਂਗੇ, ਠੀਕ ਹੈ। ਐਂ ਤਾਂ ਹੁਣ ਜਿਹੜੇ ਕਮੈਂਟ ਕਰਦੇ ਨੇ, ਠੀਕ ਹੈ, ਫੇਕ ਆਈਡੀਆਂ ਤੋਂ ਕਰਦੇ ਨੇ, ਆਪਾਂ ਸਿੱਧਾ ਨੰਬਰ ਬੋਲਤਾ ਵੀਰ ਜੀ। ਪਹਿਲਾਂ ਤੁਹਾਡੀ ਇੰਟਰਵਿਊ ਲੈਣ ਆਈ, ਤੁਹਾਡਾ ਬਹੁਤ ਧੰਨਵਾਦ, ਠੀਕ ਹੈ ਬਈ, ਜਿਹੜੀ ਆਪਣੀ ਆਵਾਜ਼ ਹੁਣ ਆਪਾਂ 3 ਧੀਆਂ ਕਰਕੇ। ਚਲੋ ਅਸੀਂ ਇੰਟਰਵਿਊ ਤੁਹਾਡੀ ਲੈਣ ਆ ਗਏ, ਪਰ ਸਾਨੂੰ ਅੱਜ ਜਿਹੜੀ ਸੱਚਾਈ ਸਾਹਮਣੇ ਸਾਡੇ ਆਈ ਹੈ, ਇਹ ਸੱਚਾਈ ਤੋਂ ਨਹੀਂ ਪਤਾ ਦੀ ਵੀ ਤੁਸੀਂ ਪਾਰਟੀਬਾਜ਼ੀ ਕਰਕੇ ਹੀ ਇਹ ਇਲਜ਼ਾਮ ਲਾ ਰਹੇ ਹੋ। ਕਦੇ ਵੀ ਹੈ ਨਾ ਕਿਸੇ ਦੇ ਇਲਜ਼ਾਮ, ਜੇਕਰ ਤੁਹਾਡੀ ਪਿੰਡ ਦੇ ਵਿੱਚ ਲੜਾਈ ਹੈ, ਕਦੇ ਵੀ ਕਿਸੇ ਪਾਰਟੀ ਦੇ ਇਲਜ਼ਾਮ ਨਹੀਂ ਲਾਣੇ ਚਾਹੀਦੇ। ਕਿ ਤੁਸੀਂ ਕਿਸੇ ਨੂੰ ਫੋਰਸ ਕੀਤਾ, ਤੁਹਾਨੂੰ ਕਿਸੇ ਨੇ ਵੀ ਇਲਜ਼ਾਮ ਲਾ? ਨਾ ਵੀਰੇ, ਆਪਾਂ ਨੂੰ ਕਿਸੇ ਨੇ ਫੋਰਸ ਕਰਿਆ ਨਾ, ਆਪਣੀ ਪਿੰਡ 'ਚ ਕਿਸੇ ਨਾਲ ਦੁਸ਼ਮਣੀਆਂ ਰੰਜਿਸ਼ ਆ, ਠੀਕ ਹੈ ਵੀਰ ਜੀ, ਆਪਣੀ ਕਿਸੇ ਨਾਲ ਨਹੀਂ ਲੜੇ, ਠੀਕ ਹੈ ਨਾ ਆਪਾਂ ਨੂੰ ਕਿਸੇ ਪਾਰਟੀ। ਤੁਸੀਂ ਇੰਨਾ ਕੁ ਤਾਂ ਹਿਸਾਬ ਰੱਖਦੇ ਸੀ ਵੀ ਮੇਰਾ ਇੰਨਾ ਖਰਚਾ ਹੋ ਗਿਆ, ਫਿਰ ਤੁਸੀਂ ਲਿਖਿਆ ਕਿਉਂ ਨਹੀਂ? ਚਲੋ ਤੁਹਾਨੂੰ ਬਿੱਲ ਤੁਹਾਡੇ ਗੁੰਮ ਹੋ ਗਏ, ਤੁਸੀਂ ਕਿਸੇ ਕਾਪੀ ਤੇ ਤਾਂ ਲਿਖਦੇ। ਨੰਬਰ 2, ਤੁਹਾਡੀ ਸ਼ੇਰਪੁਰ ਦਫ਼ਤਰ ਦੇ ਵਿੱਚ ਹਾਜ਼ਰੀਆਂ ਲੱਗੀਆਂ ਹੋਈਆਂ ਨੇ ਵੀ ਇੰਨੇ ਦਿਨ ਗੱਡੀ ਸਾਡੇ ਲਈ ਕਿਰਾਏ ਤੇ ਚੱਲੀ ਹੈ, ਠੀਕ ਹੈ। ਇੱਕ ਪਾਸਿਓ 25,000 ਤੇ ਦਫ਼ਤਰ ਦਾ ਖਰਚਾ ਭੁਗਤਾ ਰਹੇ ਨੇ ਪਿੰਡਾਂ ਦੇ ਵਿੱਚ ਗੱਡੀ ਚਲਾ ਕੇ। ਤੁਸੀਂ ਇਕੱਲੇ ਜਣੇ ਕਹਿ ਰਹੇ ਹੋ ਵੀ ਮੈਂ ਭਗਵੰਤ ਮਾਨ ਲਈ 7 ਲੱਖ ਖਰਚਦਾ, ਕਿਤੇ ਤੁਹਾਨੂੰ ਹਿਸਾਬ ਕਿਤਾਬ ਨਹੀਂ ਰੱਖਿਆ ਵੀ ਮੈਨੂੰ ਲੋੜ ਪੈ ਜਾਂਦੀ ਸਕਦੀ ਹੈ ਕੱਲ੍ਹ ਨੂੰ? ਵੀਰੇ ਮੈਨੂੰ ਇਹ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਵੀ ਬਾਅਦ 'ਚ ਮੇਰੇ ਨਾਲ ਇਹ ਹਾਲਾਤ ਹੋਣਗੇ, ਠੀਕ ਹੈ ਨਾ ਬਈ ਯਾਰ। ਬਾਅਦ 'ਚ ਮੇਰੀ ਸਾਰ ਵੀ ਪਾਰਟੀ 'ਚ ਮੇਰਾ ਨਾਮ ਵੀ ਨਹੀਂ ਦਰਜ ਹੋਣਾ ਬਈ, ਇੰਨਾ ਕਰਕੇ, ਠੀਕ ਹੈ ਨਾ ਬਾਈ। ਕਮਲਦੀਪ ਨੇ ਤਾਂ ਇਹ ਕਿਹਾ ਸੀ ਪਾਰਟੀ ਤੋਂ, ਜਦੋਂ ਵੋਟਾਂ ਇਲੈਕਸ਼ਨ ਹੋਈਆਂ ਨੇ, ਕਹਿੰਦਾ 2 ਢੋਲਾਂ ਦੇ ਪੈਸੇ ਦੇ ਦੂੰ, ਠੀਕ ਹੈ ਨਾ। ਉਹਨਾਂ ਨੇ ਕਿਹਾ ਮੈਂ ਕੋਈ ਗੱਲ ਨਹੀਂ ਕਹੀ, 2 ਢੋਲਾਂ ਦੇ ਪੈਸੇ ਨਹੀਂ ਕੀ, ਤੁਹਾਡਾ ਦਫ਼ਤਰ 'ਚ ਲੱਗੀ ਸੀ, ਤੁਹਾਨੂੰ 15,000 ਰੁਪਇਆ 22 ਦਿਨਾਂ ਬਾਅਦ 15,000 ਰੁਪਇਆ ਦਿੱਤਾ ਗਿਆ ਉਹਨਾਂ ਵੱਲੋਂ। ਕੋਈ ਉਹਨਾਂ ਦੀ 2 ਢੋਲਾਂ ਦੀ ਗੱਲ ਨਹੀਂ ਹੈ, ਤੁਸੀਂ ਆਪਦੇ ਵੱਲੋਂ ਕਹਿ ਰਹੇ ਹੋ। ਇਹ ਬਿਲਕੁਲ ਅਸੀਂ ਉਹਨਾਂ ਦਾ ਪੱਖ ਜਾਣ ਕੇ ਆਏ ਹਾਂ, ਉਹਨਾਂ ਨੇ ਗੱਲ ਸਾਰੀ ਇਹ ਵੀਰ ਜੀ ਪੱਖ ਜਾਣ ਕੇ ਆਏ ਹੋ। ਸਾਡੇ ਬਾਬਾ ਮਲਾ ਹੈ, ਉੱਥੇ ਕਮਲਦੀਪ ਆਪਦੇ ਬੱਚਿਆਂ ਨੂੰ ਲੈ ਕੇ ਚੜ੍ਹ ਜੇ, ਉਦੋਂ ਵੱਡਾ ਕੋਈ ਦੋਸ਼ ਨਹੀਂ, ਠੀਕ ਆ। ਅਸੀਂ ਬਾਬਿਆਂ ਨੂੰ ਮੰਨਦੇ ਹਾਂ, ਉੱਥੇ ਮੈਂ ਆਪਦੇ ਬੱਚੇ 3 ਲੈ ਕੇ ਚੜ੍ਹ ਜੂੰ। ਜੇ ਇਹਨਾਂ ਨੇ ਪੈਸੇ ਇੰਨੇ ਦਿੱਤੇ, ਹੁਣ 5,000 ਰੁਪਇਆ ਪਾਰਟੀ ਵੱਲੋਂ ਆਇਆ, ਉਹ ਮੈਂ ਘਰੇ ਆ ਕੇ ਵੀ ਕਿਹਾ, ਠੀਕ ਹੈ, ਮੈਂ ਕਿਹਾ ਮੈਨੂੰ 5,000 ਰੁਪਇਆ ਦਿੱਤਾ ਧੱਕੇ ਨਾਲ, ਉਹ ਵੀ ਮੈਂ ਉਹਨਾਂ ਦੀ ਦੁਬਾਰੇ ਜੇਬ 'ਚ ਪਾਉਂਦਾ ਸੀ। ਜੋ ਕਾਲੇ ਬੂਲੇ ਦਾ ਬੰਦਾ ਬੋਲ ਰਿਹਾ, ਉਹਦੀ ਰੇ ਸਪਰੇਅ ਦੀ ਦੁਕਾਨ ਤੀ, ਜਿੱਥੇ ਹੁਣ ਵੀ ਦੁਕਾਨ ਆ, ਉੱਥੇ ਹੀ ਦਫ਼ਤਰ ਤੀ, ਠੀਕ ਹੈ ਨਾ ਵੀਰ ਜੀ। ਤੁਸੀਂ ਕਹਿੰਦੇ ਮੈਂ ਜੇ ਭਗਵੰਤ ਮਾਨ ਚੋਣ ਹਾਰ ਜਾਂਦਾ, ਗੋਲੀਆਂ ਖਾ ਕੇ ਮਰ ਜਾਂਦਾ, ਉਹ ਤਾਂ 2013 ਤੋਂ ਜੁੜੇ ਹੋਏ ਨੇ ਪਾਰਟੀ ਨਾਲ, ਉਹ ਤਾਂ ਕਹਿੰਦੇ ਸੀ ਅਸੀਂ ਤਾਂ ਇਹ ਕੁਝ ਕਰਦੇ, ਤੁਹਾਨੂੰ ਕੀ ਲੋੜ ਪੈ ਗਈ ਵੀ ਤੁਸੀਂ ਮਰ ਜਾਂਦੇ ਗੋਲੀਆਂ ਖਾ ਕੇ? ਕਿਤੇ ਸਟੰਟ ਤਾਂ ਨਹੀਂ ਹੈਗਾ ਤੁਹਾਡਾ? ਸਟੰਟ ਨਹੀਂ ਵੀਰੇ, ਮੈਂ ਪੈਲੀ ਆਪਦੀ ਖੁਦਾ ਦਾਦੇ ਪੜਦਾਦਿਆਂ ਦਾ ਵਾਹਨ ਵੇਚਿਆ ਸੀ, ਠੀਕ ਹੈ ਵੀਰ ਜੀ। ਬਾਕੀ ਗੱਡੀ ਲਾਈ ਤੀ, ਬਾਕੀ ਇਹ ਵੀ ਇਲਜ਼ਾਮ ਲੱਗ ਰਹੇ ਜਿਵੇਂ ਤੁਸੀਂ ਟਰੈਕਟਰ ਲਿਆ, ਹੋਰ ਕਰਿਆ, ਕਿਤੇ ਇਹ 'ਚ ਤਾਂ ਨਹੀਂ ਗੱਡੀ ਪੈਲੀਆਂ ਵਿਕੀਆਂ, ਗੱਡੀਆਂ ਬਾਰ-ਬਾਰ ਬਦਲਦੇ ਰਹੇ ਵੀਰੇ, ਬਾਰ-ਬਾਰ ਗੱਡੀਆਂ ਖਰਚ ਤਾਂ ਹੋਈ, ਗੱਡੀ ਲਈ ਟਰੈਕਟਰ ਲਿਆ, 6 ਲੱਖ ਦਾ ਟਰੈਕਟਰ ਲਿਆ, ਉਹ 3 'ਚ ਕਟਾਤਾ, 3 ਦਾ
ਘਾਟਾ ਪੈ ਗਿਆ ਕਿਤੇ ਨਾ ਕਿਤੇ ਇਸੇ ਚੱਕਰ 'ਚ ਤਾਂ ਨਹੀਂ ਬਣ ਵੀ ਨਾ ਵੀਰੇ ਟਰੈਕਟਰ ਆਪਾਂ ਕਿਸ਼ਤਾਂ ਤੇ ਲਿਆ ਤੀ ਟਰੈਕਟਰ ਆਪਾਂ ਕੰਪਨੀ ਨੂੰ ਹੀ ਵਾਪਸ ਕਰਤਾ ਤੀ ਵੀਰ ਜੀ ਠੀਕ ਹੈ ਬਈ ਆਪਾਂ ਤੋਂ ਕਿਸ਼ਤ ਵੀਰੇ ਪਹਿਲੀ ਵੇਗੀ ਆਪਾਂ ਤੋਂ ਕਿਸ਼ਤ ਭਰੀ ਨਹੀਂ ਜਾਣੀ ਆਪਾਂ ਟਰੈਕਟਰ ਕੰਪਨੀ ਨੂੰ ਪਿੰਡ ਦੇ ਆ 4 ਬੰਦੇ ਸੱਦ ਜਿਹੜੇ ਤੁਸੀਂ ਟੋਪੀਆਂ ਬੈਚ ਕਹਿ ਰਹੇ ਹੋ ਉਸ ਮੈਚ ਪਾਉਂਦਾ ਸੀ ਬਣਦਾ ਸੀ ਉਹਦੀ ਕੋਈ ਬਿੱਲ ਬੁੱਲ ਹੈਗੇ ਨੇ ਤੁਹਾਡੇ ਲਈ ਬਿੱਲ ਤਾਂ ਦਿੰਦੀ ਹੋਣਾ ਤੁਹਾਨੂੰ ਬੰਦਾ ਮੈਂ ਦੇਖ ਵੀਰੇ ਮੈਂ ਪੈਸੇ ਦਿੰਦਾ ਸੀ ਆਪਦੀ ਜੇਬ ਚੋਂ ਠੀਕ ਆ ਆਪਾਂ ਕਹਿੰਦੇ ਆ ਕਿੰਨੇ ਪੈਸੇ ਦਿੰਦੇ ਸੀ ਉਹਨਾਂ ਨੂੰ ਠੀਕ ਆ ਉੱਥੇ ਕਿਤੇ 15000 ਕਿਤੇ 10000 ਮੈਂ ਆਪਦੇ ਪੱਲਿਓਂ ਪੈਸੇ ਦੇ ਪਾਰਟੀ ਦਾ ਪਹਿਲੀ ਗੱਲ ਤੁਹਾਨੂੰ ਦੱਸਦਾ ਪਾਰਟੀ ਜਿਹੜਾ ਸਮਾਨ ਸੀ ਸਾਰਾ ਉਹ ਦਿੱਲੀੋਂ ਆਉਂਦਾ ਸੀ ਠੀਕ ਹੈ ਕਿਸੇ ਵਰਕਰ ਨੂੰ ਖਰਚ ਕਰਨ ਦੀ ਲੋੜ ਨਹੀਂ ਪੈਂਦੀ ਸੀ ਉਹ ਦਫ਼ਤਰ ਤੋਂ ਦਿੱਲੀੋਂ ਛੱਪ ਕੇ ਸੰਗਰੂਰ ਆਉਂਦਾ ਦੱਸਿਆ ਗਿਆ ਉਹਨਾਂ ਵਰਕਰਾਂ ਵੱਲੋਂ ਤੁਸੀਂ ਕਿਵੇਂ ਛਪਾ ਲਿਆ ਇੱਥੋਂ ਮੇਰੀ ਧਿਆਨ ਨਾਲ ਗੱਲ ਸੁਣੋ ਵੀਰੇ ਜਿੱਥੇ ਮਹਿਲ ਕਲਾਂ ਦਫ਼ਤਰ ਦੀ ਉਹਦੇ ਮੂਹਰੀ ਆਪਰੇਟਿੰਗ ਵਾਲਾ ਬੰਦਾ ਦੀ ਜਿਹੜਾ ਪੋਸਟਰ ਕੱਢਦਾ ਦੀ ਠੀਕ ਆ ਨਾ ਵੱਡੇ ਆਪਾਂ ਆਪਦੀਆਂ ਫਲੈਕਸੀਆਂ ਮੇਰੇ ਪਿੰਡ 'ਚ ਵੀ ਪੋਸਟਰ ਹਜੇ ਲੱਗੇ ਵੇ ਹੋਣਗੇ ਉਹ ਜਿਹੜੇ ਠੀਕ ਆ ਮੈਂ ਸਾਰੀਆਂ ਫੋਟੋਆਂ ਲਵਾਈਆਂ ਤੀ ਠੀਕ ਆ ਬਾਈ ਉਹ 1000 1100 ਦਾ ਇੱਕ ਪੋਸਟਰ ਕੱਢਦਾ ਤੀ ਠੀਕ ਆ ਮੈਂ ਪੈਸੇ ਦੇ ਦਿੰਦਾ ਤੀ ਮੈਂ ਤਾਂ ਵੀਰੇ ਆਏ ਤੀ ਵੀ ਭਗਵੰਤ ਮਾਨ ਜਿੱਤੇ ਵੀ ਹਾਰ ਨਾ ਜਾਵੇ ਜੇ ਹਾਰ ਜਾਂਦਾ ਵੀਰੇ ਮੈਂ ਕਰਦਾ ਖੁਦਕੁਸ਼ੀ ਠੀਕ ਆ ਤੁਹਾਨੂੰ ਕੀ ਲੋੜ ਪੈ ਗਈ ਸੀ ਖੁਦਕੁਸ਼ੀ ਕਰਨ ਦੀ ਇੱਕ ਪਾਸੇ ਤੁਸੀਂ ਇਹਨਾਂ ਖਰਚ ਕਰਿਆ ਹੋਰ ਕਰਿਆ ਫਿਰ ਤੁਹਾਨੂੰ ਕੀ ਲੋੜ ਸੀ ਤੁਸੀਂ ਕਿਉਂ ਖੁਦਕੁਸ਼ੀ ਕਰਦੇ ਵੀਰੇ ਗੱਲ ਸੁਣੇ ਇਹ ਤਾਂ ਮਾਹਲੀ ਬਹਿ ਜਾਂਦਾ ਠੀਕ ਆ ਮੈਂ ਮੂੰਹ ਦਿਖਾਉਣ ਜੋਗਾ ਨਹੀਂ ਤੇ ਉਦੋਂ ਬਾਅਦ ਜਦੋਂ ਮੇਰਾ ਬਾਹਨ ਤੁਸੀਂ ਤਾਂ ਲੜ ਰਹੀ ਸੀ ਚੋਣ ਤਾਂ ਭਗਵੰਤ ਮਾਨ ਲੜ ਰਿਹਾ ਸੀ ਤੁਸੀਂ ਕਿਉਂ ਖੁਦਕੁਸ਼ੀ ਕਰ ਜਾਂਦੇ ਕੀ ਕਾਰਨ ਬਣ ਜਾਂਦਾ ਤੁਹਾਨੂੰ ਵੀਰੇ ਮੈਂ ਬਾਕੀ ਰਿਸ਼ਤੇਦਾਰਾਂ 'ਚ ਵੀਰੇ ਮੈਂ ਮਿਹਣੇ ਠੀਕ ਆ ਮੈਂ ਮਿਹਣੇ ਸਹਿਣੇ ਨਹੀਂ ਤੀ ਠੀਕ ਆ ਮੈਂ ਖਾਂਦਾ ਕਣਕ ਵਾਲੀਆਂ ਗੋਲੀਆਂ ਮੈਂ ਰਿਸ਼ਤੇਦਾਰਾਂ ਦੇ ਬਾਕੀ ਪਿੰਡ ਦਿਆਂ ਦੇ ਅਗਲਾ ਕਹਿੰਦਾ ਹੁੰਦਾ ਤੀ ਇੰਨੀ ਮਿਹਨਤ ਕਰੀ ਆ ਠੀਕ ਆ ਨਾ ਉਹ ਹਾਰ ਗਿਆ ਮੇਰੀ ਮਾਤਾ ਨੇ ਵੀਰੇ ਖੁਦਕੁਸ਼ੀ ਕਣਕ ਵਾਲੀਆਂ ਗੋਲੀਆਂ ਖਾ ਕੇ ਕਿਤੇ ਇਹ ਹਾਲਾਤ ਤਾਂ ਨਹੀਂ ਬਣ ਤੋਂ ਤੁਸੀਂ ਜਿਵੇਂ ਟਰੈਕਟਰ ਵਗੈਰਾ ਲੈਂਦੇ ਨੇ ਬਾਰ-ਬਾਰ ਉਹਨਾਂ ਦੱਸਿਆ ਕਿ ਟਰੈਕਟਰ ਵੀ ਲਈਆਂ ਗੱਡੀਆਂ ਬਦਲੀਆਂ ਕਿੰਨੀਆਂ ਗੱਡੀਆਂ ਲੈ ਚੁੱਕੇ ਤੁਸੀਂ ਭਗਵੰਤ ਮਾਨ ਦੀ ਚੋਣਾਂ ਤੋਂ ਬਾਅਦ ਕਿੰਨੀਆਂ ਗੱਡੀਆਂ ਲਈਆਂ ਤੁਹਾਨੂੰ ਭਗਵੰਤ ਮਾਨ ਦੀ ਚੋਣ ਤੋਂ ਬਾਅਦ ਵੀਰੇ ਆਪਣੇ ਲਵੇ ਗੱਡੀ ਠੀਕ ਆ ਨਾ ਨੋਵਾ ਲਈ ਸੋਨੂੰ ਕਿੰਨੀਆਂ ਗੱਡੀਆਂ ਲਈਆਂ ਟੋਟਲ ਵੀਰੇ ਗੱਡੀਆਂ 2 ਲਈਆਂ ਨੇ ਇੱਕ ਆਊਟਰ ਆ ਠੀਕ ਹੈ ਜਿਹੜੀ ਗੱਡੀ ਉਰੇ ਉਹ ਸਾਡਾ ਘਰਾਂ ਚੋਂ ਹੀ ਤੀ ਮੁੰਡਾ ਉਹ 4 ਲੱਖ ਦੀ ਲਈ ਸੀ ਤੁਸੀਂ ਉਹ ਕਟਾਈ ਉਹ ਪਾਤੜਾਂ ਤੋਂ ਲਿਆਂਦੀ ਤੀ ਗੱਡੀ ਵੀਰੇ ਉਹ 4.5 ਆਊਟਰਾ 4.5 ਲੱਖ ਦੀ ਲਿਆਂਦੀ ਤੀ ਚੈਰੀ ਗੱਲ ਠੀਕ ਹੈ 26 ਨੰਬਰ ਦਿੱਲੀ ਨੰਬਰ ਗੱਡੀ ਤੀ ਉਹ ਗੱਡੀ ਸਾਡੇ ਪਿੰਡ ਦਾ ਮੁੰਡਾ ਸਾਡੇ ਘਰਾਂ ਚੋਂ ਤੀ ਉਹ ਤੋਂ ਵੱਜ ਕੇ ਟਰਾਂਸਫਾਰਮ 'ਚ ਫੁੱਟ ਗਈ ਤੀ ਬਾਕੀ ਉਦੋਂ ਆਪਣੇ ਲਵੇ ਵੀਰੇ ਪੈਸੇ ਦੇਣ ਨੂੰ ਹੈ ਨਹੀਂ ਤੀ ਆਪਾਂ 90000 'ਚ ਗੱਡੀ ਸਮਾਤੀ ਤੀ ਬਾਈ ਜੀ ਠੀਕ ਹੈ ਜੀ ਸੋ ਇਹ ਸਨ ਸਾਡੇ ਨਾਲ ਹੋਰ ਵੀ ਇੱਥੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਮੰਦਰ ਸਿੰਘ ਆ ਜੀ ਹਰਮੰਦਰ ਸਿੰਘ ਜੀ ਤੁਹਾਨੂੰ ਇਸ ਗੱਲ ਦਾ ਪਤਾ ਵੀ ਇਹਨਾਂ ਨੇ 7 ਲੱਖ ਕਹਿ ਰਹੇ ਨੇ ਮੈਂ ਖਰਚ ਕੀਤਾ ਹੈ ਕੀ ਲੱਗਦਾ ਵੀ ਇੱਕ ਪਾਸੇ ਦਾ ਪਾਰਟੀ ਵਾਲੇ ਦਫ਼ਤਰ ਵਾਲੇ ਕਹਿ ਰਹੇ ਨੇ ਅਸੀਂ 25000 'ਚ ਚੋਣਾਂ ਨਿਪਟਿਆਤੀਆਂ ਇਹ 7 ਲੱਖ ਦੱਸ ਰਹੇ ਨੇ ਕਦੇ ਕਹਿ ਰਹੇ ਨੇ ਮੈਂ 17000 ਰੁਪਏ ਖਰਚਦਾ 7000 ਤੇਲ ਦਾ ਕੀ ਲੱਗਦਾ ਕੁਛ ਹੈ ਜੀ ਦੇਖੋ ਜੀ ਅਸੀਂ ਤਾਂ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਅਸੀਂ ਨਹੀਂ ਕਹਿੰਦੇ ਵੀ ਮਤਲਬ ਪੈਸੇ ਵੀ ਜਾਂ ਅਸੀਂ ਕਹਿ ਦਈਏ ਵੀ ਅਸੀਂ ਨਾਲ ਤੀ ਨਾ ਤਾਂ ਅਸੀਂ ਅਕਾਲੀ ਆ ਨਾ ਕਾਂਗਰਸੀ ਆ ਨਾ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਸੰਬੰਧ ਆ ਦੇਖੋ ਇੱਕ ਗੱਲ ਅਸੀਂ ਕਹਿਣੀ ਚਾਹੁੰਦੇ ਆ ਇਹਦਾ ਜਿਹੜਾ ਵਾਹਨ 18 ਲੱਖ ਦੇ ਵਿੱਚ ਇਹਦਾ ਮਤਲਬ ਗਹਿਣੇ ਸੀਗਾ ਉਦੋਂ ਬਾਅਦ ਪੈ ਹੋਇਆ ਉਹ ਚੋਣਾਂ ਵੇਲੇ ਜਾਂਦੀ ਸੀ ਗੱਡੀ ਜ਼ਰੂਰ ਪਿੰਡ 'ਚੋਂ ਅਸੀਂ ਜਾਂਦੇ ਦੇਖਦੇ ਸੀਗੇ ਫਲੈਕਸਾਂ ਲੱਗੀਆਂ ਵੀਆਂ ਇਹ ਸਾਨੂੰ ਨਹੀਂ ਪਤਾ ਵੀ ਉਹ ਕਿਰਾਏ 'ਤੇ ਜਾਂਦੀ ਸੀਗੀ ਜਾਂ ਮਤਲਬ ਇਹ ਕੋਲੋਂ ਪੱਲਿਓਂ ਫੂਕਦਾ ਸੀ ਪਰ ਇਹ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਸੀਗਾ ਵੀ ਮੈਂ ਕੋਲੋਂ ਖਰਚਾ ਕਰ ਦਾਂਗਾ ਪਰ ਦਫ਼ਤਰ ਵਾਲਿਆਂ ਵੱਲੋਂ ਕਿਹਾ ਗਿਆ ਵੀ ਜੀ ਜਿਹੜੀ ਗੱਡੀ ਹੈ ਕਦੇ ਵੀ ਜੇਕਰ ਦਫ਼ਤਰ ਵੱਲੋਂ ਗੱਡੀ ਲਾਈ ਜਾਂਦੀ ਤਾਂ ਪੋਸਟਰ ਸਾਰਾ ਕੁਝ ਪਾਰਟੀ ਲਾ ਕੇ ਦਿੰਦੀ ਹੈ ਗੱਡੀ ਦੇ ਉੱਪਰ ਇਹ ਨਹੀਂ ਵੀ ਅਸੀਂ ਆਪਦੇ ਪੱਲੇ ਤੋਂ ਉਹ ਕਹਿੰਦੇ ਵੀ ਅਸੀਂ ਇਹਦੀ ਦਿਹਾੜੀ ਤੇ ਗੱਡੀ ਲਾਈ ਸੀ ਇਹਨੂੰ 7 ਪਿੰਡ ਦਿੱਤੇ ਜਾਂਦੇ ਸੀ ਇਹ ਆਪ 9 ਪਿੰਡ ਕੱਢਦਾ ਸੀ ਪਾਰਟੀ ਦਾ ਕਸੂਰ ਹੈ ਇਹਦੇ ਵਿੱਚ ਕੋਈ ਨਹੀਂ ਜੀ ਉਹਦੇ ਵਿੱਚ ਅਸੀਂ ਦੇਖੋ ਨਾ ਤੁਹਾਨੂੰ ਦੱਸਿਆ ਵੀ ਅਸੀਂ ਇਹਨਾਂ ਦਾ ਜਿਹੜਾ ਪਾਰਟੀ ਦਾ ਅੰਦਰੂਨੀ ਮੁੱਦਾ ਦੇਖੋ ਕਮਲਦੀਪ ਵੀ ਪ੍ਰਧਾਨ ਆ ਇਹ ਵੀ ਇਹ ਨੇੜੇ ਵਾਲੇ ਬੰਦੇ ਆਪਸ ਵਿੱਚ ਨੇ ਅਸੀਂ ਥਰਡ ਪਰਸਨ ਅਸੀਂ ਇੱਕ ਚੀਜ਼ ਦਾ ਕਹਿ ਸਕਦੇ ਆਂਗੇ ਵੀ ਇਹਨਾਂ ਨੇ ਜੋ ਮਤਲਬ ਆਪਦੀ ਜ਼ਮੀਨ ਜਾਇਦਾਦ ਵੇਚੀ ਆ ਉਸ ਟਾਈਮ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੀ ਗੱਡੀ ਮਤਲਬ ਚੋਣ ਪ੍ਰਚਾਰ ਦੇ ਵਿੱਚ ਹੁੰਦੀ ਇਹਨਾਂ ਨੂੰ ਪੁੱਛਿਆ ਸੀ ਵੀ ਜਿਹੜਾ ਤੁਸੀਂ ਖਰਚ ਕੀਤਾ ਹੈ ਉਹਦਾ ਤੁਹਾਡੇ ਲਈ ਹਿਸਾਬ ਕਿਤਾਬ ਕਿਉਂਕਿ ਜਦੋਂ ਵੀ ਕੋਈ ਬੰਦਾ ਚੋਣ 'ਚ ਖੜਦਾ ਤਾਂ ਹਿਸਾਬ ਕਿਤਾਬ ਤਾਂ ਰੱਖਦਾ ਚਾਹੇ ਖਰਚ ਤੁਸੀਂ ਵੀ ਉਹ ਖਰਚ ਕਰਦੇ ਹੋ ਤਾਂ ਹਿਸਾਬ ਕਿਤਾਬ ਦਾ ਇਹਦੇ ਲਈ ਉਹ ਵੀ ਨਹੀਂ ਹੈਗਾ ਨਹੀਂ ਉਹ ਤਾਂ ਦੇਖੋ ਜੀ ਅਸੀਂ ਕਹਿ ਨਹੀਂ ਸਕਦੇ ਪਰ ਇਹਦੀ ਜਿਹੜੀ ਜ਼ਮੀਨ ਵਿਕੀ ਆ ਰਜਿਸਟਰੀ ਵਗੈਰਾ ਹੈਗੀ ਆ ਉਸ ਟਾਈਮ ਦੇ ਵਿੱਚ ਅਸੀਂ ਪੰਚਾਇਤ ਦੇ ਵਿੱਚ ਮੌਜੂਦ ਸੀ ਮੈਂ ਸਾਬਕਾ ਪੰਚ ਆਂਗਾ ਉਸ ਟਾਈਮ ਦੇ ਵਿੱਚ ਇਹਨੇ ਜ਼ਮੀਨ ਵੇਚੀ ਆ ਲਵੇ ਘਰ ਨੇ ਸਾਰੇ ਜਿਹੜੇ ਇਹਦੇ ਖੱਤੇ 'ਚ ਹੀ ਪਏ ਹੋਏ ਨੇ ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਨੇ ਪਾਰਟੀ ਵਾਸਤੇ ਕੋਈ ਭਗਵੰਤ ਮਾਨ ਨੂੰ ਫੰਡ ਦਿੱਤਾ ਜਾਂ ਵੈਸੇ ਆਪਣੇ ਪੱਧਰ 'ਤੇ ਕੋਈ ਖਰਚਤਾ ਹੋਵੇ ਉਹ ਨਹੀਂ ਅਸੀਂ ਕਹਿ ਸਕਦੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਕਿ ਇਹਨਾਂ ਦਾ ਆਪਸੀ ਦੋਨਾਂ ਦੀ ਰੰਜਿਸ਼ ਹੋਵੇ ਆਪਸ ਵਿੱਚ ਪਾਰਟੀਬਾਜ਼ੀ ਕਰਕੇ ਇਹ ਜੇ ਬਿਆਨ ਦੇ ਰਿਹਾ ਹੋਵੇ ਭਗਵੰਤ ਮਾਨ ਦੇ ਖਿਲਾਫ ਜੇ ਇਹਨਾਂ ਦੀ ਆਪਸੀ ਪਾਰਟੀਬਾਜ਼ੀ ਤਾਂ ਆਪਸ ਪਿੰਡ ਚ ਲਵਣ ਦੇਖੋ ਜੀ ਪਿੰਡ ਦੇ ਵਿੱਚ ਤਾਂ ਇਹਦੀ ਤਾਂ ਕੋਈ ਪਾਰਟੀਬਾਜ਼ੀ ਵਾਲਾ ਤਾਂ ਕੋਈ ਮੁੱਦਾ ਨਹੀਂ ਹੈਗਾ ਨਾ ਕੋਈ ਪਾਰਟੀਬਾਜ਼ੀ ਵਾਲਾ ਬੰਦਾ ਹੀ ਹੈ ਤਾਂ ਕੰਮ ਤੇ ਜਾਂਦਾ ਪਰ ਇਹਨਾਂ ਦਾ ਪਾਰਟੀ ਬੇਸ ਤੇ ਅੰਦਰੂਨੀ ਮੁੱਦਾ ਪਾਰਟੀ ਦਾ ਆਪਣੀ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਹੋ ਸਕਦਾ
ਆਪਦੀ ਰੰਜਿਸ਼ ਹੋ ਸਕਦੀ ਆ, ਪਰ ਪਿੰਡ ਪੱਧਰ ਤੇ ਨਾ ਤਾਂ ਕੋਈ ਇਹਨਾਂ ਦੀ ਜ਼ਮੀਨ ਸਾਂਝੀ ਆ, ਨਾ ਕੋਈ ਇਹਨਾਂ ਦਾ ਕੋਈ ਗੋਤ, ਨਾ ਕੋਈ ਹੋਰ ਇਹਨਾਂ ਦਾ ਕੋਈ ਆਪਸੀ ਸੰਬੰਧ ਨਹੀਂ ਹੈਗਾ। ਚੋਣਾਂ ਵੇਲੇ ਜ਼ਰੂਰ ਇਹ ਇਕੱਠੇ ਹੁੰਦੇ ਸੀਗੇ। ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ, ਜਿਹੜੀ ਇਹਨਾਂ ਨੇ ਦੱਸਿਆ ਗਿਆ ਵੀ 2-3 ਇਹਨਾਂ ਨੇ ਗੱਡੀਆਂ ਖਰੀਦੀਆਂ, ਕਿਤੇ ਨਾ ਕਿਤੇ ਦਾ ਖਰਚ ਹੋਇਆ। 4 ਲੱਖ ਦੀ ਗੱਡੀ ਲਈ ਉਹ 1.5 ਲੱਖ 'ਚ ਕਟਾਈ, 3.5 ਲੱਖ ਦਾ ਘਾਟਾ ਪੈ ਗਿਆ। ਉਹ ਇੱਕ ਗੱਡੀ ਫੇਰ ਕਹਿੰਦੇ ਸੀ 4 ਲੱਖ ਦੀ ਲਈ, ਉਹ 1.5 ਲੱਖ 'ਚ ਕਟਾਈ। ਕਿਤੇ ਗੱਡੀਆਂ ਤੇ ਟਰੈਕਟਰਾਂ ਦੇ ਚੱਕਰ 'ਚ ਤਾਂ ਜ਼ਮੀਨ ਵਿਕੀ। ਗੱਡੀਆਂ ਦੇ ਤਾਂ ਜੀ ਦੇਖੋ ਇਹ ਆ ਵੀ ਚੋਣਾਂ ਦੇ ਵਿੱਚ ਖਰਚ ਤਾਂ ਆਉਂਦਾ ਜੀ। ਦੇਖੋ ਚੋਣਾਂ ਦੇ ਵਿੱਚ ਗੱਡੀਆਂ, ਕਿਉਂਕਿ ਇਹਦੇ ਨਾਲ ਉਸ ਟਾਈਮ ਦੇ ਵਿੱਚ ਇਹਦੇ ਨਾਲ ਮੰਡੀਰ ਹੁੰਦੀ ਸੀ, ਢਾਬਿਆਂ ਤੇ ਰੋਟੀਆਂ ਖਾਣੀਆਂ, ਮਤਲਬ ਇਹਨਾਂ ਦਾ ਜਿਹੜਾ ਕੰਮ ਸੀਗਾ, ਚਾਹੇ ਉਹ ਚੋਣਾਂ ਦੇ ਵਿੱਚ ਲਾ ਲਓ। ਤੁਸੀਂ ਪੰਚ ਹੋ, ਤੁਸੀਂ ਕਿਸੇ ਨੂੰ ਢਾਬੇ ਤੇ ਰੋਟੀ ਖਵਾ ਦੋਗੇ ਵੀ ਮੈਂ ਪੰਚ ਦੀ ਚੋਣ ਲੜ ਰਿਹਾ ਵੀ ਮੈਂ ਢਾਬੇ ਤੇ ਰੋਟੀ ਖਵਾ ਦੂੰਗਾ? ਨਹੀਂ ਜੀ, ਨਹੀਂ, ਇਹ ਜਾਂਦਾ ਰਿਹਾ ਜੀ ਗੱਡੀਆਂ, ਮਤਲਬ ਇਹ ਨਹੀਂ ਪਤਾ ਵੀ ਪਾਰਟੀ ਨੂੰ ਪੈਸਾ ਦਿੰਦੀ ਸੀ ਜਾਂ ਕੋਲੋਂ, ਪਰ ਉਸ ਟਾਈਮ ਦੇ ਜਿਹੜੇ ਉਹ ਵਰਕਰ ਨੇ ਉਹ 2013 ਤੋਂ ਜੁੜੇ ਹੋਏ ਨੇ, ਉਹਨਾਂ ਨੇ ਤਾਂ 7 ਲੱਖ ਖਰਚ ਨਹੀਂ ਕਰਿਆ। 2014 ਤੋਂ ਜੁੜੇ ਹੋਏ ਨੇ, ਇਹਨੇ 7 ਲੱਖ ਇੱਕਦਮ ਕਿਵੇਂ ਖਰਚ ਕਰਤਾ? ਜਿਹੜੇ ਪੁਰਾਣੇ ਬੰਦੇ ਜੁੜੇ ਨੇ ਉਹਨਾਂ ਦਾ ਕਹਿਣਾ ਹੈ ਦੇਖੋ ਜੀ ਅਸੀਂ ਇਹ ਗੱਲ ਤੁਹਾਡੇ ਨਾਲ ਸਹਿਮਤ ਹਾਂ, ਪਰ ਗੱਲ ਇਹਦੇ ਵਿੱਚ ਮੇਨ ਇਹ ਆ ਨਾ, ਕਿਉਂਕਿ ਇਹਨੂੰ ਜਨੂਨ ਸੀਗਾ ਵੀ ਪਾਰਟੀ ਦਾ ਉਸ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਵੀ ਪੂਰਾ ਇਹਦਾ ਮਤਲਬ ਪਤਾ ਹੀ ਆ ਤਕਰੀਬਨ ਸਾਰੇ ਪਿੰਡ ਨੂੰ। ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਇਹਨੇ 7 ਲੱਖ ਰੁਪਈਆ ਜਾਂ ਖਰਚਤਾ ਜਾਂ ਪਾਰਟੀ ਵਾਸਤੇ ਖਰਚ। ਤੁਸੀਂ ਅਕਸਰ ਦੇਖਣਾ ਜਦੋਂ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਤੁਹਾਡੇ ਪਿੰਡ ਆਇਆ ਸੀ, ਕਾਸ ਤੇ ਆਇਆ ਸੀ ਭਗਵੰਤ ਮਾਨ, ਕੀ ਚੀਜ਼ ਸੀ ਜਿਹਤੇ ਚੜ੍ਹ ਕੇ ਪ੍ਰਚਾਰ ਕਰਿਆ ਸੀ ਭਗਵੰਤ ਮਾਨ ਨੇ? ਕਿਸ ਤੇ ਆਇਆ ਸੀ? ਸਾਡੇ ਪਿੰਡ ਤਾਂ ਜੀ ਤਕਰੀਬਨ ਮੇਰੇ ਖਿਆਲ 'ਚ ਉਹਦੀ ਆਪਣੀਆਂ ਕੋਈ ਗੱਡੀਆਂ ਸੀਗੀਆਂ, ਪਰ ਜਾਣੀ ਦੀ ਇਹਦਾ ਜਿਹੜਾ ਸਿਸਟਮ ਰਿਹਾ ਹੈਗਾ ਇਹਦੇ ਨਾਲ ਬਹੁਤ ਮੰਡੀਰ ਅਸੀਂ ਦੇਖੀ ਆ। ਇਹ ਤਾਂ ਕਹਿੰਦਾ ਭਗਵੰਤ ਮਾਨ ਕਹਿੰਦਾ ਮੇਰੀ ਗੱਡੀ 'ਤੇ ਚੜ੍ਹ ਕੇ ਪ੍ਰਚਾਰ ਕਰਦਾ ਸੀ, ਪਰ ਜਿੱਥੇ ਤੱਕ ਪਾਰਟੀਆਂ ਦੇ ਵਰਕਰਾਂ ਨੇ ਕਿਹਾ ਵੀ ਉਹਨੇ 3 ਵੱਡੇ ਕੈਂਟਰ ਰੱਖੇ ਹੋਏ ਸੀ ਪ੍ਰਚਾਰ ਕਰਨ ਵਾਸਤੇ, ਵੀ ਕੈਂਟਰ ਦੇ ਵਿੱਚ ਚੜ੍ਹ ਕੇ ਉੱਪਰ ਚੜ੍ਹ ਕੇ ਪ੍ਰਚਾਰ ਕਰਦਾ ਸੀ। ਤੁਸੀਂ ਵੀ ਪਿੰਡ 'ਚ ਦੇਖਿਆ? ਉਹਦੇ ਬਾਰੇ ਨਹੀਂ ਜੀ ਮੈਨੂੰ ਨੌਲੇਜ ਨਹੀਂ ਹੈਗੀ। ਦੇਖੋ ਜੋ ਮਤਲਬ ਜਿਹੜੀ ਗੱਲ ਸੱਚਾਈ ਆ, ਦੇਖੋ ਉਹ ਤਾਂ ਇਹੀ ਆ ਵੀ ਉਹ ਇਹਨੂੰ ਇਹ ਜਾਣਦਾ ਉਸ ਟਾਈਮ ਦੇ ਵਿੱਚ ਇਹਨੇ ਮਤਲਬ ਆਪਦੀ ਜ਼ਮੀਨ ਵੀ ਵੇਚੀ ਆ ਤੇ ਪ੍ਰਚਾਰ ਜਾਂਦਾ ਵੀ ਰਿਹਾ, ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਇਹਨੇ ਉੱਥੇ ਸਪੈਸ਼ਲ ਇੰਨੇ ਲਾ ਕਿਤੇ ਨਾ ਕਿਤੇ ਜ਼ਮੀਨ ਤਾਂ ਇਹਨੇ ਗੱਡੀਆਂ ਦੇ ਚੱਕਰਾਂ 'ਚ ਵੇਚਤੀ ਹੋਵੇ ਜਾਂ ਟਰੈਕਟਰ ਦੇ ਚੱਕਰ 'ਚ ਵੇਚਤੀ ਹੋਵੇ, ਪਰ ਇਲਜ਼ਾਮ ਅੱਜ ਭਗਵੰਤ ਮਾਨ ਤੇ ਲਾਏ ਜਾ ਰਹੇ ਨੇ ਪਾਰਟੀ ਦੇ। ਭਗਵੰਤ ਮਾਨ ਦਾ ਨਹੀਂ ਕਸੂਰ ਇਹਦੇ ਵਿੱਚ ਕਹਿ ਸਕਦੇ। ਜੇ ਇਹ ਵੀ ਆਖੇ ਵੀ ਮੈਂ ਭਗਵੰਤ ਮਾਨ ਇਹਦੇ ਵਿੱਚ ਦੋਸ਼ੀ ਆ ਜਾਂ ਭਗਵੰਤ ਮਾਨ ਨੇ ਕਿਉਂ ਕਰਿਆ, ਦੇਖੋ ਉੱਪਰ ਤੋਂ ਲੈ ਕੇ ਥੱਲੇ ਤੱਕ ਲੇਬਲ ਪਾਰਟੀ ਦਾ ਬਹੁਤ ਹੁੰਦਾ ਜੀ। ਜਿਵੇਂ ਹੁਣ ਹੋ ਸਕਦਾ ਵੀ ਜਿਵੇਂ ਥੱਲੇ ਵਾਲੇ ਵਰਕਰ ਨੇ ਇਹ ਤੋਂ ਖਰਚਾ ਕਰਾਉਂਦੇ ਹੁਣ, ਉਹ ਹੋ ਸਕਦਾ, ਪਰ ਮੈਂ ਨਹੀਂ ਕਹਿੰਦਾ ਵੀ ਇਹਦੇ ਵਿੱਚ ਭਗਵੰਤ ਮਾਨ ਦਾ ਇੱਕ ਪਾਸੇ ਇਹ ਕਹਿ ਰਹੇ ਨੇ ਵੀ 7000 ਇੱਕ ਖਰਚਦਾ ਦੀ 17000, ਫਿਰ ਇਹ ਕਹਿੰਦੇ ਨੇ ਮੈਂ ਟੋਟਲੀ 17000 ਖਰਚਦਾ ਦੀ ਇੱਕ ਦਿਨ 'ਚ। ਇਹ ਕਿੱਧਰ ਨੂੰ ਗੱਲ ਜਾਂਦੀ ਹੈ? ਨਹੀਂ ਦੇਖੋ ਜੀ ਇਹਦੇ ਬਾਰੇ ਨਹੀਂ ਪਤਾ। ਦੇਖੋ ਮੈਂ ਇੱਕ ਗੱਲ ਕਹਿਣਾਗਾ, ਜੇ ਕੋਈ ਸਿੱਧਾ ਇਲਜ਼ਾਮ ਮਤਲਬ ਭਗਵੰਤ ਮਾਨ ਦਾ ਕਹੀਏ, ਕਿਉਂਕਿ ਉੱਪਰ ਲੈਵਲ ਤੇ ਉਹਨਾਂ ਨੂੰ ਹੋਰ ਕੰਮ ਬਹੁਤ ਨੇਗੇ ਜੇ ਆਪਾਂ ਦੇਖੀਏ, ਕਿਉਂਕਿ ਛੋਟੇ ਲੈਵਲ ਦੇ ਵਰਕਰਾਂ ਦੇ ਵਿੱਚ ਵਿਚਰਦਾ ਰਿਹਾ, ਹੋ ਸਕਦਾ ਛੋਟੇ ਲੈਵਲ ਦੇ ਵਰਕਰਾਂ ਦੇ ਨਾਲ ਇਹ ਖਰਚਾ ਕਰਦਾ ਹੋਵੇ। ਚੈਨਲ ਦਾ ਪੱਕ ਕੰਮ ਹੁੰਦਾ ਇੰਟਰਵਿਊ ਕਰਨਾ ਸੀ, ਇਹਦੀ ਇੰਟਰਵਿਊ ਕਰਨ ਆ ਗਏ। ਚਲੋ ਇਹਨੇ ਸਾਡੇ ਚੈਨਲ ਨੂੰ ਫੋਨ ਕਰਿਆ ਵੀ ਮੇਰੀ ਇੰਟਰਵਿਊ। ਅੱਜ ਕੀ ਪ੍ਰੂਫ ਨਿਕਲਦਾ? 7 ਪੜ੍ਹਿਆ ਬੰਦਾ ਇੰਗਲਿਸ਼ ਪੜ੍ਹ ਸਕਦਾ? ਤੁਹਾਨੂੰ ਪਤਾ ਨਾ ਇਹ ਚੀਜ਼, ਜੇ ਬੰਦਾ 7 ਪੜ੍ਹਿਆ ਹੋਵੇ? ਨਹੀਂ ਜੀ, ਨਹੀਂ ਪੜ੍ਹ ਨਹੀਂ ਸਕਦਾ। ਕੁਛ ਥੋੜੀ ਮੋਟੀ 7 ਕਲਾਸਾਂ ਪੜ੍ਹ ਕੇ ਵੀ ਨਹੀਂ ਪੜ੍ਹ ਸਕਦਾ ਹੈਗਾ। 5ਵੀਂ ਕਲਾਸ ਇੱਕ ਬੋਰਡ ਦੀ ਕਲਾਸ ਹੁੰਦੀ ਹੈ ਬਾਈ ਜੀ, ਬੋਰਡ ਦੀ ਕਲਾਸ ਕੱਢਣੀ ਕਿੰਨੀ ਔਖੀ ਹੈ। 7 ਪੜ੍ਹਿਆ ਹੈ, ਕੀ ਇਹ ਇੰਗਲਿਸ਼ ਵੀ ਨਹੀਂ ਪੜ੍ਹ ਸਕਦਾ ਹੈਗਾ ਬੰਦਾ 7 ਪੜ੍ਹਿਆ? ਨਹੀਂ, ਮਾੜੀ ਮੋਟੀ ਤਾਂ ਪੜ੍ਹ ਸਕਦਾ ਜੀ। ਇਹਦੇ ਹੱਥ 'ਚ ਕਾਂਗਰਸ ਦਾ ਬੈਂਡ ਹੈ, ਠੀਕ ਹੈ, ਇੱਥੋਂ ਇਹ ਸਾਬਤ ਹੁੰਦਾ ਵੀ ਇਹ ਪਾਰਟੀਬਾਜ਼ੀ ਹੈ। 7 ਪੜ੍ਹਿਆ, ਤੁਸੀਂ ਅੱਜ ਦਾ 7 ਪੜ੍ਹਿਆ ਹੈ, ਹੁਣ ਦਾ 7 ਪੜ੍ਹਿਆ ਹੈ, ਕਿ ਇੰਗਲਿਸ਼ ਵੀ ਨਹੀਂ ਪੜ੍ਹ ਸਕਦਾ? ਨਹੀਂ, ਉਹ ਤਾਂ ਪੜ੍ਹ ਸਕਦਾ। ਦੇਖੋ ਤੁਸੀਂ ਪੁਰਾਣੇ ਹੋ, ਤੁਸੀਂ ਵੀ ਇੰਗਲਿਸ਼ ਪੜ੍ਹ ਸਕਦੇ ਹੋ। ਹਾਂਜੀ, ਇੱਕ ਅਸੀਂ ਵੱਡੀ ਗੱਲ ਇੱਥੇ ਕਰਨੀ ਚਾਹੁੰਦੇ ਹਾਂ। ਦੇਖੋ ਅਸੀਂ ਆਪਣੇ ਬਾਰੇ ਵੀ ਦੱਸ ਰਹੇ ਹਾਂ ਵੀ ਨਾ ਅਸੀਂ ਅਕਾਲੀਆਂ ਨਾ ਕਾਂਗਰਸ, ਪਰ ਤੁਹਾਡਾ ਨਹੀਂ ਮੈਂ ਗੱਲ ਕਰਦਾ, ਇਹਨੇ ਕਾਂਗਰਸ ਦਾ ਬੈਂਡ ਲਗਾਇਆ ਹੋਇਆ। ਇੱਕ ਲੈਵਲ ਪਤਾ ਕੀ ਲੱਗੂਗਾ, ਹੋ ਸਕਦਾ ਤੁਸੀਂ ਸਾਨੂੰ ਲੈਤਾ ਕਿਉਂਕਿ ਪਿੰਡ ਪੱਧਰ ਤੇ, ਕਿਉਂ ਪਿੰਡ ਦੇ ਵੀ ਲੋਕ ਵੀ ਜ਼ਰੂਰੀ ਹੁੰਦੇ ਨੇ ਚੈਨਲ ਨੂੰ। ਹੋ ਸਕਦਾ ਕੁਝ ਬੰਦੇ ਕਹਿ ਦੇਣ ਵੀ ਜਾਂ ਇਹ ਕਹਿ ਕੇ ਕਰਾਉਂਦੇ ਨੇ ਜਾਂ ਹੋਰ, ਕਿਉਂਕਿ ਸਾਡਾ ਵੀ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਪਰ ਕਿਤੇ ਨਾ ਕਿਤੇ ਦੇਖੋ ਜਿੱਥੋਂ ਤੱਕ ਇਹ ਜੁੜਿਆ ਹੋਇਆ ਸੀ ਆਮ ਆਦਮੀ ਪਾਰਟੀ ਦਾ ਉਹ ਤਾਂ ਕਹਿ ਰਹੇ ਵੀ ਸਾਡੇ ਬੰਦੇ ਨਹੀਂ, ਵਰਕਰ ਹੀ ਨਹੀਂ ਹੈਗਾ ਇਹਦੇ ਲਈ ਸਾਡੀ ਕੋਈ ਮੈਂਬਰਸ਼ਿਪ। ਦੇਖੋ ਇੱਕ ਮਿੰਟ, ਤੁਸੀਂ ਮੈਂਬਰ ਹੋ, ਤੁਸੀਂ ਮੌਜੂਦਾ ਸਾਬਕਾ ਕਿਸੇ ਪਾਰਟੀ ਨਾਲ ਜੁੜੀ ਤਾਂ ਆਪਣੇ ਲਈ ਉਹਦੀ ਮੈਂਬਰਸ਼ਿਪ ਹੁੰਦੀ ਹੈ ਨਾ? ਹਾਂਜੀ, ਮੈਂਬਰਸ਼ਿਪ ਹੁੰਦੀ ਹੈ ਜੀ। ਉਹ ਕਹਿੰਦੇ ਵੀ ਇਹਦੇ ਲਈ ਵੀ ਮੈਂਬਰਸ਼ਿਪ। ਦੇਖੋ ਜੀ, ਨਾ ਤਾਂ ਦੇਖੋ ਮੈਂਬਰਸ਼ਿਪ ਬਾਰੇ ਜਾਣਦੇ ਆ, ਪਰ ਵੱਡੀ ਗੱਲ ਇਹ ਜ਼ਰੂਰ ਆ ਵੀ ਅਸੀਂ ਇਹਦੀ ਗੱਡੀ ਪਿੰਡ ਪੱਧਰ ਤੇ ਪੂਰੇ ਪਿੰਡ ਨੂੰ ਪਤਾ ਵੀ ਗੱਡੀ ਦੇ ਜ਼ਰੂਰ ਫਲੈਕਸਾਂ ਲੱਗੀਆਂ ਹੁੰਦੀਆਂ। ਪਰ ਫਲੈਕਸਾਂ ਤਾਂ ਪਾਰਟੀ ਲਾ ਕੇ ਦਿੰਦੀ ਹੈ, ਤੁਸੀਂ ਗੱਡੀ ਲਾ ਲਓ, ਪਾਰਟੀ ਫਲੈਕਸਾਂ ਲਾ ਕੇ ਦਊਗੀ ਵੀ ਤੁਸੀਂ ਗੱਡੀ ਲੈ ਰਹੇ ਹੋ, ਪ੍ਰਚਾਰ ਕਰਨ ਲਈ ਜਾ ਰਹੇ ਹੋ, ਫਲੈਕਸ ਤਾਂ ਲੱਗ ਹੀ ਜਾਊਗੀ ਵੀ ਸਾਡੀ ਗੱਡੀ ਪਾਰਟੀ ਦੇ। ਕਿਤੇ ਪਾਰਟੀ ਦੀ ਹੁਣ ਫਲੈਕਸ ਹੋ? ਨਹੀਂ, ਮੈਂ ਨਹੀਂ ਇਹ ਕਹਿੰਦਾ ਵੀ ਕਿਹਦੀਆਂ ਨੇ, ਮੈਂ ਇਹ ਨਹੀਂ ਕਹਿੰਦਾ ਵੀ ਇਹਨੇ ਸਪਾਈਆਂ ਨੇ। ਮੈਂ ਤਾਂ ਇਹ ਕਹਿਣਾ ਵੀ ਪਿੰਡ ਨੂੰ ਸਾਡੇ ਇਹ ਪਤਾ ਹੈਗਾ ਵੀ ਇਹ ਕੋਈ ਕਾਂਗਰਸ ਦਾ ਨਹੀਂ, ਕੋਈ ਬੰਦਾ ਕੋਈ ਅਕਾਲੀਆਂ ਦਾ ਨਹੀਂ, ਸਪੈਸ਼ਲ ਇੰਨਾ ਮਤਲਬ ਫੈਨ ਆ। ਉਹ ਝੰਡੇ ਪੁਰਾਣੇ ਲੱਗੇ ਹੋਏ ਇਹਦੇ ਅੰਦਰ, ਦੇਖ ਕੇ ਤੁਸੀਂ ਪੁਰਾਣਾ ਜਿਹੜਾ ਇਹਦਾ ਮਤਲਬ ਭਗਵੰਤ ਮਾਨ ਦਾ, ਹੋਰਾਂ ਨੂੰ ਵੀ ਇਹ ਉਤਸ਼ਾਹਿਤ ਕਰਦਾ ਰਿਹਾ ਵੀ ਵੋਟਾਂ ਪਾਓ। ਭਗਵੰਤ ਮਾਨ ਨੇ ਤਾਂ ਨਹੀਂ ਕਿਹਾ ਸੀ ਇਹਨੂੰ ਵੀ ਮੇਰੀ ਚੋਣ 'ਚ ਪੈਸੇ ਖਰਚ ਕਿੱਥੇ ਦਾ? ਸ਼ੇਰਪੁਰ ਦਫ਼ਤਰ ਵਾਲੇ ਕਹਿ ਰਹੇ ਨੇ ਵੀ ਅਸੀਂ 25000 'ਚ ਗੱਡੀਆਂ ਵੀ ਚਲਾਤੀਆਂ, 25000 ਖਰਚਾ ਆਇਆ ਸਾਡਾ ਟੋਟਲ ਉਸ ਟਾਈਮ ਚੋਣਾਂ ਦੇ ਵਿੱਚ ਗੱਡੀਆਂ ਭੇਜਣੀਆਂ ਪ੍ਰਚਾਰ ਕਰਨ ਲਈ। ਇਹ ਕਹਿੰਦੇ ਮੈਂ 7 ਲੱਖ ਲਾਤਾ, ਭਗਵੰਤ ਮਾਨ ਨੇ ਥੋੜੀ ਕਿਹਾ। ਦੇਖੋ ਜੀ, ਭਗਵੰਤ ਮਾਨ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ, ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਗਾ ਪਾਰਟੀ ਦਾ ਲੈਵਲ ਥੱਲੇ ਤੋਂ ਲੈ ਕੇ ਉੱਪਰ ਤੱਕ ਬਹੁਤ ਵੱਡਾ ਹੁੰਦਾ। ਜੇ ਆਪਾਂ ਕਹੀਏ ਵੀ ਸਿੱਧਾ MP ਕਿਸੇ ਤੋਂ ਇਸ ਤਰੀਕੇ ਨਾਲ ਪੈਸੇ ਲਵਾ ਲੂਗਾ, ਉਹ ਨਹੀਂ
ਨਹੀਂ ਆਪਾਂ ਕਹਿ ਸਕਦੇ। ਭਗਵੰਤ ਮਾਨ ਟਰਾਈਸਾਈਕਲ ਵੰਡਦੇ ਲੋਕਾਂ ਨੂੰ, ਫੰਡ ਲਾਉਂਦੇ ਪਿੰਡ ਦੇ ਵਿੱਚ, ਤੁਹਾਡੇ ਹੀ ਵਿਕਾਸ ਕਰਾਉਣਾ ਭਗਵੰਤ ਮਾਨ ਨੇ। ਫਿਰ ਭਗਵੰਤ ਮਾਨ ਨੇ ਤੋਂ ਕਿਉਂ ਪੈਸੇ ਲਾ ਰਹੇ? ਕਿਤੇ ਝੂਠ ਤਾਂ ਨਹੀਂ ਬੋਲਦਾ? ਸਾਨੂੰ ਵੀ ਕਿਤੇ ਇਸ ਗੱਲ 'ਚ ਲੈ ਲਿਆ ਵੀ ਅਸੀਂ ਚੈਨਲ ਤੇ ਵਾਲਿਆਂ ਨੂੰ ਬੁਲਾ ਕੇ ਮੈਂ ਕਹਿਤਾ ਮੈਂ ਕੀਤਾ। ਅਸੀਂ ਦੇਖੋ ਇਹ ਕਿਸੇ ਦੇ ਝੂਠ ਸੱਚ ਦੀ ਕੋਈ ਬੰਦਾ ਸਪੈਸ਼ਲ ਜਾਂ ਤੁਸੀਂ ਜਾਂ ਅਸੀਂ ਇਹ ਮਤਲਬ ਸਪੈਸ਼ਲ ਆਪਾਂ ਕੋਈ ਗਰੰਟੀ ਨਹੀਂ ਲੈ ਸਕਦੇ, ਠੀਕ ਆ ਜੀ। ਇੱਕ ਗੱਲ ਹੋਰ ਤੁਹਾਨੂੰ ਕਰਨੀ ਚਾਹੂੰਗਾ, ਜਿਹੜੇ 2013-14 ਤੋਂ ਜੁੜੇ ਹੋਏ ਨੇ ਪੁਰਾਣੇ ਬੰਦੇ ਨੇ, ਕੋਈ ਸ਼ੇਰਪੁਰ ਦਾ ਕੋਈ ਕਿਤੋਂ ਦਾ, ਉਹ ਬੰਦੇ ਵੀ ਫਿਰ ਝੂਠ ਬੋਲ ਰਹੇ ਨੇ ਜਦੋਂ ਇੰਨੀ ਪੁਰਾਣੀ ਪਾਰਟੀ ਨਾਲ ਜੁੜੇ ਨੇ। ਉਹ ਕਹਿ ਰਹੇ ਨੇ ਵੀ ਅਸੀਂ ਕਿਰਾਏ ਤੇ ਗੱਡੀ ਲਵਾਈ ਸੀ, ਇਹਦੀ ਲਵਾਈ ਵੀ ਤੁਹਾਡੇ ਪਿੰਡ ਦੇ ਤੁਹਾਡੇ ਕਮਲੀ ਨੇ ਸੀ। ਕਮਲੀ ਕਹਿੰਦਾ ਮੈਂ ਲੜਕੇ ਲੜਾਈ ਸੀ, ਕਹਿੰਦਾ ਵੀ ਇਹ ਗੱਡੀ ਲਾਓ ਇਸ ਮੁੰਡੇ ਦੀ। ਨਹੀਂ ਇਹ ਇਕੱਠੇ ਸੀਗੇ ਜੀ। ਜੇ ਆਪਾਂ ਇਹ ਉਸ ਟਾਈਮ ਇਹਦੀ ਗਰੀਬੀ ਵਾਲੀ ਗੱਲ ਕਰੀਏ, ਉਸ ਟਾਈਮ ਤਾਂ ਇਹਦੇ ਕੋਲੇ ਵਾਹਣ ਦੇ ਪੈਸੇ ਇਹਦੇ ਕੋਲੇ ਆਉਂਦੇ ਸੀ, ਆ ਸਾਰੇ ਸਬੂਤ ਨੇ। ਪਰ ਅਸੀਂ ਇਹ ਨਹੀਂ ਕਹਿੰਦੇ ਵੀ ਮਤਲਬ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਇਹ ਨਹੀਂ ਕਹਿੰਦੇ ਵੀ ਭਗਵੰਤ ਮਾਨ ਇਹਦੇ ਪੈਸੇ ਖਾ ਗਿਆ ਜਾਂ ਕੋਈ ਹੋਰ ਖਾ ਗਿਆ। ਮੇਰਾ ਕਹਿਣ ਦਾ ਮਤਲਬ ਆ ਵੀ ਜਿਹੜੇ ਇੱਕ ਬੰਦਿਆਂ ਨਾਲ ਉਮਰ ਦੇ ਹਿਸਾਬ ਨਾਲ ਇਹ ਵਿਚਰਦਾ ਸੀਗਾ, ਹੋ ਸਕਦਾ ਵੀ ਛੋਟੇ ਲੈਵਲ ਦੇ ਬੰਦਿਆਂ ਦੇ ਗੁੰਮਰਾਹ ਦੇ ਵਿੱਚ ਇਹ ਆ ਗਿਆ ਹੋਵੇ। ਕਿਉਂਕਿ ਉਹ ਕਹਿੰਦੇ ਉਹ ਬੰਦਿਆਂ ਦਾ ਕਹਿਣਾ ਹੈ, ਕਮਲ ਹੋਰ ਦਾ ਕਹਿਣਾ, ਚਾਹੇ ਉੱਥੇ ਹੋਰ ਵੀ ਬੰਦੇ ਸੀ ਸ਼ੇਰਪੁਰ ਦੇ ਨੇ, ਉਹ ਕਹਿੰਦੇ ਵੀ ਅਸੀਂ ਬਕਾਇਦਾ ਇਹਨੂੰ 15,000 ਰੁਪਇਆ ਦਿੱਤਾ 20 ਦਿਨਾਂ ਦਾ। 7 ਪਿੰਡ ਦਿੰਦੇ ਹੁੰਦੇ ਸੀ ਵੀ 7 ਪਿੰਡ ਤੇ ਕੱਢ ਕੇ ਆਣੇ ਨੇ, ਉਸ ਤੋਂ ਵੱਧ ਨਹੀਂ ਕੱਢ ਕੇ ਆਣੇ। ਉਹ ਇਹ ਵੱਧ ਆਪ ਕੱਢ ਕੇ ਆਉਂਦਾ ਸੀ 9 ਪਿੰਡ, ਠੀਕ। ਉਹਨਾਂ ਦਾ ਕਹਿਣਾ ਹੈ ਉਹਨੂੰ 7 ਪਿੰਡਾਂ ਦੇ ਪੈਸੇ ਨੂੰ 20 ਦਿਨ ਦੇ ਦਿੱਤੇ ਗਏ ਨੇ 15,000। ਨਹੀਂ ਜੀ, ਉਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ। ਦੇਖੋ ਅਸੀਂ ਤਾਂ ਜੋ ਚੀਜ਼ ਹਕੀਕਤ ਆ, ਦੇਖੋ ਸੱਚ ਆ, ਜਾਂ ਅਸੀਂ ਕਹੀਏ ਵੀ ਕਮਲ ਨਸ਼ੇ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ, ਤੇ ਕੁਛ ਹੈ ਜਾਂ ਕੁਛ ਨਹੀਂ ਜੀ, ਕੋਈ ਨਸ਼ੇ ਵਾਲਾ ਤਾਂ ਐਡਾ ਹੈ ਨਹੀਂਗਾ ਜੀ। ਕੋਈ ਨਸ਼ੇ ਵਾਲਾ ਵੀ ਆਪਾਂ ਕਹੀਏ, ਨਸ਼ਾ ਤਾਂ ਦੇਖੋ ਉਹਨੇ ਆਪ ਹੀ ਦੱਸ ਰਿਹਾ ਹੈਗਾ ਤੁਹਾਡੇ ਚੈਨਲ ਤੇ ਵੀ ਪੂਰੀ ਪਾਰਟੀ ਦੇ ਵਰਕਰ ਹੀ ਵਰਤ ਰਹੇ ਨੇ। ਕਹਿੰਦਾ ਇਹ ਕਹਿੰਦਾ ਵੀ ਇਹ ਕਹਿੰਦਾ ਵੀ ਉਸ ਟਾਈਮ ਮੇਰੇ ਵੀ ਦਾਰੂ ਪੀ ਜਾਂਦੀ ਸੀ, ਫਿਰ ਇਹ ਕਿਉਂ ਪੈਂਦਾ ਸੀ ਉਹਨਾਂ ਨੂੰ? ਇਹਦੀ ਕੀ ਮਜਬੂਰੀ ਸੀ ਵੀ ਇਹ ਚੋਣ ਤਾਂ ਲੜ ਨਹੀਂ ਰਿਹਾ ਸੀ। ਹਾਂਜੀ ਨਹੀਂ, ਉਹ ਇਹਦੇ ਵਾਸਤੇ ਗਲਤ ਆ। ਜੇ ਇਹਨੇ ਕਰਿਆ ਤਾਂ ਉਹ ਇਹਨੇ ਆਪਣੇ ਲੈਵਲ ਤੇ ਕਰਿਆ। ਜੇ ਆਪਾਂ ਭਗਵੰਤ ਮਾਨ ਨੇ ਤਾਂ ਨਹੀਂ ਕਿਹਾ ਵੀ ਮੇਰੇ ਪਿੱਛੇ ਤੂੰ 7 ਲੱਖ ਲਾ, ਐਂ ਕਰ ਵੀ ਮੈਂ ਇਹ ਅੱਜ ਜਿਹੜਾ ਲਾਇਆ 7 ਲੱਖ ਇਹਨੇ ਆਪ ਲਾਇਆ। ਦੇਖੋ ਜੀ, ਭਗਵੰਤ ਮਾਨ ਤੇ ਕੋਈ ਸਿੱਧਾ ਦੋਸ਼ ਨਹੀਂ ਲਾ ਸਕਦੇ। ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਇਹ ਕਹਿ ਸਕਦੇ ਹਾਂ ਵੀ ਹੋ ਸਕਦਾ ਉਮਰ ਦੇ ਤਕਾਜ਼ੇ ਨਾਲ ਛੋਟੇ ਲੈਵਲ ਦੇ ਵਰਕਰਾਂ ਦੇ ਇਹ ਝਾਂਸੇ ਦੇ ਵਿੱਚ ਆ ਗਿਆ ਹੋਵੇ। ਦੇਖੋ ਉਹ ਵੀ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਸਾਡਾ ਪਾਰਟੀ ਕਿਸੇ ਨਾਲ ਕੋਈ ਸੰਬੰਧ ਨਹੀਂ ਹੈਗਾ। ਦੇਖੋ ਮੈਂ ਤਾਂ ਤੁਹਾਡੇ ਚੈਨਲ ਦੇ ਜ਼ਰੀਏ ਕਹਿ ਰਿਹਾ, ਹੁਣ ਆਪਣੇ ਮੁੱਦੇ ਹੋਰ ਬਹੁਤ ਚੱਲ ਰਹੇ ਨੇ, ਕਿਸਾਨੀ ਦੇ ਮੁੱਦੇ ਚੱਲ ਰਹੇ ਨੇ। ਹੋਏ ਸਨ ਸਾਡੇ ਨਾਲ ਪਿੰਡ ਵਾਸੀ ਵੀ, ਇਹਨਾਂ ਨਾਲ ਵੀ ਗੱਲ ਕੀਤੀ, ਪਰ ਜਿੱਥੇ ਕਿ ਇੱਕ ਗੱਲ ਸਾਹਮਣੇ ਆਈ ਵੀ ਪਾਰਟੀਬਾਜ਼ੀ ਦੇ ਤੌਰ ਤੇ ਇਹ ਇਲਜ਼ਾਮ ਲੱਗੇ ਗਏ। ਨੰਬਰ 2, ਇਹਦੇ ਹੱਥ ਦੇ ਵਿੱਚ ਅੱਜ ਅਸੀਂ ਇੰਟਰਵਿਊ ਪਹਿਲਾਂ ਵੀ ਕਰਕੇ ਗਏ ਸੀ, ਚਲੋ ਅਸੀਂ ਉਸ ਸਮੇਂ ਨਹੀਂ ਦੇਖਿਆ। ਅੱਜ ਜਦੋਂ ਪਹਿਲਾਂ ਅਸੀਂ ਪੱਖ ਲੈ ਕੇ ਆਏ ਹਾਂ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਜੋ 2013-14 ਤੋਂ ਭਗਵੰਤ ਮਾਨ ਨਾਲ ਜੁੜੇ ਹੋਏ ਨੇ, ਉਹਨਾਂ ਦਾ ਕਹਿਣਾ ਕਿ ਬਕਾਇਦਾ ਸਾਡੇ ਵੱਲੋਂ ਸ਼ੇਰਪੁਰ ਦਫ਼ਤਰ ਦੇ ਵਿੱਚੋਂ ਜਿਹੜਾ ਖਰਚ ਦਿੱਤਾ ਜਾਂਦਾ ਸੀ, ਇਸ ਨੂੰ 15,000 ਦੇ ਕਰੀਬ ਜਿਹੜੇ ਇਹਨੂੰ ਪੈਸੇ ਦਿੱਤੇ ਗਏ ਨੇ ਵੀ ਇਹਨੇ ਜਿਹੜੇ 20 ਦਿਨ 22 ਦਿਨ ਗੱਡੀ ਚਲਾਈ ਹੈ, ਇਸ ਨੂੰ 7 ਪਿੰਡ ਜਿਹੜੇ ਗੁਰਪ੍ਰੀਤ ਨੂੰ ਦਿੱਤੇ ਜਾਂਦੇ ਸੀ। ਇਹ ਕਹਿੰਦਾ ਮੈਂ 35 ਪਿੰਡ ਕੱਢਿਆ, 7,000 ਦਾ ਡੀਜ਼ਲ ਫੂਕਦਾ। ਨੰਬਰ ਦੂਜਾ, ਇਹਦੇ ਹੱਥ ਦੇ ਵਿੱਚ ਅਸੀਂ ਅੱਜ ਕਾਂਗਰਸ ਦਾ ਬੈਂਡ ਦੇਖਿਆ ਗਿਆ। ਕਿਤੇ ਨਾ ਕਿਤੇ ਗੱਲ ਇਹ ਵੀ ਟੁਕਦੀ ਹੈ ਵੀ ਕਿਤੇ ਪਾਰਟੀਬਾਜ਼ੀ ਦੇ ਨਾਮ ਤੇ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅੱਜ ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ ਗਈ ਕਿ ਕਿਹਾ ਗਿਆ ਪਿੰਡ ਵਾਸੀਆਂ ਵੱਲੋਂ ਵੀ ਸਾਨੂੰ ਨਹੀਂ ਪਤਾ ਵੀ ਇਹ ਪੈਸੇ ਕਿੱਥੇ ਖਰਚ ਕੀਤੇ ਨੇ, ਕਿਵੇਂ ਗਿਆ, ਪਰ ਇਹ ਇੰਨਾ ਕਿ ਵੀ ਗੱਡੀ ਜਾਂਦੀ ਹੁੰਦੀ ਸੀ ਜ਼ਰੂਰ। ਪਰ ਦੂਜੇ ਪਾਸੇ ਵਰਕਰਾਂ ਵੱਲੋਂ ਕਿਹਾ ਗਿਆ ਵੀ ਨਾ ਤਾਂ ਇਹ ਸਾਡਾ ਆਮ ਆਦਮੀ ਪਾਰਟੀ ਦਾ ਵਰਕਰ ਹੈ, ਨਾ ਸਾਡੇ ਨਾਲ ਇਹਨੇ ਖਰਚ ਕੀਤੇ ਨੇ, ਬਕਾਇਦਾ ਗੱਡੀ ਕਿਰਾਏ ਤੇ ਲਗਾਈ ਗਈ ਸੀ। ਪ੍ਰਾਈਮ ਉਹਦੇ ਚੈਨਲ ਲਈ ਸੰਗਰੂਰ ਤੋਂ ਜੋਗਾ ਮਹਿਲ ਦੇ ਨਾਲ ਗਗਨਦੀਪ।